तन मन काट काट सब अर्पी विच अग्नि आप जलाई। वाह वाह। ਇਹ ਬਚਨ ਵੀ ਗੁਰੂ ਸਾਹਿਬ ਦੇ ਆਪਣੇ ਬਚਨ। ਆਪਾਂ ਅੱਜ ਕੱਲ ਹੁੰਦਾ ਨਾ ਸਕੂਲਾਂ ਕਾਲਜਾਂ ਦੇ ਵਿੱਚ ਕਿ ਇੱਕ ਥਿਉਰੀ ਪੜਾਉਂਦੇ ਨੇ ਤੇ ਫਿਰ ਉਹ ਲੈਬੋਰਟਰੀ 'ਚ ਲੈ ਕੇ ਜਾਂਦੇ ਨੇ, ਉੱਥੇ ਉਸ ਚੀਜ਼ ਦਾ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ। ਜੀ ਹਾਂ ਜੀ ਹਾਂ ਜੀ ਹਾਂ। ਹਾਂ ਕਿ ਆਹ ਜਿਹੜੀ ਗੱਲ ਤੁਹਾਨੂੰ ਸਮਝਾਈ ਸੀ ਨਾ, ਉਹ ਐਵੇਂ ਹੁੰਦੀ ਹੈ। ਤੇ ਗੁਰੂ ਸਾਹਿਬ ਨੇ ਵੀ ਵੇਖੋ, ਮੈਂ ਸਮਝਦਾ ਏਡੋ ਵੱਡੀ ਸੰਥਿਆ ਕਿਹੜੀ ਹੋ ਸਕਦੀ ਹੈ। ਵਾਕਈ ਜਿਹੜੇ ਗੁਰੂ ਅਰਜਨ ਸਾਹਿਬ ਜੀ ਨੇ खुद समझाए ने, इदों वड्डी संथ्या, इदों वड्डी गुरु की बाणी दी व्याख्या नहीं हो सकती। गुरु अर्जन प्रतख हर गुरु साहब चाहुंदे ते अपनी शहीदी नू टाल सकदे सन कि गुरु साहब जो आप करण कारण समर्थ ने, आपे मार जिवाले आपे ओते ओदे हथ दी खेड है गुरु प्रतख दे। पर गुरु ने सिख नू मौत तो भजना नहीं सी सिखाया। गुरु साहब ने असल विच जहान भाई साहब तुहाडे बचन सुन के ना एकदम ज़हन च गल आई, ये गुरु साहब जी दी अपनी ही कोई कला सी। वेखो जदों सुलही खान चढ़ के आया उदों गुरु साहब जी ने मैं सब की छोड़ प्रभ तुझे ते आया, उदों भी खेड रचा के सानू दसी, वो भी खेड रचा के दसी। सतगुरां ने अमृतसर साहब तो 101 सिख जत्था सिखां दा जत्था भेजिया, 101 सिख जो लाहौर साईं मियां मीर जी नू सद्दा देण लई गए। ਜਦੋਂ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦਾ ਸੱਦਾ ਪਾ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦਿਆਂ ਹੋਇਆ ਤੁਰਨ ਲੱਗੇ ਨਾ, ਤੇ ਉਹ 101 ਸਿੱਖਾਂ ਦੇ ਜੱਥੇ ਨੇ ਰੋਕਿਆ। ਕਹਿੰਦੇ ਸਾਈਂ ਜੀ ਤੁਸੀਂ ਇਦਾਂ ਨਹੀਂ ਜਾਣਾ, ਸਾਨੂੰ ਪੰਚਮ ਪਾਤਸ਼ਾਹ ਦਾ ਹੁਕਮ ਹੈ ਸਾਈਂ ਜੀ ਨੂੰ ਪਾਲਕੀ ਤੇ ਵਿਰਾਜਮਾਨ ਕਰਾ ਕੇ ਤੇ ਮੋਢਿਆਂ ਤੇ ਸਵਾਰ ਕਰਕੇ ਲਿਆਉਣਾ। 101 ਸਿੱਖ ਸਾਈਂ ਮੀਆਂ ਮੀਰ ਜੀ ਨੇ ਮੋਢਿਆਂ ਤੇ ਪਾਲਕੀ ਜਿਹੜੀ ਹੈ ਉਹ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਪੁੱਜੇ। ਇਹ ਚੀਜ਼ਾਂ ਇਤਿਹਾਸ ਤੋਂ ਅਣਗੋਲੀਆਂ ਨੇ। ਕਾਸ਼ ਅਸੀਂ ਆਪਣੇ ਇਤਿਹਾਸ ਦਾ ਇਮਾਨਦਾਰੀ ਦੇ ਨਾਲ ਪ੍ਰਚਾਰ ਕਰਦੇ ਤਾਂ ਜੋ ਦੁਨੀਆ ਜਾਣ ਸਕਦੀ। ਸੱਚੇ ਪਾਤਸ਼ਾਹ ਨੇ ਲਾਹੌਰ ਵਿੱਚ ਵਸਦੇ ਹੋਏ ਸਾਈਂ ਮੀਆਂ ਮੀਰ ਜੀ ਦੀ ਚੋਣ ਇਸ ਕਰਕੇ ਕੀਤੀ, ਉਹ ਜਾਣਦੇ ਸਨ ਅੱਜ ਅੰਮ੍ਰਿਤਸਰ ਸਾਹਿਬ ਹਰਮੰਦਰ ਦੀ ਨੀਂਹ ਰੱਖਣ ਵਾਸਤੇ ਅੱਜ ਲਾਹੌਰ ਤੋਂ ਇੱਕ ਖੁਦਾ ਦੇ ਪਿਆਰੇ ਮੁਸਲਮਾਨ ਨੂੰ ਸਾਈਂ ਮੀਆਂ ਮੀਰ ਨੂੰ ਸੱਦਾ ਭੇਜਿਆ, ਜੋ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਹਰਮੰਦਰ ਦੀ ਨੀਂਹ ਰੱਖਣ ਆ ਰਹੇ ਨੇ। ਕੱਲ ਸਮਾਂ ਆਉਣਾ ਤੇ ਸ਼ਹੀਦੀ ਪਰੰਪਰਾ ਦੀ ਨੀਂਹ ਰੱਖਣ ਵਾਸਤੇ ਜਾਣ। माफ करना, अज सिख नूं सिख दा सत्कार करना नहीं आउंदा, सिख किसी मुसलमान दा सत्कार किवें। सच है भाई साहब, बड़ी बड़ी कौड़ी सच्चाई बयान करने लगा। मैं विच दोष ददा दोष ना देऊ किस्सा, दोष कर्मा अपने आ जो मैं किया सो मैं पाया, दोष ना दीजे अवर जना कमी मेरे विच है। कहंदे ने जो गुर दिसे सिखड़ा, जो गुर दिसे तिस निव निव लागा पाए जियो। सिख दे विचों गुरु दिसदा है, गुरु की बाणी कहंदी है। दसम पातशाह ने निर्णय ही कर दिता, खालसा मेरो रूप है खास, खालसे में हूं करो निवास। बाबा जी बार बार कहंदे ने हां खालसे का, खालसा मेरो ओत पोत सागर बुंदेरो। जिवें सागर दे विचों एक बूंद जल दी कतरा जल दा ओनू फेर जल दे विच जदों समो जावे फेर सागर दा रूप हो जांदा। खालसा ते गुरु इक्को है, लेकिन खालसा बनना पवेगा। करीब 2-3 दहाके पहला ना जदों गुरसिख नूं मिलदा सी, बड़े प्यार दे नाल एक दूजे दे चरनी हथ लाउण दी कोशिश करनी, गोडी हथ लाउणा, गलवखड़ियां पाउणियां। ਉਹ ਕਿੱਥੇ ਉਹ ਸਮੇਂ ਕਿੱਧਰ ਚਲੇ ਗਏ। ਅੱਜ ਤਾਂ ਮਤਲਬ ਇੱਕ ਦੂਜੇ ਦੇ ਖਿਲਾਫ ਅਸੀਂ ਪਤਾ ਨਹੀਂ। ਮੈਨੂੰ ਇੱਕ ਜ਼ਿਕਰ ਅੱਗ ਉਬਲੀ ਜਾ ਰਹੀ ਹੈ। ਕਹਿਣ ਲੱਗੇ ਕਿੱਥੇ ਰਹਿੰਦੇ ਹੋ, ਤੇ ਗੁਰਸਿੱਖ ਨੇ ਜਵਾਬ ਬੜਾ ਕਮਾਲ ਦਿੱਤਾ। ਕਹਿਣ ਲੱਗਾ ਭਾਈ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਂ ਲੱਭ ਰਿਹਾ। ਤੇ ਅਗੋਂ ਫਿਰ ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀਆਂ ਨੇ ਦੂਜਾ ਸਵਾਲ ਕੀਤਾ। ਕਹਿਣ ਲੱਗੇ ਕਿਹੜੀ ਅਵਸਥਾ ਵਿੱਚੋਂ, ਤੇ ਉਹ ਗੁਰਸਿੱਖ ਪਿਆਰਾ ਕਹਿਣ ਲੱਗਾ ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦਾ ਬੱਚਾ ਬਣ ਜਾ। ਬਿਲਕੁਲ। ਸੋ ਸੰਗਤ ਜੀ ਇਹ ਪਿਆਰ ਦੀਆਂ ਖੇਡਾਂ ਨੇ। ਵੇਖੋ ਅੱਜ ਆਪਾਂ ਈਦ ਦੀ ਵੀ ਗੱਲ ਕੀਤੀ ਹੈ। ਬਾਬਾ ਫਰੀਦ ਸਾਹਿਬ ਦੇ ਪਵਿੱਤਰ ਸ਼ਬਦ ਦੇ ਵਿੱਚ ਉਹਨਾਂ ਨੇ ਕਿੱਡਾ ਜ਼ਬਰਦਸਤ ਬਿਆਨ ਕੀਤਾ ਹੈ। ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ। ਐਸੀਆਂ ਐਸੀਆਂ ਖੇਡਾਂ ਨੇ ਪਿਆਰ ਦੀਆਂ। ਜਿਹੜੇ ਸਰੋਵਰ ਤੇ ਕਿੰਤੂ ਕਰਦੇ ਨੇ, ਜਿਹੜੇ ਮਰਿਆਦਾ ਦੇ ਕਿੰਤੂ ਕਰਦੇ ਨੇ, ਕਾਸ਼ ਗੁਰੂ ਰਾਮਦਾਸ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਲੈਣ। ਕਮਾਉਣਾ ਤੇ ਬੜੀ ਵੱਡੀ ਬਾਤ ਹੈ, ਕਮਾ ਤਾਂ ਕੋਈ ਵਿਰਲਾ ਹੀ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਬਚਨ ਕਿ ਇਸ ਸਰੋਵਰ ਦੀ ਸੇਵਾ ਸਾਡਾ ਨਿਜ ਸਰੂਪ ਜਾਣ ਕੇ ਕਰਨੀ, ਯਾਨੀ ਕਿ ਅੱਜ ਵੀ ਉਸ ਪਾਵਨ ਸਰੂਪ ਦੇ ਵਿੱਚ ਕਰਾਮਾਤਾਂ ਪ੍ਰਤੱਖ ਵਰਤ ਰਹੀਆਂ। ਬਿਲਕੁਲ ਬਿਲਕੁਲ, ਇਹ ਕਰਾਮਾਤਾਂ ਵਰਤ ਰਹੀਆਂ ਤੇ ਵਰਤਦੀਆਂ ਰਹਿਣੀਆਂ। ਜਦੋਂ ਤੱਕ ਬਾਬਰ ਨੇ ਬਾਬੇ ਨਾਨਕ ਨੂੰ ਨਹੀਂ ਸੀ ਪਛਾਣਿਆ ਤੇ ਬਾਬੇ ਨਾਨਕ ਨੂੰ ਵੀ ਬੰਦੀਖਾਨੇ ਪਾ ਦਿੱਤਾ। ਬਾਬਰ ਦਾ ਪੁੱਤਰ ਹਮਾਯੂ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਖਡੂਰ ਸਾਹਿਬ ਦੇ ਕੋਲੋਂ ਲੰਘ ਰਿਹਾ ਸੀ,
ਤੇ ਇਤਿਹਾਸ ਗਵਾਹ ਹੈ ਕਿ ਵੀ ਗੁਰੂ ਅੰਗਦ ਦੇਵ ਜੀ ਨੇ ਤਲਵਾਰ ਕੱਢ ਲਈ, ਕਿਉਂਕਿ ਇਹ ਪਰੰਪਰਾ ਹੈ। ਝੂਠ ਤੇ ਸੱਚ ਦਾ ਜੋ ਝਗੜਾ ਹੈ ਇਹ ਆਦਿ ਕਾਲ ਤੋਂ ਤੁਰਦਾ ਆ ਰਿਹਾ ਹੈ। ਜਹਾਂਗੀਰ ਕੰਨਾਂ ਦਾ ਕੱਚਾ ਸੀ। ਵੈਸੇ ਸਮੇਂ ਦੇ ਜਿੰਨੇ ਵੀ ਬਾਦਸ਼ਾਹ ਹੁੰਦੇ ਨੇ ਆਮ ਤੌਰ ਤੇ ਕੰਨਾਂ ਦੇ ਕੱਚੇ ਹੀ ਹੁੰਦੇ ਨੇ, ਭਾਵੇਂ ਅਜੋਕੇ ਸਮੇਂ ਦੀਆਂ ਸਰਕਾਰਾਂ ਵੇਖ ਲਓ। ਜੇ 1984 ਦੀ ਸਰਕਾਰ ਕੰਨਾਂ ਦੀ ਕੱਚੀ ਨਾ ਹੁੰਦੀ ਤੇ ਸੱਚ ਜਾਣਨਾ ਹਰਮੰਦਰ ਸਾਹਿਬ ਤੇ ਕਦੇ ਹਮਲਾ ਨਹੀਂ ਸੀ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਕਦੇ ਢਹਿ ਢੇਰੀ ਹੋਣ ਦਾ ਯਤਨ ਨਾ ਹੁੰਦਾ, ਕਿਉਂਕਿ ਇਹ ਸਰਕਾਰਾਂ ਹੁੰਦੀਆਂ ਹੀ ਕੰਨਾਂ ਦੀਆਂ ਕੱਚੀਆਂ ਨੇ। ਉਹਨਾਂ ਦਾ ਕੋਈ ਵੀ ਸ਼ਬਦ ਆਪਾਂ ਪੜ੍ਹ ਲਈਏ ਉਹਦੇ ਚ ਐਵੇਂ ਮਹਿਸੂਸ ਹੁੰਦਾ ਕਿ ਜਿਵੇਂ ਇੱਕ ਪਿਤਾ ਬੜਾ ਖੁਸ਼ ਹੋ ਕੇ ਆਪਣੇ ਪੁੱਤਰਾਂ ਨੂੰ ਵਾਰੀ ਦੇਈ ਜਾਂਦਾ, ਵਾਰੀ ਦੇਈ ਜਾਂਦਾ, ਵਾਰੀ ਦੇਈ ਜਾਂਦਾ। ਜੀ ਸੱਚੇ ਪਾਤਸ਼ਾਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੁੰਦੇ ਨੇ ਤੇ ਸਿੱਧਾ ਤਰਨ ਤਾਰਨ ਸਾਹਿਬ ਕੀ ਕਰਨਾ। ਸੱਚੇ ਪਾਤਸ਼ਾਹ ਨੇ ਜਿਹੜਾ ਕੋੜੀ ਖਾਨਾ ਬਣਾਇਆ ਨਾ, ਉੱਥੇ ਆਪ ਹੱਥੀਂ ਜਾ ਕੇ ਕੋੜੀਆਂ ਦੀ ਸੇਵਾ ਕਰਨੀ, ਉਹਨਾਂ ਦੀ ਦਵਾ ਦਾਰੂ, ਉਹਨਾਂ ਨੂੰ ਭੋਜਨ ਛਕਾਉਣਾ, ਉਹਨਾਂ ਦੇ ਜ਼ਖਮ ਲਹੂ ਰਿਸਦੇ ਹੋਏ ਜ਼ਖਮ ਆਪ ਹੱਥੀਂ ਸਾਫ਼ ਕਰਨੇ। ਇਹ ਹੈ ਮੇਰਾ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ। ਕਿਉਂਕਿ ਜਿਹੜੇ ਕੱਟਰ ਹੁੰਦੇ ਨੇ ਨਾ, ਕੱਟਰ ਅਸਲ ਵਿੱਚ ਕੱਟਰ ਦਾ ਕੰਮ ਕਰਦੇ ਨੇ, ਕਿਸੇ ਨੂੰ ਜੋੜਨ ਦਾ ਕੰਮ ਨਹੀਂ ਕਰ ਸਕਦੇ। ਉਹ ਭਾਵੇਂ ਕੱਟਰ ਮੁਸਲਮਾਨਾਂ ਵਿੱਚ ਹੋਣ, ਭਾਵੇਂ ਸਿੱਖਾਂ ਵਿੱਚ ਹੋਣ, ਭਾਵੇਂ ਹਿੰਦੂਆਂ ਵਿੱਚ ਹੋਣ ਜਾਂ ਭਾਵੇਂ ਈਸਾਈਆਂ ਵਿੱਚ ਹੋਣ, ਕੱਟਰ ਕਦੇ ਵੀ ਆਪਣਾ ਭਲਾ ਨਹੀਂ ਕਰ ਸਕਦੇ, ਕੌਮ ਦਾ ਭਲਾ ਨਹੀਂ ਕਰ ਸਕਦੇ ਤੇ ਸੱਚ ਜਾਣਨਾ ਮਾਨਵਤਾ ਦਾ ਵੀ ਭਲਾ ਨਹੀਂ ਕਰ ਸਕਦੇ। ਸੋ ਸ਼ੇਖ ਅਹਿਮਦ ਸਰਹਦੀ ਨੇ ਜਹਾਂਗੀਰ ਦੇ ਕੰਨ ਭਰੇ। ਵੱਢਣਾ ਹੀ ਹੁੰਦਾ ਨਾ ਜੀ, ਵੱਢਣੇ। ਹਾਂਜੀ, ਕੁਹਾੜਾ ਤਾਂ ਕੁਹਾੜਾ ਹੀ ਹੈ ਨਾ, ਕੁਹਾੜਾ ਤੇ ਕੁਹਾੜਾ ਹੀ ਹੈ, ਕੁਹਾੜਾ ਹੀ ਉਹਨੇ ਵੱਢਣਾ ਹੈ। ਹਾਂ, ਭਾਵੇਂ ਧਰਮ ਦਾ ਚੋਲਾ ਪਾ ਲਵੇ ਪਰ ਉਹ ਕਦੇ ਧਾਰਮਿਕ ਨਹੀਂ ਬਣ ਸਕਦਾ। ਇੱਕ ਦੂਜੇ ਨਾਲ ਇਹ ਧਰਮਾਂ ਵਾਲਿਆਂ ਨੂੰ ਲੜਾ ਕੇ ਤੇ ਆਪ ਆਪਣੀ ਕੁਰਸੀ ਕਾਇਮ ਕਰ ਲੈਣੀ, ਇਹ ਇੱਕ ਡਿਵਾਈਡ ਐਂਡ ਰੂਲ ਦਾ ਬੜਾ ਪੁਰਾਣਾ ਫਾਰਮੂਲਾ। ਪਰ ਮੈਂ ਇੱਥੇ ਜ਼ਰੂਰ ਇਸ ਗੱਲ ਨੂੰ ਦੇਖਦਾ ਕਿ ਇਹ ਹੁਣ ਸਾਨੂੰ ਧਰਮਾਂ ਵਾਲਿਆਂ ਨੂੰ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਆ ਕਿ ਸਾਨੂੰ ਲੜਾਉਣ ਵਾਲੇ ਕੌਣ ਲੋਕ ਨੇ। ਗੱਲ ਇਹ ਹੈ ਜੀ ਕਿ ਜੇ ਹਰ ਇੱਕ ਧਰਮੀ ਮਨੁੱਖ ਆਪਣੇ ਆਪਣੇ ਧਰਮ ਨੂੰ ਇਮਾਨਦਾਰੀ ਨਾਲ ਆਨਰ ਕਰਨ ਲੱਗੇ ਨਾ, ਆਪਣੇ ਆਪਣੇ ਧਰਮ ਨੂੰ ਪਛਾਣ ਲਵੇ, ਤੇ ਧਰਮ ਦੇ ਨਾਂ ਤੇ ਹੋ ਰਹੀ ਜੰਗ ਜਿਹੜੀ ਏ ਇਹ ਸਦਾ ਲਈ ਮੁੱਕ ਸਕਦੀ। ਅੱਲਾ ਕੀ, ਰਾਮ ਕੀ ਤੇ ਮੌਲਾ ਕੀ, ਜੇ ਸਮਝ ਗਏ ਫਿਰ ਰੌਲਾ ਕੀ। ਬਿਲਕੁਲ ਗੱਲ ਤਾਂ ਸਮਝਣ, ਰੌਲਾ ਤਾਂ ਬੇਸਮਝੀ ਦਾ ਹੀ ਆ ਨਾ ਜੀ, ਬੇਸਮਝੀ ਦਾ ਹੀ। ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਉੱਥੇ ਤੱਕ ਮਨ ਜਾਂਦਾ ਹੀ ਨਹੀਂ ਨਾ। ਸਵਿਮਿੰਗ ਪੂਲ ਹੁੰਦਾ ਤੇ ਉਹਦੇ ਵਿੱਚ ਥੋੜਾ ਜਿਹਾ ਏਰੀਆ ਹੁੰਦਾ ਸ਼ੈਲੋ ਵਾਲਾ, ਵੀ ਜਿੱਥੇ ਜਾ ਕੇ ਬੱਚਾ ਵੀ ਖਲੋ ਕੇ ਤੇ ਚਲੋ ਨਹਾ ਨੂੰ ਕੇ ਬਾਹਰ ਨਿਕਲ ਆਊਗਾ। ਪਰ ਅਸੀਂ ਸਮੁੰਦਰ ਸਮਝ ਲਿਆ, ਕੰਮ ਕਰਦੇ ਆ ਉਹਨੇ ਇੱਕ ਥਾਂ ਜੀ ਘੁੰਮ ਘੰਮ ਕੇ ਤੇ ਆਪਣੇ ਆਪ ਨੂੰ ਸਮਝਦੇ ਅਸੀਂ ਤਾਰੂ ਬਣ ਗਏ ਆ। ਪਰ ਤਾਰੂ ਉਹ ਨਹੀਂ ਹੁੰਦਾ, ਤਾਰੂ ਤਾਂ ਉਹ ਹੁੰਦੇ ਨੇ ਜਿਹੜੇ ਚੁੱਬੀਆਂ ਵੀ ਮਾਰਦੇ ਨੇ, ਰਤਨ ਅਮੋਲਕ ਵੀ ਚੁਣਦੇ ਨੇ। ਮੈਂ ਸੰਗਤ ਕੀਤੀ ਹੁੰਦੀ ਨਾ, ਮੈਂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਮੁੱਚੀ ਸੰਗਤ ਕੀਤੀ ਹੁੰਦੀ ਤੇ ਪਰਾਈ ਧਾਤ ਨਹੀਂ ਸੀ ਮੇਰੇ ਚ ਹੋਣੀ। ਮੇਰੇ ਅੰਦਰ ਗਲਾਨੀ ਮੁੱਕ ਚੁੱਕੀ ਹੋਣੀ ਸੀ, ਨਫ਼ਰਤਾਂ ਮੁੱਕ ਗਈਆਂ ਹੋਣੀਆਂ ਸੀ। ਸੋ ਨਫ਼ਰਤਾਂ ਅਜੇ ਸਾਡੇ ਅੰਦਰ ਹੈ ਨੇ। ਇਹਦਾ ਮਤਲਬ ਕਿ ਅਸੀਂ ਅਜੇ ਉਸ ਰਾਹ ਦੇ ਉਸ ਮੰਜ਼ਿਲ ਵੱਲ ਨਹੀਂ ਵੱਧ ਰਹੇ ਜਿਹੜੇ ਮੰਜ਼ਿਲ ਵੱਲ ਧਰਮ ਸਾਨੂੰ ਵਧਾਉਣਾ ਚਾਹੁੰਦਾ ਹੈ। ਜਿਹੜੀ ਨਫ਼ਰਤ ਅਸੀਂ ਮਨੁੱਖਤਾ ਦੇ ਵਿੱਚੋਂ ਖਤਮ ਕਰਨ ਲਈ ਤੁਰੇ ਸਾਂ, ਸੱਚ ਤਾਂ ਇਹ ਹੈ ਬਈ ਉਹ ਨਫ਼ਰਤ ਤੇ ਹੁਣ ਸਾਡੇ ਘਰਾਂ ਦੇ ਵਿੱਚ ਆ ਗਈ। ਅੱਜ ਸਿੱਖ ਦਾ ਵੈਰੀ ਹੋਇਆ। ਕਾਲੀ ਪੱਗ ਵਾਲਾ ਨੀਲੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ, ਕੇਸਰੀ ਪੱਗ ਵਾਲਾ ਚਿੱਟੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ। ਅਸੀਂ ਆਪੋ ਆਪਣੀਆਂ ਟਕਸਾਲਾਂ ਵਿੱਚ, ਆਪੋ ਆਪਣੀਆਂ ਸੁਸਾਇਟੀਆਂ ਵਿੱਚ, ਆਪੋ ਆਪਣੀਆਂ ਸੰਪਰਦਾਵਾਂ ਵਿੱਚ ਵੰਡੇ ਗਏ। ਗੁਰੂ ਦੀ ਗੱਲ ਕਿੱਥੇ ਰਹਿ ਗਈ? ਹੁਣ ਇੱਥੇ ਗੱਲ ਨੂੰ ਸਮਝਣਾ ਕਿ ਇਹਦਾ ਮਤਲਬ ਉਸ ਬੰਦੇ ਨੂੰ ਸਿੱਖੀ ਦੇ ਮੂਲ ਬਾਰੇ ਹੀ ਕੋਈ ਜਾਣਕਾਰੀ ਨਹੀਂ ਸੀ। ਅਜੇ ਵੀ ਉਹ ਗੁਰੂ ਨਾਨਕ ਦੇ ਘਰ ਨੂੰ ਜਿਹੜਾ ਉਹ ਹਿੰਦੂ ਫਕੀਰ ਕਹਿ ਰਿਹਾ। ਇਹਦਾ ਮਤਲਬ ਉਹ ਧਰਮ ਤੋਂ ਕਿੰਨਾ ਹੀਣਾ ਹੋਏਗਾ। ਮੈਂ ਤਾਂ ਕਹਿੰਦਾ ਸੰਸਾਰਿਕ ਤੌਰ ਤੇ ਵੀ ਅਕਬਰ ਆ ਚੁੱਕਾ ਸੀ। ਮੈਂ ਮਾਫ ਕਰਨਾ ਤੁਹਾਡੀ ਗੱਲ ਦੇ ਵਿੱਚ ਗੱਲ ਜੋੜਾਂ ਕਿ ਅਜੇ ਤੱਕ ਅਕਬਰ ਗੋਇੰਦਵਾਲ ਸਾਹਿਬ ਆ ਕੇ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਛਕ ਕੇ ਜਾ ਚੁੱਕਾ ਹੈ। ਅਕਬਰ ਆ ਚੁੱਕਾ ਸੀ। ਬਾਬਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਤਮਸਤਕ ਹੋ ਚੁੱਕਾ ਸੀ। ਹਮਾਯੂੰ ਗੁਰੂ ਅੰਗਦ ਦੇਵ ਜੀ ਨੂੰ ਪਛਾਣ ਚੁੱਕਾ ਸੀ ਜੀ। ਇਹ ਤਾਂ ਸਾਰੀ ਖੇਡ ਜਿਹੜੀ ਹੈ, ਉਹ ਗੱਲ ਉਹੀ ਜਿਹੜੀ ਆਪ ਜੀ ਨੇ ਥੋੜੀ ਦੇਰ ਪਹਿਲਾਂ ਕੀਤੀ ਸੀ ਕਿ ਉਹ ਪਿਆਲਿਆਂ ਦੇ ਵਿੱਚ ਤੇ ਸ਼ਬਾਬ ਦੇ ਵਿੱਚ ਹੀ ਸਾਰਾ ਸਮਾਂ ਉਹਨੇ ਗੁਜ਼ਾਰਿਆ ਹੋਇਆ ਸੀ। ਉਹਨੂੰ ਪਤਾ ਹੀ ਨਹੀਂ ਸੀ ਆਲੇ ਦੁਆਲੇ ਹੈ ਕੀ, ਉਹਨੂੰ ਪਤਾ ਹੀ ਨਹੀਂ ਸੀ। ਜੋ ਉਹਨੇ ਲਫ਼ਜ਼ ਵਰਤੇ ਹੈ ਕਿ ਦਰਿਆ ਬਿਆਸ ਦੇ ਕੰਢੇ ਇੱਕ ਹਿੰਦੂ ਫਕੀਰ ਜੋ ਝੂਠ ਦੀ ਹੱਟੀ ਖੋਲ ਕੇ ਬੈਠਾ। ਦੇਖੋ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦੇ ਘਰ ਨੂੰ ਝੂਠ ਦੀ ਹੱਟੀ ਕਿਹਾ ਗਿਆ। ਪਹਿਲੇ 5 ਜਾਮੇ ਵੀ ਸ਼ਸਤਰਧਾਰੀ ਸਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਜੀ ਤੱਕ ਸਾਡੇ ਸਿੱਖ ਇਤਿਹਾਸ ਨੂੰ ਪੜ੍ਹਨ ਦੀ, ਵਿਚਾਰਨ ਦੀ ਲੋੜ ਹੈ ਜੀ। ਸ਼ਸਤਰਧਾਰੀ ਸਨ, ਪਰ 5 ਪਾਤਸ਼ਾਹੀਆਂ ਨੇ ਸ਼ਸਤਰ ਪ੍ਰਗਟ ਨਹੀਂ ਸਨ ਕੀਤੇ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਗਰੀਬੀ ਗਦਾ ਹਮਾਰੀ
ਖੰਨਾ ਸਗਲ ਰੇਣ ਛਾਰੀ। ਜਦੋਂ ਤਖਤ ਤੇ ਬਿਰਾਜਮਾਨ ਹੋਏ ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਈਆਂ ਜਾਣ। ਸੱਚੇ ਪਾਤਸ਼ਾਹ ਅਸਲ ਦੇ ਵਿੱਚ ਇਹ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਸੀ। ਗੁਰੂ ਅਰਜਨ ਦੇਵ ਜੀ ਨੇ ਜਿਸ ਭਾਵਨਾ ਦੇ ਨਾਲ ਨਿਮਰਤਾ ਨੂੰ ਮੁੱਖ ਰੱਖ ਕੇ ਭਾਣੇ ਨੂੰ ਮਿੱਠਾ ਕਣ ਕੇ ਮੰਨਣ ਦੀ ਜਾਚ ਦਰਸਾਈ ਸੀ, ਤੇ ਸੱਚੇ ਪਾਤਸ਼ਾਹ ਜੀ ਨੇ ਜਿਸ ਸ਼ਾਂਤੀ ਦੇ ਨਾਲ ਸ਼ਹੀਦੀ ਦਿੱਤੀ, ਤੇ ਉਸ ਸ਼ਾਂਤੀ ਦੇ ਵਿੱਚੋਂ 6ਵੇਂ ਪਾਤਸ਼ਾਹ ਨੇ ਕ੍ਰਾਂਤੀ ਪ੍ਰਗਟ ਕੀਤੀ। ਸੋ ਅਸੀਂ ਬਲਿਹਾਰ ਜਾਈਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ, ਜਿਨ੍ਹਾਂ ਨੇ ਆਪ ਆਪਣੇ ਸਰੀਰ ਨੂੰ ਕੁਰਬਾਨ ਕਰਕੇ ਆਪਣੀ ਸ਼ਹੀਦੀ ਦੀ ਜੋ ਨੀਂਹ ਰੱਖ ਕੇ ਇੱਕ ਐਸਾ ਮਾਣ ਮੱਤਾ ਇਤਿਹਾਸ ਦਰਜ ਕਰ ਦਿੱਤਾ ਜਿਸ ਦੀ ਸਾਰੇ ਸੰਸਾਰ ਦੇ ਵਿੱਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਤੇ ਇੱਥੇ ਮੀਰੀ ਜਿਹੜੀ ਆ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਸਾਨੂੰ ਗੁਰੂ ਕੀ ਬਾਣੀ ਦੇ ਵਿੱਚ ਉਹਦੇ ਵਾਸਤੇ ਵੀ ਰਸਤਾ ਦਰਸਾਇਆ ਕਿ ਅਸੀਂ ਉਹਦੇ ਲਈ ਲੇਲੜੀਆਂ ਨਹੀਂ ਕੱਢਣੀਆਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੇ ਇਤਿਹਾਸ ਦੇ ਵਿੱਚੋਂ ਜੇਕਰ ਆਪਾਂ ਦਰਸ਼ਨ ਕਰ ਰਹੇ ਹੋਣ ਨਾ, ਤੇ ਆਪਣਾ ਨਵਾਬ ਕਪੂਰ ਸਿੰਘ ਜੀ ਦਾ ਜੀਵਨ ਦੇਖ ਲਈਏ। ਜੇ ਅਸੀਂ ਗੁਰੂ ਵੱਲ ਮੁੱਖ ਕਰਕੇ ਚੱਲਾਂਗੇ ਨਾ, ਤੇ ਕੁਰਸੀਆਂ ਪਿੱਛੇ ਪਿੱਛੇ ਆਉਂਦੀਆਂ ਨੇ। ਤੇ ਉਹਨਾਂ ਦੀ ਇਸ ਸ਼ਹੀਦੀ ਤੋਂ ਇੰਸਪਾਇਰ ਹੋ ਕੇ ਮੈਂ ਸਮਝਦਾ ਕਿ ਹੁਣ ਤੱਕ ਲੱਖਾਂ ਹੀ ਸ਼ਹੀਦ ਜਿਹੜੇ ਨੇ ਗੁਰੂ ਘਰ ਦੇ ਅਜ਼ਮਤ ਦੇ ਵਾਸਤੇ ਹੋ ਚੁੱਕੇ ਨੇ। ਉਹਨਾਂ ਦੀ ਉਸ ਕੁਰਬਾਨੀ ਜਿਹੜੀ ਉਹ ਸਦਾ ਹੀ ਸਾਨੂੰ ਪ੍ਰੇਰਦੀ ਰਹੇਗੀ, ਤੇ ਨਾਲ ਹੀ ਸਾਨੂੰ ਇਹ ਵੀ ਪ੍ਰੇਰਦੀ ਰਹੇਗੀ ਕਿ ਜੇ ਤੁਹਾਡੇ ਅੰਦਰ ਹੈ ਨਾ ਗੁਰੂ ਦਾ ਪਿਆਰ ਆ, ਫਿਰ ਤਤੀਆਂ ਤਵੀਆਂ ਦੀ ਤਪਸ਼ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ। ਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਸੰਭਵ ਨਹੀਂ। ਕੇਵਲ ਗੱਲਾਂ ਕਰਨ ਵਾਲੇ ਕਦੇ ਆਪਣੇ ਲਹੂ ਨੂੰ ਕੁਰਬਾਨ ਨਹੀਂ ਕਰ ਸਕਦੇ, ਕਿਉਂਕਿ ਕੁਰਬਾਨੀ ਉੱਥੇ ਹੀ ਹੈ ਜਿੱਥੇ ਗੁਰਬਾਣੀ ਹੈ। ਕਿਸੇ ਕੋਲ ਨੋਟ ਹੈ, ਕਿਸੇ ਕੋਲ ਵੋਟ ਹੈ, ਸਾਡੇ ਕੋਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਓਟ ਹੈ। ਬਿਲਕੁਲ, ਅਸੀਂ ਉਸ ਓਟ ਦੇ ਨਾਲ ਜੁੜੇ ਆ, ਅਸੀਂ ਉਸੇ ਓਟ ਦੇ ਨਾਲ ਜੁੜੇ ਰਹਿਣਾ। ਆਸ ਓਟ ਪ੍ਰਭ ਤੋਰੀ, ਅਸੀਂ ਉਸ ਓਟ ਦੇ ਨਾਲ ਜੁੜੇ ਰਹੀਏ। ਤੇਰਾ ਕੀਆ ਮੀਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ। ਗੁਰੂ ਕੀ ਬਾਣੀ ਦੀ ਇਹ ਪਾਵਨ ਪਵਿੱਤਰ ਪੰਕਤੀ, ਜਿਸ ਦਾ ਕਿ ਅਸੀਂ ਅਕਸਰ ਪਾਠ ਵੀ ਕਰਦੇ ਹਾਂ, ਗਾਇਨ ਵੀ ਕਰਦੇ ਹਾਂ। ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰਤ ਸਦਾ ਸੰਭਾਲੇ। ਇੱਕ ਬੜਾ ਪਿਆਰਾ ਜਿਹਾ ਸ਼ਬਦ ਹੈ, ਪਰ ਇਸ ਦੇ ਅਰਥ ਇੰਨੇ ਕਿ ਗਹਿਰੇ ਹੋਣਗੇ ਸ਼ਾਇਦ ਆਪਾਂ ਕਦੀ ਸੋਚਿਆ ਵੀ ਨਹੀਂ ਹੋਏਗਾ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਉਹਨਾਂ ਦੀ ਉਸ ਮਹਾਨ ਸ਼ਹਾਦਤ ਨੂੰ ਅੱਜ ਅਸੀਂ ਪ੍ਰਣਾਮ ਨਮਨ ਕਰਨ ਜਾ ਰਹੇ ਹਾਂ। ਐਡਾ ਵੱਡਾ ਲਾਹੌਰ ਦੇ ਵਿੱਚ ਜੋ ਕਹਿਰ ਵਰਤਿਆ, ਉਸ ਯਾਦ ਨੂੰ ਆਪਣੇ ਜ਼ਿਹਨ ਦੇ ਵਿੱਚ ਲਿਆਉਣ ਦਾ ਇੱਕ ਨਿਮਾਣਾ ਜਿਹਾ ਉਪਰਾਲਾ ਕਰ ਰਹੇ ਹਾਂ ਜੀ। ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਕਥਾਵਾਚਕ ਦੇਹਰਾਦੂਨ ਵਾਲੇ ਜੁੜ ਚੁੱਕੇ ਨੇ। ਭਾਈ ਸਾਹਿਬ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਭਾਈ ਸਾਹਿਬ ਜੀ, ਅਸੀਂ ਚਾਹਾਂਗੇ ਕਿ ਸੱਚੇ ਪਾਤਸ਼ਾਹ ਬਾਣੀ ਦੇ ਬੋਹਿਤ ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਉਸ ਮਹਾਨ ਕੁਰਬਾਨੀ ਨੂੰ ਅੱਜ ਆਪ ਜੀ ਸਾਡੇ ਨਾਲ ਸਾਂਝਾ ਕਰੋ ਜੀ। ਸਤਿਗੁਰ ਦੀਨ ਦਿਆਲ, ਭਗਤ ਵਛਲ, ਕਿਰਪਾ ਨਿਧ, ਪੰਚਮ ਗੁਰਦੇਵ, ਨਿਰੰਕਾਰ ਦਾ ਨਿਜ ਸਰੂਪ, ਆਪ ਆਪੇ ਪਰਮੇਸ਼ਰ, ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੀ ਸਿਫਤ ਵਡਿਆਈ ਕੋਈ ਜਿਹਵਾ ਕਰ ਸਕੇ, ਇਹ ਸੰਭਵ ਨਹੀਂ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੇ ਵਿੱਚ ਪੰਚਮ ਪਾਤਸ਼ਾਹ ਦੀ ਵਡਿਆਈ ਕਰਦਿਆਂ ਭੱਟਾਂ ਨੇ ਬਾਕਮਾਲ ਬਚਨ ਉਚਾਰਨ ਕੀਤੇ ਨੇ ਜੀ। ਜਬ ਲਓ ਨਹੀਂ ਭਾਗ ਲਿਲਾਰ ਉਦੈ, ਤਬ ਲਓ ਭਰਬਤੇ ਫਿਰਤੇ ਬਹੁਤਾਇਓ ਜੀ। कल घोर समुंदर में बूढ़त थे, कबहू मिट है नहीं रे पछतायो। तत् विचार यह मथुरा, जग तारन को अवतार बनायो। जप्यो जिन अर्जन देव गुरु, फिर संकट जोन गर्भ न आयो। एक एक अखर दे विच उस वड्डे कीਆਂ ਵਡਿਆਈਆਂ ਨੂੰ
ਪਾਤਸ਼ਾਹ ਦੀ ਸਿਫਤ ਸਲਾਹ ਨੂੰ ਬਿਆਨ ਕਰਦਿਆਂ ਜੀ ਭੱਟਾ ਨੇ ਆਪਣੇ ਅੱਖੀ ਉਹ ਕਿਹੜੇ ਨਜ਼ਾਰੇ ਡਿੱਠੇ ਹੋਣਗੇ ਜੀ ਜੋ ਉਹਨਾਂ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋ ਗਏ ਤੇ ਸਦਾ ਲਈ ਅਮਰ ਹੋ ਗਏ। ਜਦੋਂ ਗੁਰੂ ਦੇ ਕੀਰਤਨੀਏ ਰਾਏ ਸੱਤੇ ਤੇ ਬਲਵੰਤ ਜੀ ਦਾ ਜ਼ਿਕਰ ਕਰਦੇ ਆ ਜੀ ਤੇ ਰਾਏ ਸੱਤੇ ਤੇ ਬਲਵੰਤ ਜੀ ਦੀ ਇੱਕ ਬਾਣੀ ਜੋ ਕਿ ਰਾਮਕਲੀ ਰਾਗ ਦੇ ਵਿੱਚ ਵਾਰ ਰੂਪ ਵਿੱਚ ਦਰਜ ਹੋਈ ਹੈ, ਇਸ ਲਈ ਇਹਨੂੰ ਰਾਮਕਲੀ ਕੀ ਵਾਰ ਵੀ ਕਿਹਾ ਜਾਂਦਾ ਹੈ। ਜੀ ਜੀ ਬਿਲਕੁਲ। ਅਖੰਡ ਕੀਰਤਨੀ ਜਥੇ ਦੇ ਦਮਦਮੀ ਟਕਸਾਲ ਦੇ ਪਿਆਰ ਵਾਲੇ ਸਿੱਖ ਨਿਤਨੇਮੀ ਸਿੱਖ ਇਸ ਬਾਣੀ ਨੂੰ ਨਿਤਾ ਪ੍ਰਤੀ ਪੜਿਆ ਕਰਦੇ ਨੇ ਜੀ ਜੀ। ਤੇ ਇਸ ਪਾਵਨ ਬਾਣੀ ਦੀ ਜਿਹੜੀ ਅਖੀਰਲੀ ਪੌੜੀ ਹੈ ਨਾ ਜੀ ਉਹ ਪੰਚਮ ਪਾਤਸ਼ਾਹ ਦੇ ਪਰਥਾਏ ਗੁਰੂ ਕੇ ਕੀਰਤਨੀਆਂ ਨੇ ਉਚਾਰਨ ਕੀਤੀ ਹੈ ਜੀ ਜੋ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਜੀ ਜੀ। ਚਾਰੇ ਜਾਗੇ ਚੌਂ ਜੁਗੀ ਪੰਚਾਇਣ ਆਪੇ ਹੋਆ ਆਪੀ ਨੇ ਆਪ ਸਾਜਿਓਨ ਆਪੇ ਹੀ ਥੰਮ ਖਲੋਆ ਜੀ ਆਪੇ ਪੱਟੀ ਕਲਮ ਆਪ ਲਿਖਣ ਹਰ ਹੋਆ ਸਭ ਉਮਤ ਆਵਣ ਜਾਵਣੀ ਆਪੇ ਹੀ ਨਵਾਂ ਨਰੋਆ ਤਖਤ ਬੈਠਾ ਅਰਜਨ ਗੁਰੂ ਸਤਿਗੁਰ ਕਾ ਖਿਵੈ ਚੰਦੋਆ ਉਗਵਣ ਤੇ ਅਥਮਣੋ ਚੌ ਚੱਕੀ ਕੀਨ ਲੋਆ ਜਿਨੀ ਗੁਰੂ ਨਾ ਸੇਵਿਓ ਮਨ ਮੁਖਾਂ ਪਿਆ ਮੋਆ ਦੂਣੀ ਚੌਣੀ ਕਰਾ ਮਾਤ ਸੱਚੇ ਕਾ ਸੱਚਾ ਢੋਆ ਚਾਰੇ ਜਾਗੇ ਚੌ ਜੁਗੀ ਪੰਚਾਇਣ ਆਪੇ ਹੋ। ਐਸੇ ਸਮਰੱਥ ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਸਿਫਤ ਸਲਾਹ ਕਰ ਸਕਾਂ ਸੱਚੇ ਪਾਤਸ਼ਾਹ ਐਸੀ ਤੌਫੀਕ ਬਖਸ਼ਣ। ਸਭ ਤੇ ਵੱਡ ਸਮਰੱਥ ਗੁਰਦੇਵ ਵੱਡੇ ਕੀਆਂ ਵਡਿਆਈਆਂ ਕਿਛ ਕਹਿਣਾ ਕਹਿਣ ਨਾ ਜਾਏ ਉਸ ਦੀਆਂ ਵਡਿਆਈਆਂ ਕੋਈ ਮਨੁੱਖ ਕੀ ਬਿਆਨ ਕਰੇ ਜੀ। ਸੋ ਧੰਨ ਪੰਚਮ ਪਾਤਸ਼ਾਹ ਜੋ ਧੰਨ ਸ੍ਰੀ ਗੁਰੂ ਰਾਮਦਾਸ ਜੀ ਦੇ ਪਾਵਨ ਗ੍ਰਹਿ ਵਿਖੇ ਬੀਬੀ ਭਾਨੀ ਜੀ ਦੇ ਕੁੱਖੋਂ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਉਹ ਪਾਵਨ ਧਰਤੀ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ ਸਾ ਧਰਤੀ ਪਈ ਹਰਿਆਵਲੀ ਜਿੱਥੇ ਮੇਰਾ ਸਤਿਗੁਰ ਬੈਠਾ ਆਏ। ਇਸ ਪਾਵਨ ਧਰਤੀ ਤੇ ਸਤਿਗੁਰਾਂ ਦਾ ਆਗਮਨ ਹੋਇਆ। ਸੱਚੇ ਪਾਤਸ਼ਾਹ ਨੇ ਬਾਲ ਉਮਰੇ ਹੀ ਗੁਰਮਤ ਦੀ ਵਿਦਿਆ ਆਪ ਆਪਣੇ ਨਾਨਾ ਜੀ ਪਾਸੋਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਪਾਸੋਂ ਪ੍ਰਾਪਤ ਕੀਤੀ। ਸੱਚੇ ਪਾਤਸ਼ਾਹ ਦਾ ਨਿਜ ਪਿਆਰ ਆਪਣੇ ਦੋਤਰੇ ਨੂੰ ਗੁਰਮਤ ਦੇ ਰੂਪ ਵਿੱਚ ਬਾਲ ਉਮਰੇ ਹੀ ਪ੍ਰਾਪਤ ਹੋਇਆ ਤੇ ਸਤਿਗੁਰ ਗੁਣੀ ਨਿਧਾਨ ਹੈ ਗੁਣ ਕਰ ਬਖਸ਼ੇ ਅਵਗਣੇ ਹਾਰੇ। ਐਸੇ ਗਰੀਬ ਨਿਵਾਸ ਦਾਤਾ ਜੀ ਦਾ ਜੋ ਜੀਵਨ ਤੇ ਜੀਵਨ ਦੀ ਵਿਲੱਖਣਤਾ ਉਹ ਬਾਲ ਉਮਰੇ ਹੀ ਪ੍ਰਗਟ ਹੋਣ ਲੱਗ ਪਈ ਕਿਉਂਕਿ ਪਿਤਾ ਗੁਰਦੇਵ ਧੰਨ ਧੰਨ ਸ੍ਰੀ ਗੁਰੂ ਅਮਰਦਾਸ ਜੀ ਜੋ ਰਿਸ਼ਤੇ ਵਿੱਚ ਪੰਚਮ ਪਾਤਸ਼ਾਹ ਦੇ ਨਾਨਾ ਜੀ ਸਨ ਉਹਨਾਂ ਦੀਆਂ ਰੱਜ ਕੇ ਜੋ ਅਸੀਸਾਂ ਜੋ ਪ੍ਰਾਪਤ ਹੋਈਆਂ ਗੁਰੂ ਪੂਰਾ ਕਿਸੇ ਦੇ ਸਿਰ ਸੀਸ ਤੇ ਹੱਥ ਰੱਖ ਦੇਵੇ ਉਹਨੂੰ ਸਮਰੱਥ ਬਣਾ ਦਿੰਦਾ ਹੈ ਤੇ ਗੁਰੂ ਨੇ ਆਪਣੇ ਦੋਤਰੇ ਨੂੰ ਕਿੰਨੀਆਂ ਬਖਸ਼ਿਸ਼ਾਂ ਤੇ ਰਹਿਮਤਾਂ ਵਰਤਾਈਆਂ ਹੁੰਦੀਆਂ। ਬਿਲਕੁਲ ਜੀ। ਦੋਏ ਥਾ ਪਾਣੀ ਕਾ ਬੋਏ ਥਾ ਦੋਏ ਥਾ ਬਾਣੀ ਕਾ ਬੋਏ ਥਾ ਇਹ ਬਚਨ ਤਾਂ ਸਤਿਗੁਰਾਂ ਨੇ ਤੀਜੇ ਜਾਮੇ ਵਿੱਚ ਪੰਚਮ ਪਾਤਸ਼ਾਹ ਦੇ ਬਾਲ ਉਮਰੇ ਹੀ ਕਰ ਦਿੱਤੇ ਸੀ। ਬਿਲਕੁਲ ਜੀ ਬਿਲਕੁਲ। ਤੇ ਉਸ ਤੋਂ ਬਾਅਦ ਬੀਬੀ ਭਾਨੀ ਵਰਗੀ ਮਾਤਾ ਇਹੋ ਜਿਹਾ ਇਤਿਹਾਸ ਰਚਿਆ ਮੇਰੇ ਸਤਿਗੁਰਾਂ ਨੇ ਤੇ ਇਹ ਅਸੀਸਾਂ ਬਰਕਤਾਂ ਜਿੱਥੇ ਬੀਬੀ ਭਾਨੀ ਜੀ ਤੋਂ ਪ੍ਰਾਪਤ ਹੋਈਆਂ ਉੱਥੇ ਨਾਲ ਹੀ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਕੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਅਟਲ ਅਥਾ ਅਤੋਲ ਤੂੰ ਤੇਰਾ ਅੰਤ ਨਾ ਪਾਰਾ ਵਾਰਿਆ। ਉਹ ਗੁਰੂ ਜਿਨੀ ਤੂੰ ਸੇਵਿਆ ਭਾਉ ਕਰ ਸੇ ਤੁਧ ਪਾਰ ਉਤਾਰਿਆ ਲੱਭ ਲੋਭ ਕਾਮ ਕੜੇ ਤੁਧ ਸਭ ਪਰਵਾਰਿਆ ਧਨ ਸੁ ਤੇਰਾ ਸੱਚ ਤੇਰਾ ਪੈਸ ਕਰਿਆ। ਰਾਮਦਾਸ ਜੀ ਕੌਣ ਨੇ? ਨਾਨਕ ਤੂੰ ਲਹਿਣਾ ਤੂੰ ਹੈ ਗੁਰ ਅਮਰ ਤੂੰ ਵਿਚਾਰਿਆ ਜੀ ਗੁਰ ਡਿਠਾ ਤਾ ਮਨ ਸਦ ਹਰਿਆ। ਐਸੇ ਮੇਰੇ ਪਰਮ ਗੁਰਦੇਵ ਪਰਮ ਦਿਆਲ ਲਾਲ ਪੰਚਮ ਪਾਤਸ਼ਾਹ ਜੋ ਬਾਲ ਉਮਰੇ ਹੀ ਇਸ ਗੁਰਮਤ ਦੇ
ਗੋਜ ਗਿਆਤਾ ਹੋ ਗਏ ਸਨ। ਜੀ ਇਸ ਬਾਲ ਉਮਰੇ ਹੀ ਸੱਚੇ ਪਾਤਸ਼ਾਹ ਨੂੰ ਉਹ ਨਿਆਮਤਾਂ ਤੇ ਬਰਕਤਾਂ ਗੁਰੂ ਘਰੋਂ ਪ੍ਰਾਪਤ ਹੋਈਆਂ ਜੋ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਉਦਾਹਰਣ ਪੇਸ਼ ਕਰਦੀ ਹੈ। ਬਿਲਕੁਲ ਭਾਈ ਸਾਹਿਬ ਜੀ, ਇਹ ਬਹੁਤ ਵੱਡੀ ਜਿਹੜਾ ਆਪ ਜੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਨੇ ਜੋ ਸਿੱਖੀ ਦਾ ਬੂਟਾ ਲਾਇਆ ਨਾ ਜੀ, ਜਿਵੇਂ ਭਾਈ ਗੁਰਦਾਸ ਜੀ ਦਾ ਬਚਨ ਹੈ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਜੀ ਇਸ ਨਿਰਮਲ ਪੰਥ ਦੀ ਨੀਂਹ ਜੋ ਆਪ ਆਪੇ ਪਰਮੇਸ਼ਰ ਆਦ ਗੁਰੂ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਨੇ ਰੱਖੀ ਸੀ ਤੇ ਸਮੁੱਚੇ ਜਗਤ ਵਿੱਚ ਸੱਚ ਦਾ ਹੋਕਾ ਦਿੱਤਾ। ਜੀ ਸਮੁੱਚੇ ਜਗਤ ਨੂੰ ਇੱਕੋ ਪਰਮੇਸ਼ਵਰ ਦਾ ਪਰਿਵਾਰ ਦਰਸਾ ਕੇ ਆਪਣੀ ਗਲਵਕੜੀ ਨਾਲ ਲਾਇਆ। ਨਾ ਕੋ ਬਹਿਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਨੇ ਆਈ। ਐਸੀ ਵਿਚਾਰਧਾਰਾ ਨੂੰ ਸਾਰੇ ਜਗਤ ਵਿੱਚ ਵੰਡਿਆ। ਛੇਬਰਾਂ ਲਾਈਆਂ ਬਾਬੇ ਨਾਨਕ ਨੇ। ਬਿਲਕੁਲ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਨੇ ਆਪਣੀ ਸਿਆਣਪ ਦੇ ਨਾਲ ਤੇ ਗੁਰੂ ਨਾਨਕ ਦੀਆਂ ਬਖਸ਼ਿਸ਼ ਕੀਤੀਆਂ ਹੋਈਆਂ ਬਰਕਤਾਂ ਦੇ ਨਾਲ ਇਸ ਬੂਟੇ ਨੂੰ ਸਿੰਜਿਆ। ਬੈਠ ਖਡੂਰੇ ਜੋਤ ਜਗਾਈ। ਖਡੂਰ ਸਾਹਿਬ ਦੀ ਧਰਤੀ ਤੇ ਸਤਿਗੁਰਾਂ ਨੇ ਸਿੱਖੀ ਦਾ ਰੱਜ ਕੇ ਪ੍ਰਚਾਰ ਕੀਤਾ ਤੇ ਫੇਰ ਵਾਰੀ ਆਈ ਤੀਜੇ ਪਾਤਸ਼ਾਹ ਦੀ, ਜਿਨ੍ਹਾਂ ਨੇ ਸੇਵਾ ਤੇ ਸਿਮਰਨ ਦਾ ਸਦਕਾ ਇੱਕ ਐਸੀ ਸੇਵਾ ਤੇ ਸਿਮਰਨ ਦੀ ਬਾ ਕਮਾਲ ਮੂਰਤ ਪੇਸ਼ ਕੀਤੀ ਤੇ ਬਾਬੇ ਨਾਨਕ ਦੇ ਲਾਏ ਹੋਏ ਇਸ ਸਿੱਖੀ ਦੇ ਬੂਟੇ ਨੂੰ ਬੜੇ ਪਿਆਰ ਦੇ ਨਾਲ ਸਿੰਜਿਆ। ਤੇ ਫੇਰ ਵਾਰੀ ਆਈ ਭਾਈ ਜੇਠਾ ਜੀ ਦੀ, ਜੋ ਗੁਰੂ ਅਮਰਦਾਸ ਜੀ ਨੇ ਗੁਰੂ ਰਾਮਦਾਸ ਥਾਪੇ ਤੇ ਮੇਰੇ ਸੋਢੀ ਸੁਲਤਾਨ ਸੱਚੇ ਪਾਤਸ਼ਾਹ ਜ਼ਾਹਰ ਪੀਰ ਆਪ ਉਹਨਾਂ ਨੇ ਨਿਮਰਤਾ ਦੇ ਨਾਲ ਇਸ ਸਿੱਖੀ ਦੇ ਬੂਟੇ ਨੂੰ ਸਿੰਜ ਕੇ ਇੱਕ ਘੜ ਛਾਵਾਂ ਬ੍ਰਿਛ ਬਣਾ ਦਿੱਤਾ। ਜਦੋਂ ਪੰਚਮ ਪਾਤਸ਼ਾਹ ਗੁਰਤਾ ਗੱਦੀ ਤੇ ਵਿਰਾਜਮਾਨ ਹੋਏ ਨਾ, ਤਾਂ ਤੱਕ ਸਿੱਖੀ ਦਾ ਬਹੁਤ ਪ੍ਰਚਾਰ ਹੋ ਚੁੱਕਿਆ ਸੀ। ਹਰ ਪਾਸੇ ਸਿੱਖੀ ਦੀਆਂ ਧੁੰਮਾਂ ਪਈਆਂ ਹੋਈਆਂ ਸੀ। ਬਿਲਕੁਲ ਭਾਈ ਸਾਹਿਬ, ਹੁਣ ਲੋੜ ਸੀ ਲਹੂ ਦੇ ਨਾਲ ਇਸ ਬੂਟੇ ਨੂੰ ਸਿੰਜਣ ਦੀ, ਤਾਂ ਜੇ ਇਹਦੀਆਂ ਜਿਹੜੀਆਂ ਜੜ੍ਹਾਂ ਨੇ ਹੋਰ ਡੂੰਘੀਆਂ ਹੋਣ, ਮਜ਼ਬੂਤ ਹੋਣ। ਹੁਣ ਵਾਰੀ ਆਈ ਪੰਚਮ ਪਾਤਸ਼ਾਹ ਦੀ, ਜਿਨ੍ਹਾਂ ਨੇ ਪਹਿਲੀਆਂ 4 ਪਾਤਸ਼ਾਹੀਆਂ ਤੋਂ ਸੇਵਾ, ਸਿਮਰਨ, ਨਿਮਰਤਾ ਤੇ ਆਪ ਕਰਨੀ ਤੇ ਕਥਨੀ ਦੇ ਪ੍ਰਧਾਨ ਹੋ ਕੇ ਇਸ ਬੂਟੇ ਨੂੰ ਸਿੰਜਿਆ ਤੇ ਜਿਸ ਦੀ ਖੁਸ਼ਬੂ, ਜਿਸ ਦੇ ਫਲ ਸਾਰੇ ਜਗਤ ਨੇ ਪ੍ਰਾਪਤ ਕੀਤੇ ਤੇ ਇਸ ਘਣ ਛਾਵੇਂ ਬੂਟੇ ਨੂੰ ਸਾਰੇ ਜਗਤ ਨੇ ਮਾਣੇ। ਸੋ ਬਿਲਕੁਲ ਭਾਈ ਸਾਹਿਬ ਜੀ, ਇਸ ਘਣ ਛਾਵੇਂ ਬੂਟੇ ਦੀ ਜਿਹੜੀ ਛਾਂ ਆ, ਸੰਘਣੀ ਛਾਂ, ਉਹ ਉਸ ਵਕਤ ਸਾਰੀਆਂ ਸੰਗਤਾਂ ਮਾਣਦੀਆਂ ਪਈਆਂ ਸਨ। ਇਸ ਗੱਲ ਦੇ ਵਿੱਚ ਕੋਈ ਸ਼ੱਕ ਨਹੀਂ। ਸਤਿਗੁਰ ਸੱਚੇ ਪਾਤਸ਼ਾਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਾਡੇ ਉਸ ਪਵਿੱਤਰ ਅਸਥਾਨ ਦੇ ਉੱਤੇ, ਜਿੱਥੇ ਮਹਾਰਾਜ ਨੇ ਪ੍ਰਕਾਸ਼ ਕੀਤਾ, ਸੰਤਾਂ ਕੇ ਕਾਰਜ ਆਪ ਖਲੋਆ ਹਰ ਕੰਮ ਕਰਾਵਣ ਆਇਆ ਰਾਮ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਵੇਖੋ, ਜਿਹੜੇ ਆਪ ਜੀ ਨੇ ਹੁਣੇ ਵਿਚਾਰ ਸਾਂਝੇ ਕੀਤੇ ਨੇ ਕਿ ਸਾਡਾ ਕੇਂਦਰੀ ਅਸਥਾਨ ਵੀ ਸਥਾਪਿਤ ਹੋ ਗਿਆ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਵੀ ਹੋ ਚੁੱਕੀ ਸੀ ਬਹੁਤ ਵੱਡੇ ਪੱਧਰ ਦੇ ਉੱਤੇ, ਮੈਂ ਸਮਝਦਾ, ਕਿਉਂਕਿ ਗੁਰਮੁਖੀ ਦਾ ਵਿਕਾਸ ਵੀ ਹੋ ਚੁੱਕਾ ਸੀ ਉਸ ਵੇਲੇ ਤੱਕ। ਸੋ ਸਿੱਖ ਪੰਥ ਨੂੰ ਪੂਰਨ ਰੂਪ ਵਿੱਚ ਸਥਾਪਿਤ ਕੀਤਾ ਜਾ ਚੁੱਕਾ ਸੀ ਉਸ ਵਕਤ ਤੱਕ, ਜਿਹੜੀ ਆਪ ਜੀ ਵਿਚਾਰ ਸਾਂਝੀ ਕਰਦੇ ਪਏ। ਜੀ ਭਾਈ ਸਾਹਿਬ ਜੀ, ਅਸਲ ਵਿੱਚ ਸੱਚਾਈ ਦਾ ਤੇ ਬੁਰਾਈ ਦਾ ਆਦਿ ਕਾਲ ਤੋਂ ਹੀ ਜਿਹੜਾ ਹੈ ਵਿਵਾਦ ਰਿਹਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਤਿਗੁਰ ਸੱਚੇ ਪਾਤਸ਼ਾਹ ਜੋ ਜਗਤ ਜਲੰਧਿਆਂ ਨੂੰ ਤਾਰਨ ਦੀ ਖਾਤਰ ਇਸ ਧਰਤੀ ਤੇ ਪ੍ਰਗਟ ਹੋਏ ਤੇ ਸੱਚ ਦਾ ਹੋਕਾ ਦਿੱਤਾ। ਸਮੇਂ ਦੀਆਂ ਸਰਕਾਰਾਂ ਨੂੰ ਕਦੇ ਵੀ ਸੱਚ ਬਰਦਾਸ਼ਤ ਨਹੀਂ ਹੁੰਦਾ। ਸੋ ਇਸ ਕਰਕੇ ਪਹਿਲੇ ਜਾਮੇ ਦੀ ਜੋ ਵਿਚਾਰਧਾਰਾ ਸੀ, ਇਹਦੇ ਵਿੱਚ ਖੜਾਕ ਪੈਣ ਲੱਗਾ, ਕਿਉਂਕਿ ਸਮੇਂ ਦੀਆਂ ਸਰਕਾਰਾਂ ਸੱਚ ਨੂੰ ਬਰਦਾਸ਼ਤ ਨਹੀਂ ਕਰਦੀਆਂ। ਜਦੋਂ ਤੱਕ ਬਾਬਰ ਨੇ ਬਾਬੇ ਨਾਨਕ ਨੂੰ ਨਹੀਂ ਸੀ ਪਛਾਣਿਆ ਤੇ ਬਾਬੇ ਨਾਨਕ ਨੂੰ ਵੀ ਬੰਦੀਖਾਨੇ ਪਾ ਦਿੱਤਾ। ਤੇ ਜਦੋਂ ਗੁਰੂ ਅੰਗਦ ਦੇਵ ਜੀ ਸੱਚੇ ਪਾਤਸ਼ਾਹ ਤਖਤ ਤੇ ਵਿਰਾਜਮਾਨ ਸਨ, ਤਖਤ ਵਏ ਤਖਤੇ ਕੇ ਲਾਇਕ, ਜਦੋਂ ਗੁਰੂ ਅੰਗਦ ਦੇਵ ਜੀ ਵਿਰਾਜਮਾਨ ਸਨ ਤੇ ਬਾਬਰ ਦਾ ਪੁੱਤਰ ਹਮਾਯੂ ਜਦੋਂ ਸ਼ੇਰ ਸ਼ਾਹ ਸੂਰੀ ਤੋਂ ਹਾਰ ਕੇ ਖਡੂਰ ਸਾਹਿਬ ਦੇ ਕੋਲੋਂ ਲੰਘ ਰਿਹਾ ਸੀ ਤੇ ਇਤਿਹਾਸ ਗਵਾਹ ਹੈ ਕਿ ਵੀ ਗੁਰੂ ਅੰਗਦ ਦੇਵ ਜੀ ਦੇ ਤਲਵਾਰ ਕੱਢ ਲਈ, ਕਿਉਂਕਿ ਇਹ ਪਰੰਪਰਾ ਹੈ। ਝੂਠ ਤੇ ਸੱਚ ਦਾ ਜੋ ਝਗੜਾ ਹੈ, ਇਹ ਆਦਿ ਕਾਲ ਤੋਂ ਤੁਰਦਾ ਆ ਰਿਹਾ ਹੈ। ਗੁਰੂ ਨਾਨਕ ਹੈ ਸੱਤ ਸਰੂਪ ਤੇ ਅਜੋਕੇ ਸਮੇਂ ਤੱਕ ਵੀ ਵੇਖੀਏ, ਸਮੇਂ ਦੀਆਂ ਝੂਠੀਆਂ ਸਰਕਾਰਾਂ ਨੂੰ ਕਦੇ ਵੀ ਬਾਬੇ ਨਾਨਕ ਦੇ ਦਰ ਘਰ ਦੇ ਨਾਲ ਸਾਂਝ ਪਾਉਣ ਦਾ ਚਾਹ ਹੀ ਪੈਦਾ ਨਹੀਂ ਹੋਇਆ, ਕਿਉਂਕਿ ਉਹਨਾਂ ਦਾ ਸਮੇਂ ਦੀਆਂ ਸਰਕਾਰਾਂ ਦਾ ਜੋ ਮੂਲ ਹੈ ਉਹ ਝੂਠ ਤੇ ਟਿਕਿਆ ਹੋਇਆ ਹੈ।
ਤੇ ਇਹ ਹੈ ਸੱਚੇ ਕਾ ਸੱਚਾ ਢੋਆ, ਹੈ ਨਾ। ਤੇ ਇਸ ਕਰਕੇ ਧੰਨ ਪੰਚਮ ਪਾਤਸ਼ਾਹ ਨੇ ਜਦੋਂ ਸਨ 1600 ਤੇ 1604 ਦੇ ਵਿੱਚ ਆਦ ਬੀੜ ਦੀ ਜਦੋਂ ਸੰਪਾਦਨਾ ਸੰਪੂਰਨ ਹੋਈ ਤੇ ਸੱਚੇ ਪਾਤਸ਼ਾਹ ਨੇ 1604 ਦੇ ਵਿੱਚ ਹਰਮੰਦਰ ਸਾਹਿਬ ਦੇ ਵਿੱਚ ਆਦ ਬੀੜ ਦਾ ਪ੍ਰਕਾਸ਼ ਕੀਤਾ। ਇੱਥੇ ਇੱਕ ਗੱਲ ਜ਼ਰੂਰ ਕਰਨ ਵਾਲੀ ਹੈ, ਜਦੋਂ ਪੰਚਮ ਪਾਤਸ਼ਾਹ ਦੇਖੋ ਕੈਸੇ ਤ੍ਰੈਕਾਲਦਰਸ਼ੀ ਨੇ, ਅੱਜ ਪੰਚਮ ਪਾਤਸ਼ਾਹ ਦੀ ਗੱਲ ਕਰ ਰਹੇ ਹਾਂ, ਜਦੋਂ ਜੀ ਅਜੇ ਹਰਮੰਦਰ ਸਾਹਿਬ ਦੀ ਨੀਂਹ ਰੱਖਣੀ ਸੀ ਨਾ, ਤੇ ਇਹ ਤਾਂ ਅਸੀਂ ਸਾਰੇ ਜਾਣਦੇ ਹਾਂ ਬਈ ਸੱਚੇ ਪਾਤਸ਼ਾਹ ਜੀ ਨੇ ਸਾਈਂ ਮੀਆਂ ਮੀਰ ਜੀ ਤੋਂ ਹਰਮੰਦਰ ਦੀ ਨੀਂਹ ਰਖਵਾਈ। ਪਰ ਕਈ ਜਿਹੜੇ ਸਿੱਖ ਗੁਰੂ ਦੀ ਵਡਿਆਈ ਨੂੰ ਨਹੀਂ ਜਾਣਦੇ, ਕਈ ਵਾਰ ਉਹਨਾਂ ਦੇ ਅੰਦਰ ਇੱਕ ਸਵਾਲ ਆਉਂਦਾ ਹੈ ਬਈ ਉਸ ਸਮੇਂ ਬੜੇ ਬ੍ਰਹਮ ਗਿਆਨੀ, ਆਖਰ ਗੁਰੂ ਸਾਹਿਬ ਨੇ ਸਾਈਂ ਮੀਆਂ ਮੀਰ ਨੂੰ ਹੀ ਕਿਉਂ ਚੁਣਿਆ? ਭਾਈ ਬੁੱਢਾ ਜੀ ਵਰਗੇ ਬ੍ਰਹਮ ਗਿਆਨੀ, ਭਾਈ ਗੁਰਦਾਸ ਜੀ ਵਰਗੇ ਬ੍ਰਹਮ ਗਿਆਨੀ, ਭਾਈ ਬਹਿਲੋ ਜੀ ਵਰਗੇ, ਜਾਂ ਹੋਰ ਐਸੀਆਂ ਪੰਥਕ ਮਹਾਨ ਹਸਤੀਆਂ ਜੋ ਗੁਰੂ ਸਾਹਿਬ ਦੇ ਵੇਲੇ ਸਿੱਖੀ ਦਾ ਪ੍ਰਚਾਰ ਕਰ ਰਹੀਆਂ ਸਨ, ਜੋ ਗੁਰੂ ਸਾਹਿਬ ਦੇ ਬਹੁਤ ਨਜ਼ਦੀਕੀ ਸਨ। ਜੀ ਜੀ, ਇਸ ਗੱਲ ਨੂੰ ਸਮਝਣ ਲਈ ਸੱਚੇ ਪਾਤਸ਼ਾਹ ਦੇ ਤ੍ਰੈਕਾਲਦਰਸ਼ੀ ਵਾਲੇ ਗੁਣ ਨੂੰ ਜਾਣਨਾ ਪਏਗਾ। ਸੱਚੇ ਪਾਤਸ਼ਾਹ ਜੀ ਨੇ ਇਸ ਹਰਮੰਦਰ ਦੇ ਨੀਂਹ ਰੱਖਣ ਦੇ ਲਈ ਭਾਈ ਸਾਈਂ ਮੀਆਂ ਮੀਰ ਜੀ ਨੂੰ ਕਿਉਂ ਚੁਣਿਆ? ਕਿਉਂਕਿ ਇੱਕ ਤਾਂ ਸਤਿਗੁਰੂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਗੁਰੂ ਨਾਨਕ ਨੇ ਨਾ ਕੋ ਬੈਰੀ ਨਾ ਹੈ ਬੇਗਾਨਾ, ਸਗਲ ਸੰਗ ਹਮਕੋ ਬਣਾਈ, ਇਸ ਉਪਦੇਸ਼ ਦੇ ਨਾਲ ਹੀ ਸਾਰੇ ਜਗਤ ਨੂੰ ਸੱਚ ਦਾ ਮਾਰਗ ਦਰਸਾਇਆ। ਤੇ ਪੰਚਮ ਪਾਤਸ਼ਾਹ ਕਿਉਂਕਿ ਜਾਣਦੇ ਸਨ ਇਹ ਇਤਿਹਾਸ ਸਮਾਜ ਅੱਜ ਸਾਡੇ ਮੁਸਲਮਾਨ ਭਰਾਵਾਂ ਦੇ ਨਾਲ ਸਾਈਂ ਮੀਆਂ ਮੀਰ ਜੀ ਨੂੰ ਸਦਾ ਭੇਜਣਾ ਸੀ ਹਰਮੰਦਰ ਦਾ ਨੀਂਹ ਰੱਖਣ ਵਾਸਤੇ। ਉਸ ਵੇਲੇ ਸਾਈਂ ਮੀਆਂ ਮੀਰ ਜੀ ਲਾਹੌਰ ਦੀ ਧਰਤੀ ਤੇ ਵਿਚਰ ਰਹੇ ਸਨ, 5 ਵਕਤ ਦੇ ਨਮਾਜ਼ੀ, ਅੱਲਾਹ ਪਾਕ ਦੇ ਬੜੇ ਪਿਆਰੇ ਮੁਸਲਮਾਨ, ਜੋ ਕੁਰਾਨੇ ਪਾਕ ਤੇ ਭਰੋਸਾ ਰੱਖਣ ਵਾਲੇ। ਤੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਅੰਮ੍ਰਿਤਸਰ ਸਾਹਿਬ ਦੀ ਧਰਤੀ ਸਨ, ਤੇ ਉਸ ਸਮੇਂ ਸਤਿਗੁਰੂ ਕੇਵਲ ਸਦਾ ਭੇਜਦੇ ਤੇ ਸਾਈਂ ਮੀਆਂ ਮੀਰ ਜੀ ਨੇ ਤਾਂ ਵੀ ਆਉਣਾ ਸੀ, ਕਿਉਂਕਿ ਗੁਰੂ ਅਰਜਨ ਦੇਵ ਜੀ ਦਾ ਬੜਾ ਸਤਿਕਾਰ ਕਰਦੇ ਸਨ। ਸਤਿਗੁਰਾਂ ਨੇ ਅੰਮ੍ਰਿਤਸਰ ਸਾਹਿਬ ਤੋਂ 101 ਸਿੱਖਾਂ ਦਾ ਜੱਥਾ ਭੇਜਿਆ, 101 ਸਿੱਖ ਜੋ ਲਾਹੌਰ ਸਾਈਂ ਮੀਆਂ ਮੀਰ ਜੀ ਨੂੰ ਸੱਦਾ ਦੇਣ ਲਈ ਗਏ। ਜਦੋਂ ਸਾਈਂ ਮੀਆਂ ਮੀਰ ਜੀ ਗੁਰੂ ਅਰਜਨ ਦੇਵ ਜੀ ਦਾ ਸੱਦਾ ਪਾ ਕੇ ਆਪਣੇ ਆਪ ਨੂੰ ਵਡਭਾਗਾ ਮਹਿਸੂਸ ਕਰਦਿਆਂ ਹੋਇਆ ਤੁਰਨ ਲੱਗੇ ਨਾ, ਤੇ ਉਹ 101 ਸਿੱਖਾਂ ਦੇ ਜੱਥੇ ਨੇ ਰੋਕਿਆ, ਕਹਿੰਦੇ ਸਾਈਂ ਜੀ ਤੁਸਾਂ ਇਦਾਂ ਨਹੀਂ ਜਾਣਾ, ਸਾਨੂੰ ਪੰਚਮ ਪਾਤਸ਼ਾਹ ਦਾ ਹੁਕਮ ਹੈ ਸਾਈਂ ਜੀ ਨੂੰ ਪਾਲਕੀ ਤੇ ਵਿਰਾਜਮਾਨ ਕਰਾ ਕੇ ਤੇ ਮੋਢਿਆਂ ਤੇ ਸਵਾਰ ਕਰਕੇ ਲਿਆਉਣਾ। 101 ਸਿੱਖ ਸਾਈਂ ਮੀਆਂ ਮੀਰ ਜੀ ਨੇ ਮੋਢਿਆਂ ਤੇ ਪਾਲਕੀ ਜਿਹੜੀ ਹੈ ਉਹ ਲੈ ਕੇ ਤੇ ਅੰਮ੍ਰਿਤਸਰ ਸਾਹਿਬ ਪੁੱਜੇ। ਇਹ ਚੀਜ਼ਾਂ ਇਤਿਹਾਸ ਤੋਂ ਅਣਗੋਲੀਆਂ ਨੇ। ਕਾਸ਼ ਅਸੀਂ ਆਪਣੇ ਇਤਿਹਾਸ ਦਾ ਇਮਾਨਦਾਰੀ ਦੇ ਨਾਲ ਪ੍ਰਚਾਰ ਕਰਦੇ ਤਾਂ ਜੋ ਦੁਨੀਆ ਜਾਣ ਸਕਦੀ ਕਿ ਗੁਰੂ ਬਾਬਾ ਜੀ ਨੇ ਸਾਰੇ ਧਰਮਾਂ ਦਾ ਕਿਵੇਂ ਸਤਿਕਾਰ ਕਰਨਾ ਸਿਖਾਇਆ। ਹੁਣ ਇੱਥੇ ਸਵਾਲ ਫੇਰ ਬਰਕਰਾਰ ਹੈ ਕਿ ਸਾਈਂ ਮੀਆਂ ਮੀਰ ਜੀ ਹੀ ਕਿਉਂ? ਅਸਲ ਵਿੱਚ ਸਤਿਗੁਰੂ ਤ੍ਰੈਕਾਲਦਰਸ਼ੀ ਨੇ, ਤਿੰਨਾਂ ਭਾਵਨਾ ਦੀ ਸੋਝੀ ਰੱਖਦੇ ਨੇ। ਹਰ ਸਮੇਂ ਆਉਣ ਵਾਲੇ ਸਮੇਂ 'ਚ ਕੀ ਹੋਣਾ ਸਤਿਗੁਰੂ ਭਲੀ ਭਾਂਤ ਜਾਣਦੇ ਸਨ। ਸੱਚੇ ਪਾਤਸ਼ਾਹ ਨੇ ਲਾਹੌਰ ਵਿੱਚ ਵਸਦੇ ਹੋਏ ਸਾਈਂ ਮੀਆਂ ਮੀਰ ਜੀ ਦੀ ਚੋਣ ਇਸ ਕਰਕੇ ਕੀਤੀ, ਉਹ ਜਾਣਦੇ ਸਨ ਅੱਜ ਅੰਮ੍ਰਿਤਸਰ ਸਾਹਿਬ ਹਰਮੰਦਰ ਦੀ ਨੀਂਹ ਰੱਖਣ ਵਾਸਤੇ ਅੱਜ ਲਾਹੌਰ ਤੋਂ ਇੱਕ ਖੁਦਾ ਦੇ ਪਿਆਰੇ ਮੁਸਲਮਾਨ ਨੂੰ ਸਾਈਂ ਮੀਆਂ ਮੀਰ ਨੂੰ ਸੱਦਾ ਭੇਜਿਆ, ਜੋ ਲਾਹੌਰ ਤੋਂ ਚੱਲ ਕੇ ਅੰਮ੍ਰਿਤਸਰ ਹਰਮੰਦਰ ਦੀ ਨੀਂਹ ਰੱਖਣ ਆ ਰਹੇ ਨੇ। ਕੱਲ ਸਮਾਂ ਆਉਣਾ ਹੈ ਤੇ ਸ਼ਹੀਦੀ ਪਰੰਪਰਾ ਦੀ ਨੀਂਹ ਰੱਖਣ ਵਾਸਤੇ ਜਾਣ। ਸੱਚੇ ਪਾਤਸ਼ਾਹ ਕੈਸੇ ਦੂਰਦ੍ਰਿਸ਼ਟਾ ਸਾਈਂ ਮੀਆਂ ਮੀਰ, ਇੱਕ ਸਮਾਂ ਸੀ ਲਾਹੌਰ ਦੀ ਧਰਤੀ ਤੋਂ ਨੀਂਹ ਰੱਖਣ ਵਾਸਤੇ ਸਾਈਂ ਮੀਆਂ ਮੀਰ ਜੀ ਆਏ, ਤੇ ਇੱਕ ਸਮਾਂ ਸੀ ਅੰਮ੍ਰਿਤਸਰ ਦੀ ਧਰਤੀ ਤੋਂ ਗੁਰੂ ਸਾਹਿਬ ਲਾਹੌਰ ਗਏ ਸ਼ਹੀਦੀ ਪਰੰਪਰਾ ਦੀ ਨੀਂਹ ਰੱਖਣ ਵਾਸਤੇ। ਬਿਲਕੁਲ, ਮੈਂ ਸਮਝਦਾ ਕਿ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ, ਜਿਵੇਂ ਆਪ ਜੀ ਨੇ ਪਹਿਲਾਂ ਹੀ ਗੁਰਬਾਣੀ ਦਾ ਬਚਨ ਉਚਾਰਨ ਕੀਤਾ, ਵੱਡੇ ਕੀਆਂ ਵੱਡੇ ਹਈਆਂ ਕਿਛ ਕਹਿਣਾ ਕਹਿਣ ਨਾ ਜਾਏ। ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਗੁਰੂ ਬੇਅੰਤ ਹੈ, ਵੇਖੋ ਬੇਅੰਤ, ਐਡੀ ਵੱਡੀ ਵਡਿਆਈ ਹੈ ਮੇਰੇ ਸਾਹਿਬ ਦੀ। ਤੇ ਵੇਖੋ ਸਾਈਂ ਮੀਆਂ ਮੀਰ ਵਰਗੇ ਦਰਵੇਸ਼ ਜਿਹੜੇ ਨੇ, ਉਹਨਾਂ ਦੇ ਨਾਲ ਐਸੀਆਂ ਸਾਂਝਾਂ ਵੇਖੋ। ਅੱਜ ਕੁੱਲ ਇਸਲਾਮ ਜਗਤ ਦੇ ਵਿੱਚ ਈਦ ਮਨਾਈ ਜਾ ਰਹੀ ਹੈ, ਤੇ ਅੱਜ ਦੇ ਦਿਨ ਕੁਦਰਤੀ ਇਸ ਸਾਲ ਇਹ ਸਬੱਬ ਬਣ ਗਿਆ ਕਿ ਇੱਕੋ ਦਿਨ ਦੋਨੋਂ ਜਿਹੜੇ ਨੇ ਦਿਹਾੜੇ ਆਏ ਨੇ। ਤੇ ਮੈਂ ਸਮਝਦਾ ਅੱਜ ਸਾਈਂ ਮੀਆਂ ਮੀਰ ਜੀ ਨੂੰ ਵੀ ਆਪਾਂ ਸਾਰੇ ਯਾਦ ਕਰਦੇ ਪਏ ਆ ਤੇ ਬੰਦਗੀ ਕਰਦੇ ਨੇ। ਜਦੋਂ ਸਾਈਂ ਮੀਆਂ ਮੀਰ ਜੀ ਦਾ ਜ਼ਿਕਰ ਕਰਦੇ ਆ ਤੇ ਉਸ ਸਮੇਂ ਗੁਰੂ ਅਰਜਨ ਦੇਵ ਜੀ ਦਾ ਭਗਤ ਵਛਲ ਵਾਲਾ ਸਰੂਪ ਸਾਹਮਣੇ ਆਉਂਦਾ ਜੀ। ਐਸੇ ਭਗਤ ਵਛਲ ਜੇ ਮਾਣ ਦੇਣਾ ਸੀ ਤੇ ਬਾਬਾ ਬੁੱਢਾ ਜੀ ਨੂੰ ਕਿੰਨਾ ਮਾਣ ਦਿੱਤਾ, ਭਾਈ ਗੁਰਦਾਸ ਜੀ ਨੂੰ ਕਿੰਨਾ ਮਾਣ ਦਿੱਤਾ। ਜੇ ਮਾਣ ਦੇਣ ਤੇ ਆਏ ਤੇ ਸਾਈਂ ਮੀਆਂ ਮੀਰ ਨੂੰ ਵੀ ਬਖਸ਼ ਦਿੱਤਾ।
ਸਾਈਂ ਮੀਆਂ ਮੀਰ ਨੂੰ ਵੀ ਆਪਣੀ ਗਲਵਕੜੀ ਵਿੱਚ ਲੈ ਕੇ ਸਾਰੀ ਜ਼ਿੰਦਗੀ ਵਾਸਤੇ ਜਦੋਂ ਤੱਕ ਹਰਮੰਦਰ ਦਾ ਜ਼ਿਕਰ ਹੋਏਗਾ, ਸਾਈਂ ਮੀਆਂ ਮੀਰ ਦੇ ਰੱਖੇ ਹੋਏ ਨੀਂਹ ਪੱਥਰ ਦਾ ਜ਼ਿਕਰ ਵੀ ਨਾਲ ਨਾ ਹੋਇਆ ਕਰੇ। ਇਹ ਨੇ ਵੱਡੇ ਕੀਆਂ ਵਡਿਆਈਆਂ, ਕਿਛ ਕਹਿਣਾ ਨਾ ਜਾਏ। ਇਹ ਹੈ ਗੁਰੂ ਅਰਜਨ ਦੇਵ ਜੀ ਦਾ ਭਗਤ ਵਛਲ ਸਰੂਪ। ਹੁਣ ਸਮੇਂ ਦੀਆਂ ਸਰਕਾਰਾਂ, ਮੈਂ ਸਮਝਦਾ ਭਾਈ ਸਾਹਿਬ ਮਾਫ ਕਰਨਾ, ਤਾਂ ਅੱਗੇ ਵਧਣ ਤੋਂ ਪਹਿਲਾਂ ਨਾ ਇੱਕ ਬੜਾ ਜ਼ਰੂਰੀ ਨੁਕਤਾ ਜਿਹੜਾ ਤੁਸੀਂ ਵਿਚਾਰ ਕਰ ਰਹੇ ਹੋ ਨਾ, ਮੈਂ ਸਮਝਦਾ ਕਿ ਇਹਨਾਂ ਸਾਂਝਾਂ ਨੂੰ ਹੋਰ ਪੱਕਿਆਂ ਕਰਨ ਦੀ ਜ਼ਰੂਰਤ ਹੈ। ਆਪ ਜੀ ਨੇ ਵੀ ਥੋੜੀ ਦੇਰ ਪਹਿਲਾਂ ਵਿਚਾਰ ਇਸ ਤੇ ਥੋੜਾ ਜਿਹਾ ਵੇਖੋ, ਸਾਨੂੰ ਗੁਰੂ ਸਾਹਿਬ ਜੀ ਨੇ ਕਿੱਡਾ ਵੱਡਾ ਇੱਕ ਵਿਸ਼ਾਲ ਹਿਰਦਾ ਅਪਣਾਉਣ ਦਾ ਸੰਦੇਸ਼ ਜਿਹੜਾ ਇਸ ਘਟਨਾ ਦੇ ਰਾਹੀਂ ਹੀ ਦਿੱਤਾ ਹੈ ਕਿ ਆਪਣੇ ਸਭ ਤੋਂ ਪਵਿੱਤਰ ਸਥਾਨ ਉਹਨਾਂ ਨੂੰ ਪਤਾ ਸੀ ਕਿ ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ ਭਦੋ ਪੁਰਖ ਵਿਦਾਤੇ ਤਾਂ ਤੂੰ ਸੋਹਿਆ ਵਸਦੀ ਸਗਲ ਅਪਾਰ ਅਨੂਪ ਰਾਮਦਾਸ ਨਾਨਕ ਕਸਮ ਲਜਾਏ ਨਾਇਆ ਰਾਮਦਾਸ ਸਰ। ਵਾਹ। ਸੋ ਐਸੇ ਪਵਿੱਤਰ ਦਰ ਘਰ ਦੀ ਨੀਂਹ ਰੱਖਣੀ ਤੇ ਉਹਦੇ ਵਾਸਤੇ ਵੇਖੋ ਪਾਵਨ ਦਰ ਕਿਹੜਾ, ਇਹ ਪਾਵਨ ਦਰ ਕਿਹੜਾ ਕਿ ਜਦੋਂ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਨੇ ਸਰੋਵਰ ਦਾ ਟੱਕ ਲਾਇਆ ਸੀ ਨਾ, ਰਾਮਦਾਸ ਸਰੋਵਰ ਨਹਾਤੇ ਸਭ ਉਤਰੇ ਪਾਪ ਕਮਾਤੇ, ਜਦੋਂ ਸਰੋਵਰ ਦਾ ਟੱਕ ਲਾਇਆ, ਕਿਉਂਕਿ ਇਹ ਸਾਰੀ ਸੰਗਤ ਨੂੰ ਭਲੀ ਭਾਂਤ ਪਤਾ ਹੈ ਕਿ ਹਰਮੰਦਰ ਸਾਹਿਬ ਸਰੋਵਰ ਦਾ ਟੱਕ ਗੁਰੂ ਰਾਮਦਾਸ ਨੇ ਲਾਇਆ ਸੀ। ਤੇ ਸੱਚੇ ਪਾਤਸ਼ਾਹ ਜਦੋਂ ਸਰੀਰਕ ਜਾਮਾ ਤਿਆਗਣ ਦਾ ਸਮਾਂ ਆਇਆ ਤੇ ਪੰਚਮ ਪਾਤਸ਼ਾਹ ਨੂੰ ਜਦੋਂ ਗੁਰਤਾ ਗੱਦੀ ਤੇ ਵਿਰਾਜਮਾਨ ਕੀਤਾ ਤੇ ਇੱਕ ਬਚਨ ਬੜਾ ਕਮਾਲ ਦਾ ਕੀਤਾ ਸੀ ਚੌਥੇ ਪਾਤਸ਼ਾਹ ਨੇ। ਉਹਨਾਂ ਨੇ ਧੰਨ ਗੁਰੂ ਰਾਮਦਾਸ ਜੀ ਨੇ ਗੁਰੂ ਅਰਜਨ ਦੇਵ ਜੀ ਨੂੰ ਬਚਨ ਕੀਤਾ, ਇਸ ਸਰੋਵਰ ਦੀ ਸੇਵਾ ਸਾਡਾ ਨਿੱਜ ਜਿਹੜੇ ਸਰੋਵਰ ਤੇ ਕਿੰਤੂ ਕਰਦੇ ਨੇ, ਜਿਹੜੇ ਮਰਿਆਦਾ ਦੇ ਕਿੰਤੂ ਕਰਦੇ ਨੇ, ਕਾਸ਼ ਗੁਰੂ ਰਾਮਦਾਸ ਜੀ ਦੇ ਇਹਨਾਂ ਬਚਨਾਂ ਨੂੰ ਸੁਣ ਲੈਣ। ਕਮਾਉਣਾ ਤੇ ਬੜੀ ਵੱਡੀ ਬਾਤ ਹੈ, ਕਮਾ ਤਾਂ ਕੋਈ ਵਿਰਲਾ ਹੀ ਸਕਦਾ ਹੈ। ਗੁਰੂ ਰਾਮਦਾਸ ਜੀ ਦਾ ਬਚਨ ਕਿ ਇਸ ਸਰੋਵਰ ਦੀ ਸੇਵਾ ਸਾਡਾ ਨਿੱਜ ਸਰੂਪ ਜਾਣ ਕੇ ਕਰਨੀ, ਯਾਨੀ ਕਿ ਅੱਜ ਵੀ ਉਸ ਪਾਵਨ ਸਰੂਪ ਦੇ ਵਿੱਚ ਕਰਾਮਾਤਾਂ ਪ੍ਰਤੱਖ ਵਰਤ ਰਹੀਆਂ। ਬਿਲਕੁਲ ਬਿਲਕੁਲ, ਇਹ ਕਰਾਮਾਤਾਂ ਵਰਤ ਰਹੀਆਂ ਤੇ ਵਰਤਦੀਆਂ ਰਹਿਣੀਆਂ ਨੇ, ਸਦਾ ਵਰਤਦੀਆਂ ਰਹਿਣੀਆਂ। ਮੈਂ ਭਾਈ ਸਾਹਿਬ ਤੁਹਾਡਾ ਧਿਆਨ ਇਸ ਗੱਲ ਵੱਲ ਦਿਵਾ ਰਿਹਾ ਸੀ ਕਿ ਅਸੀਂ ਇਸ ਗੱਲ ਨੂੰ ਥੋੜਾ ਜਿਹਾ ਮੈਂ ਸਮਝਦਾ ਕਿ ਪਿੱਛੇ ਪਾਇਆ ਹੋਇਆ। ਠੀਕ ਹੈ, ਅਸੀਂ ਸ਼ਤਾਬਦੀਆਂ ਦੇ ਮੌਕੇ ਤੇ ਜਾਂ ਹੋਰ ਵੱਡਿਆਂ ਮੌਕਿਆਂ ਦੇ ਉੱਪਰ ਬਾਕੀ ਧਰਮਾਂ ਦੇ ਜਿਹੜੇ ਮਹਾਂਪੁਰਖ ਨੇ ਜਾਂ ਸਾਈਂ ਲੋਕ ਨੇ ਉਹਨਾਂ ਨੂੰ ਬੁਲਾਉਂਦੇ ਆ, ਉਹਨਾਂ ਦੇ ਨਾਲ ਵਿਚਾਰ ਗੋਸ਼ਟੀਆਂ ਹੁੰਦੀਆਂ ਨੇ। ਪਰ ਜਿੱਦਾਂ ਵੇਖੋ ਐਸੇ ਮੌਕੇ ਜਦ ਅਸੀਂ ਕੋਈ ਨਵਾਂ ਕਾਰਜ ਸ਼ੁਰੂ ਕਰਨਾ ਹੋਏ, ਮੰਨ ਲਓ ਕੋਈ ਵੀ ਪੰਥਕ ਕਾਰਜ ਆ, ਮੈਂ ਸਮਝਦਾ ਉਸ ਮੌਕੇ ਵੀ ਆਪਾਂ ਉਹਨਾਂ ਨੂੰ ਜੇ ਮਾਣ ਸਤਿਕਾਰ ਦਈਏ ਤੇ ਸਾਡੀਆਂ ਜਿਹੜੀਆਂ ਸਾਂਝਾਂ ਨੇ ਹੋਰ ਪੱਕੀਆਂ ਹੋਣਗੀਆਂ। ਇਹ ਬੜੀ ਜ਼ਰੂਰਤ ਹੈ ਇਸ ਗੱਲ ਦੀ। ਭਾਈ ਸਾਹਿਬ ਇੱਥੇ ਇੱਕ ਬੜਾ ਵੱਡਾ ਸਵਾਲ ਇਹ ਪੈਦਾ ਹੁੰਦਾ ਹੈ ਕਿ ਅਸੀਂ ਆਪਣੇ ਮੁਸਲਮਾਨ ਵੀਰਾਂ ਨੂੰ ਜਾਂ ਹਿੰਦੂ ਵੀਰਾਂ ਨੂੰ ਜਾਂ ਈਸਾਈ ਵੀਰਾਂ ਨੂੰ, ਜੈਨੀਆਂ ਨੂੰ, ਬੋਧੀਆਂ ਨੂੰ ਮਾਣ ਸਤਿਕਾਰ ਕਿਉਂ ਨਾ ਦਈਏ? ਏਕ ਪਿਤਾ ਏਕ ਕਸ ਕੇ ਹਮ ਬਾਰਕ ਤੂੰ ਮੇਰਾ ਗੁਰਹਾਈ। ਅਸੀਂ ਤਾਂ ਮਾਫ ਕਰਨਾ, ਅੱਜ ਸਿੱਖ ਨੂੰ ਸਿੱਖ ਦਾ ਸਤਿਕਾਰ ਕਰਨਾ ਨਹੀਂ ਆਉਂਦਾ, ਸਿੱਖ ਕਿਸੇ ਮੁਸਲਮਾਨ ਦਾ ਸਤਿਕਾਰ ਕਿਵੇਂ? ਸੱਚ ਹੈ ਭਾਈ ਸਾਹਿਬ, ਬੜੀ ਵੱਡੀ ਕੌੜੀ ਸੱਚਾਈ ਬਿਆਨ ਕਰਨ ਲੱਗਾ। ਮੈਂ ਵਿੱਚ ਦੋਸ ਦਦਾ ਦੋਸ ਨਾ ਦੇਉ ਕਿਸੈ ਦੋਸ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰ ਜਨਾ, ਕਮੀ ਮੇਰੇ ਵਿੱਚ ਹੈ। ਆਪਣੇ ਆਪ ਦੀ ਕਮੀ ਨੂੰ ਝਾਕੀਏ। ਜੇ ਜਿਸ ਦਿਨ ਮਾਫ ਕਰਨਾ ਸਿੱਖ ਨੂੰ ਕਲਗੀਧਰ ਪਾਣਾ, ਉਸ ਦਿਨ ਕਿਸੇ ਮੁਸਲਮਾਨ ਦੇ ਵਿੱਚੋਂ ਸਿੱਖ ਨੂੰ ਖੁਦਾ ਵੀ ਨਜ਼ਰ ਆਉਣ ਲੱਗ ਪਿਆ। जिमी जमान के बिखे समस्त एक जोत है, ना काट है ना बाढ़ है ना काटवाड़ होता है। ਅਸੀਂ ਕਿਹੜੇ ਰੌਲੇ 'ਚ ਪੈ ਗਏ? ਪਵਿੱਤਰ ਸ਼ਬਦ ਆਉਂਦਾ ਨਾ, ਇਹੋ ਜੋ ਗੁਰ ਦੀਸੈ ਸਿੱਖੜਾ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਤੇ ਆਖਰੀ ਪੰਕਤੀ ਦੇ ਵਿੱਚ ਮਹਾਰਾਜ ਨੇ ਥੋੜਾ ਜਿਹਾ ਅੱਗਾ ਪਿੱਛਾ ਕਰ ਦਿੱਤਾ। ਕਹਿੰਦੇ ਨੇ ਜੋ ਗੁਰ ਦੀਸੈ ਸਿੱਖੜਾ, ਜੋ ਗੁਰ ਦੀਸੈ ਤਿਸ ਨਿਵ ਨਿਵ ਲਾਗਾਂ ਪਾਏ ਜੀਓ। ਸਿੱਖ ਦੇ ਵਿੱਚੋਂ ਗੁਰੂ ਦਿਸਦਾ ਹੈ, ਗੁਰੂ ਕੀ ਬਾਣੀ ਕਹਿੰਦੀ ਹੈ। ਦਸਮ ਪਾਤਸ਼ਾਹ ਨੇ ਨਿਰਣਾ ਹੀ ਕਰ ਦਿੱਤਾ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ। ਬਾਬਾ ਜੀ ਬਾਰ-ਬਾਰ ਕਹਿੰਦੇ ਨੇ ਹਉ ਖਾਲਸੇ ਦਾ, ਖਾਲਸਾ ਮੇਰੋ ਓਤ ਪੋਤ ਸਾਗਰ ਬੁੰਦੇਰੋ। ਜਿਵੇਂ ਸਾਗਰ ਦੇ ਵਿੱਚੋਂ ਇੱਕ ਬੂੰਦ ਜਲ ਦੀ ਕਤਰਾ ਜਲ ਦਾ, ਉਹਨੂੰ ਫੇਰ ਜਲ ਦੇ ਵਿੱਚ ਜਦੋਂ ਸਮੋ ਜਾਵੇ ਫੇਰ ਸਾਗਰ ਦਾ ਰੂਪ ਹੋ ਜਾਂਦਾ। ਖਾਲਸਾ ਤੇ ਗੁਰੂ ਇੱਕੋ ਹੈ, ਲੇਕਿਨ ਖਾਲਸਾ ਬਣਨਾ ਪਵੇਗਾ। ਗੱਲੀ ਖਾਲਸਾ ਨਹੀਂ, ਕੇਵਲ ਆਪਣੇ ਨਾਂ ਨਾਲ ਖਾਲਸਾ ਵਰਤਣ ਨਾਲ ਕੋਈ ਖਾਲਸਾ ਇਹ ਕੋਈ ਐਵੇਂ ਹਾਲ ਹੋ। ਅਸੀਂ ਕੇਵਲ ਖਾਲਸਾ ਸਦਵਾਣਾ ਚਾਹੁੰਦੇ ਹਾਂ, ਪਰ ਖਾਲਸਾ ਬਣਨਾ ਬੜੀ ਵੱਡੀ ਖੇਡ ਹੈ, ਬਹੁਤ ਉੱਚੀ ਉਡਾਰੀ ਹੈ। ਜੋ ਖਾਲਸਾ ਬਣਨ ਦਾ ਯਤਨ ਕਰੀ ਔਖੀ ਘਾਟੀ, ਬੜੀ ਔਖੀ ਘਾਟੀ ਹੈ ਜੀ। ਖਾਲਸਾ ਸੋਕ ਜੋ ਕਰੇ ਨੇ ਤੇ ਜੰਗ ਉਹਦੀ ਪੰਜਾਂ ਨਾਲ ਹਮੇਸ਼ਾ ਹਰ ਵਕਤ ਹੀ ਜੰਗ ਜਿਹੜੀ ਹੈ ਜਾਰੀ ਰਹਿਣੀ ਚਾਹੀਦੀ ਹੈ।
ਅਸੀਂ ਜਿਹੜੇ ਆ ਰਾਹਜ਼ਾਦਿਆਂ ਨੂੰ ਘਸੋਂ ਮਾਰੀ ਜਾਈਏ ਤੇ ਕਹੀਏ ਜੀ ਬਾਬਾ ਜੀ ਨੇ ਕਿਹਾ ਵੀ ਕਰੇ ਨਿਤ ਜੰਗ, ਅਸੀਂ ਤੇ ਰਾਹਜ਼ਾਦਿਆਂ ਨੂੰ ਘਸੋਂ ਪੈ ਮਾਰਦੇ ਆ। ਬਿਲਕੁਲ, ਇਹ ਸਾਨੂੰ ਸਾਰੀ ਖੇਡ ਜਿਹੜੀ ਹੈ ਸਮਝਣੀ ਬਣਦੀ ਹੈ। ਇੱਕ ਮੈਂ ਸਮਝਦਾ ਕਿ ਭਾਈ ਸਾਹਿਬ ਸਾਡੇ ਅੰਦਰ ਨਾ ਇੱਕ ਥੋੜਾ ਜਿਹਾ ਇੱਕ ਫੋਬੀਆ ਜਿਹਾ ਬਣ ਗਿਆ। ਮੈਨੂੰ ਯਾਦ ਆ ਕਿ ਕਰੀਬ 2-3 ਦਹਾਕੇ ਪਹਿਲਾਂ ਨਾ ਜਦੋਂ ਗੁਰਸਿੱਖ ਨੂੰ ਮਿਲਦਾ ਸੀ, ਬੜੇ ਪਿਆਰ ਦੇ ਨਾਲ ਇੱਕ ਦੂਜੇ ਦੇ ਚਰਨੀ ਹੱਥ ਲਾਉਣ ਦੀ ਕੋਸ਼ਿਸ਼ ਕਰਨੀ, ਗੋਡੀ ਹੱਥ ਲਾਉਣਾ, ਗਲਵਕੜੀਆਂ ਪਾਉਣੀਆਂ। ਉਹ ਕਿੱਥੇ, ਉਹ ਸਮੇਂ ਕਿੱਧਰ ਚਲੇ ਗਏ? ਅੱਜ ਤਾਂ ਮਤਲਬ ਇੱਕ ਦੂਜੇ ਦੇ ਖਿਲਾਫ ਅਸੀਂ ਪਤਾ ਨਹੀਂ, ਮੈਨੂੰ ਇੱਕ ਜ਼ਿਕਰ ਅੱਗ ਉਬਲੀ ਜਾ ਰਹੀ ਹੈ ਤੁਹਾਡੀ ਗੱਲ ਵਿੱਚੋਂ। ਮੈਨੂੰ ਤੁਹਾਡੀ ਗੱਲ ਵਿੱਚੋਂ ਇੱਕ ਜ਼ਿਕਰ ਚੇਤੇ ਆ ਗਿਆ ਜੋ ਦਾਸ ਆਪਣੀ ਹਸਤ ਲਿਖਤ ਕਿਤਾਬ ਦੇ ਵਿੱਚ ਵੀ ਜ਼ਿਕਰ ਦਾਸ ਨੇ ਕੀਤਾ ਹੈ, ਪਰ ਉਹ ਤੁਹਾਡੀ ਅੱਜ ਦੀ ਗੱਲ ਨਾਲ ਸੰਬੰਧਿਤ ਹੈ। ਇੱਕ ਸਿੱਖ ਦਾ ਦੂਜੇ ਸਿੱਖ ਨਾਲ ਕਿਹੋ ਜਿਹਾ ਪਿਆਰ ਹੋਵੇ। ਦਾਸ ਨੇ ਉਸ ਗੁਰਸਿੱਖ ਦਾ ਨਾਮ ਤੇ ਨਹੀਂ ਲੈਣਾ। ਆ ਦੇਹਰਾਦੂਨ ਜਿੱਥੇ ਦਾਸ ਨਿਵਾਸ ਕਰਦਾ ਹੈ, ਇੱਥੇ ਗੁਰੂ ਘਰ ਇੱਕ ਬਹੁਤ ਵੱਡਾ ਕੀਰਤਨ ਦਰਬਾਰ ਸੀ ਤੇ ਇੱਕ ਗੁਰੂ ਰਾਮਦਾਸ ਜੀ ਦੇ ਦਰ ਦਾ ਬੜਾ ਵੱਡਾ ਕੀਰਤਨੀਆ, ਜਿਹਦਾ ਪੰਥ ਵਿੱਚ ਬੜਾ ਵੱਡਾ ਨਾਂ ਹੈ। ਮੈਂ ਉਹਦਾ ਵੀ ਕੀਰਤਨੀਏ ਦਾ ਨਾਂ ਨਹੀਂ ਲੈਣਾ, ਉਸ ਕੀਰਤਨੀਏ ਨੂੰ ਸਤ ਨਮਸਕਾਰ। ਉਹ ਕੀਰਤਨੀਏ ਜਦੋਂ ਕੀਰਤਨ ਕਰ ਰਹੇ ਸਨ ਤੇ ਸਾਰੀ ਸੰਗਤ ਬੜੇ ਪਿਆਰ ਨਾਲ ਕੀਰਤਨ ਦਾ ਆਨੰਦ ਮਾਣ ਰਹੀ ਸੀ। ਜਦੋਂ ਸਮਾਪਤੀ ਹੋਈ ਤੇ ਜਦੋਂ ਉਹ ਸਟੇਜ ਤੋਂ ਥੱਲੇ ਉਤਰੇ, ਜਦੋਂ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਨਾ, ਕਾਰ ਵਿੱਚ ਬਹਿਣ ਲੱਗੇ, ਤੇ ਇੱਕ ਗੁਰਸਿੱਖ, ਮੈਂ ਉਹਦਾ ਵੀ ਨਾਂ ਨਹੀਂ ਲੈਣਾ, ਮੇਰਾ ਬੜਾ ਪਿਆਰਾ ਨਿੱਜੀ ਮਿੱਤਰ ਹੈ, 5 ਬਾਣੀਆਂ ਦਾ ਨਿਤਨੇਮੀ, ਗੁਰੂ ਦੀ ਭੈ ਪਾਸੀ ਦੇ ਦਰ ਦੇ ਕੀਰਤਨੀਏ, ਤੇ ਉਹ ਗੁਰਸਿੱਖ ਮਿਲੇ ਤੇ ਪਿਆਰ ਬੜਾ ਸੀ ਆਪਸ ਵਿੱਚ, ਤੇ ਉਹਨਾਂ ਨੇ ਫਤਿਹ ਬੁਲਾ ਕੇ ਗਲਵਕੜੀ ਚ ਲਿਆ ਇੱਕ ਦੂਜੇ ਨੂੰ। ਤੇ ਜਿਹੜਾ ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀਏ ਸਨ ਨਾ, ਉਹਨਾਂ ਨੇ ਬੜੇ ਪਿਆਰ ਨਾਲ ਪੁੱਛਿਆ, ਭਾਈ ਸਾਹਿਬ ਕਿੱਥੇ ਰਹਿੰਦੇ ਹੋ? ਤੇ ਨਾਲ ਕੋਈ ਤੀਜਾ ਸਿੰਘ ਖਲੋਤਾ ਸੀ, ਉਹ ਅੰਦਰ ਦੀ ਕੁੰਡੀ ਨੂੰ ਸਮਝ ਨਾ ਸਕਿਆ, ਉਹ ਨਾਲ ਝੜ ਬੋਲ ਪਿਆ, ਕਹਿੰਦਾ ਜੀ ਇਹ ਭਾਈ ਸਾਹਿਬ ਨਾਲ ਘਰ, 4 ਘਰ ਛੋੜ ਕੇ 5ਵਾਂ ਘਰ ਭਾਈ ਸਾਹਿਬ ਦਾ ਨਾਲ ਹੀ ਰਹਿੰਦੇ ਨੇ। ਤੇ ਉਹ ਦੋਨੋਂ ਗੁਰਸਿੱਖ ਮੁਸਕਰਾ ਪਏ, ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀਏ ਵੀ ਤੇ ਉਸ ਗੁਰਸਿੱਖ ਵੀ। ਤੇ ਉਹ ਗੁਰਸਿੱਖ ਨੇ ਇਸ਼ਾਰਾ ਕੀਤਾ, ਭਾਈ ਅੰਦਰ ਦੀਆਂ ਖੇਡਾਂ ਨੇ। ਉਹਨਾਂ ਨੇ ਇਹ ਨਹੀਂ ਪੁੱਛਿਆ ਬਈ ਤੁਹਾਡਾ ਦੁਨਿਆਵੀ ਐਡਰੈਸ ਕੀ ਹੈ, ਕਹਿਣ ਲੱਗੇ ਕਿੱਥੇ ਰਹਿੰਦੇ ਹੋ? ਤੇ ਗੁਰਸਿੱਖ ਨੇ ਜਵਾਬ ਬੜਾ ਕਮਾਲ ਦਿੱਤਾ, ਕਹਿਣ ਲੱਗਾ ਭਾਈ ਸਾਹਿਬ ਗੁਰੂ ਨਾਨਕ ਦੇ ਚਰਨਾਂ ਵਿੱਚ ਥਾਂ ਲੱਭ ਰਿਹਾ। ਤੇ ਅਗੋਂ ਫਿਰ ਗੁਰੂ ਰਾਮਦਾਸ ਜੀ ਦੇ ਦਰ ਦੇ ਕੀਰਤਨੀਏ ਨੇ ਦੂਜਾ ਸਵਾਲ ਕੀਤਾ, ਕਹਿਣ ਲੱਗੇ ਕਿਹੜੀ ਅਵਸਥਾ ਵਿੱਚੋਂ? ਤੇ ਉਹ ਗੁਰਸਿੱਖ ਪਿਆਰਾ ਕਹਿਣ ਲੱਗਾ, ਕੋਸ਼ਿਸ਼ ਕਰ ਰਹੇ ਹਾਂ ਕਿ ਗੁਰੂ ਨਾਨਕ ਦਾ ਬੱਚਾ ਬਣ ਜਾ। ਬਿਲਕੁਲ। ਸੋ ਇਹ ਜਦੋਂ ਗੁਰਸਿੱਖ ਇੱਕ ਦੂਜੇ ਨੂੰ ਮਿਲਦੇ ਨੇ ਨਾ, ਅੱਜ ਵੀ ਜਿਹੜੇ ਅੰਦਰ ਦੀ ਭਾਵਨਾ ਨੂੰ ਇੱਕ ਦੂਜੇ ਨੂੰ ਅੰਦਰੋਂ ਜਾਣਦੇ ਨੇ। ਅਸੀਂ ਕੇਵਲ ਬਾਹਰਲਾ, ਅਸੀਂ ਕੇਵਲ ਵਪਾਰ ਆ, ਪਰ ਅੰਦਰ ਦੀ ਜਿਹੜੀ ਸਿੱਖੀ ਦੀ ਸਾਂਝ ਹੈ ਉਹ ਬੜੀ ਬਾਕਮਾਲ ਹੈ। ਉਹ ਜਿਹੜੀ ਗੱਲ ਤੁਸੀਂ ਕੀਤੀ ਵੀ ਪੁਰਾਤਨ ਸਮੇਂ ਵਿੱਚ ਸਿੰਘ ਇੱਕ ਦੂਜੇ ਨੂੰ ਮਿਲਦੇ ਸਨ, 4 ਮਿਲੇ 64 ਖਿਲੇ 20 ਮਿਲੇ ਕਰ ਜੋੜ, ਗੁਰਸਿੱਖ ਸੇ ਗੁਰਸਿੱਖ ਮਿਲੇ ਖਿੜ ਗਏ 7 ਕਰੋੜ। ਕਿੱਥੇ ਰਹਿ ਗਈਆਂ ਗੱਲਾਂ? ਉਹ ਬਿਲਕੁਲ ਰੋਮ ਦੇ ਵਿੱਚ ਗੁਰੂ ਦਾ ਪਿਆਰ ਜਿਹੜਾ ਸੀ ਉਹ ਆ ਜਾਂਦਾ। ਸੋ ਆਪਾਂ ਇਹ ਅੱਜ ਬੜਾ ਹੀ ਪਵਿੱਤਰ ਦਿਹਾੜਾ, ਗੁਰਪੁਰਬ ਦਾ ਦਿਹਾੜਾ ਮਨਾ ਰਹੇ ਹਾਂ। ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਬੜੀਆਂ ਵੱਡੀਆਂ ਸਾਡੇ ਵਾਸਤੇ ਬਖਸ਼ਿਸ਼ਾਂ ਕੀਤੀਆਂ ਨੇ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਿਆਰੇ ਸਿੱਖ, ਪੰਥ ਦੇ ਮਹਾਨ ਵਿਦਵਾਨ, ਇੱਕ ਗੁਰਸਿੱਖ ਦਾ ਸਤਿਕਾਰ ਕਰਨ ਦੀ ਜਾਂਚ ਭਾਈ ਗੁਰਦਾਸ ਜੀ ਦਰਸਾਉਂਦੇ ਨੇ। ਭਾਈ ਗੁਰਦਾਸ ਜੀ ਭਾਈ ਸਾਹਿਬ ਦੇ ਅੰਦਰ ਸਿੱਖੀ ਦੇ ਪ੍ਰਤੀ ਕਿੰਨਾ ਪਿਆਰ ਹੋਏਗਾ, ਕੈਸੇ ਵਲਵਲੇ ਹੋਣਗੇ ਸਿੱਖ ਦੇ ਪ੍ਰਤੀ, ਜੋ ਭਾਈ ਸਾਹਿਬ ਨੇ ਬਚਨ ਉਚਾਰਨ ਕੀਤੇ ਜੀ ਸੁਣਦੇ ਆ ਨਾ ਅਸੀਂ। ਨੱਖ ਸਿਸ ਲੋ ਸਗਲ ਅੰਗ ਰੋਮ ਰੋਮ ਕਰ, ਕਾਟ ਕਾਟ ਸਿੱਖਣ ਕੇ ਚਰਨ ਪਰ ਵਾਰੀਏ, ਅਗਨ ਜਲਾਏ ਹੁਣ ਪੀਸਨ ਪਿਸਾਏ ਤਾਹੇ, ਲੈ ਉਡੇ ਪਵਨ ਹੋਏ ਅਨਕ ਪ੍ਰਕਾਰੀਏ, ਜਤ ਪਤ ਸਿੱਖ ਪਗ ਧਰੇ ਤਹ ਪਗ ਪਾਦਕ ਚਰਨ ਲਿਵ ਲਾਗੀ ਰਹੇ, ਦਇਆ ਕੇ ਦਇਆਲ ਮੋਹਿ ਪਤਿਤ ਉਦਾਰੀ। ਪਤਿਤ ਉਦਾਰੀ ਹੈ। ਐਸੇ ਪਿਆਰ ਦੀਆਂ ਖੇਡਾਂ। ਸੋ ਸੰਗਤ ਜੀ, ਇਹ ਪਿਆਰ ਦੀਆਂ ਖੇਡਾਂ ਨੇ। ਵੇਖੋ ਅੱਜ ਆਪਾਂ ਈਦ ਦੀ ਵੀ ਗੱਲ ਕੀਤੀ ਹੈ। ਬਾਬਾ ਫਰੀਦ ਸਾਹਿਬ ਦੇ ਪਵਿੱਤਰ ਸ਼ਬਦ ਦੇ ਵਿੱਚ ਉਹਨਾਂ ਨੇ ਕਿੱਡਾ ਜ਼ਬਰਦਸਤ ਬਿਆਨ ਕੀਤਾ ਹੈ, ਜਿੰਨੀ ਪੁਛਾਤਾ ਸੱਚ ਚੁੰਮਾ ਪੈਰ ਮੂੰਹ। ਐਸੀਆਂ ਖੇਡਾਂ ਨੇ ਪਿਆਰ ਦੀਆਂ। ਮੇਰੇ ਲਾਲਨ ਕੀ ਸੋਭਾ, ਸ਼ੋਭਾ ਮੇਰੇ ਲਾਲਨ ਕੀ। ਐਸੇ ਪਿਆਰੇ ਸਤਿਗੁਰੂ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ, ਸਾਰੀ ਦੁਨੀਆ ਨੂੰ ਪਿਆਰ ਵੰਡਣ ਵਾਲੇ, ਤੇ ਜਿੰਨਾ ਪਿਆਰ ਉਹਨਾਂ ਦੀ ਬਾਣੀ ਦੇ ਵਿੱਚ ਉਹਨਾਂ ਨੇ ਸੰਗਤਾਂ ਨੂੰ ਬਖਸ਼ਿਸ਼ ਕੀਤਾ, ਮੈਂ ਸਮਝਦਾ ਉਹ ਵੀ ਆਪਣੇ ਆਪ ਦੇ ਵਿੱਚ ਇੱਕ ਵਿਲੱਖਣ। ਉਹਨਾਂ ਦਾ ਕੋਈ ਵੀ ਸ਼ਬਦ ਆਪਾਂ ਪੜ੍ਹ ਲਈਏ, ਉਹਦੇ ਚ ਐਵੇਂ ਮਹਿਸੂਸ ਹੁੰਦਾ ਕਿ ਜਿਵੇਂ ਇੱਕ ਪਿਤਾ ਬੜਾ ਖੁਸ਼ ਹੋ ਕੇ ਆਪਣੇ ਪੁੱਤਰਾਂ ਨੂੰ ਵਾਰੀ ਦੇਈ ਜਾਂਦਾ।
ਇੰਨਾ ਸਾਰੀਆਂ ਬਖਸ਼ਿਸ਼ਾਂ ਕਰਨ ਵਾਲੇ। ਤੇ ਫਿਰ ਜਿਵੇਂ ਕਿ ਹੁਣੇ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਦੇਹਰਾਦੂਨ ਵਾਲੇ ਵਿਚਾਰ ਸਾਂਝੀ ਕਰਦੇ ਪਏ ਸਨ, ਇੰਨੇ ਵੱਡੇ ਵੱਡੇ ਕਾਰਜ ਕੀਤੇ ਤੇ ਅਖੀਰ ਦੇ ਵਿੱਚ ਇੱਕ ਐਸਾ ਕਾਰਜ ਕਰ ਗਏ ਕਿ ਜੋ ਰਹਿੰਦੀ ਦੁਨੀਆ ਤੱਕ ਮਨੁੱਖਤਾ ਨੂੰ ਝੰਜੋੜਦਾ ਰਹੇਗਾ। ਤਤੀਆਂ ਤਵੀਆਂ ਤੇ ਆਸਣ ਲਾ ਕੇ ਤੇਰਾ ਕੀ ਆ ਮੀਠਾ ਲਾ ਕੇ ਹਰ ਨਾਮ ਪਦਾਰਥ ਨਾਨਕ ਮੰਗੇ, ਨਾ ਤੁਕਾਂ ਦੇ ਅਰਥ ਸਮਝਾਉਣ ਲੱਗ ਪਏ। ਸੋ ਸੰਗਤ ਜੀ, ਅੱਜ ਆਪਾਂ ਸਾਹਿਬਾਂ ਦੇ ਉਸ ਪਵਿੱਤਰ ਇਤਿਹਾਸ ਦੇ ਨਾਲ ਜੁੜਦੇ ਪਏ ਹਾਂ। ਨਾਲ ਹੀ ਨਾਲ ਕੁਝ ਵਿਚਾਰਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਉਸ ਪਿਆਰ ਦੀਆਂ ਜੋ ਉਹਨਾਂ ਨੇ ਆਪਣੇ ਗੁਰਸਿੱਖਾਂ ਦੇ ਵਿੱਚ ਬਖਸ਼ਿਸ਼ ਕੀਤਾ। ਭਾਈ ਸਾਹਿਬ, ਮੈਨੂੰ ਇੱਕ ਹੋਰ ਪੰਕਤੀ ਯਾਦ ਆ ਗਈ ਕਿ ਗੁਰਸਿੱਖਾਂ ਅੰਦਰ ਸਤਿਗੁਰ ਵਰਤੈ। ਜੇ ਗੁਰਸਿੱਖਾਂ ਦੇ ਵਿੱਚ ਉਹ ਪਿਆਰ, ਉਹ ਸਤਿਗੁਰੂ ਦੀ ਰਹਿਮਤ ਹੋਏਗੀ ਤੇ ਸਤਿਗੁਰੂ ਵਰਤਦਾ ਹੈ ਤੇ ਖੁੱਲ ਕੇ ਵਰਤਦਾ ਹੈ। ਸੋ ਆਪਾਂ ਉਸ ਇਤਿਹਾਸ ਦੀ ਲੜੀ ਦੇ ਨਾਲ ਹੋਰ ਅੱਗੇ ਚੱਲਦੇ ਹਾਂ। ਭਾਈ ਬਲਵਿੰਦਰ ਸਿੰਘ ਜੀ ਦੇਹਰਾਦੂਨ ਤੋਂ ਸਾਡੇ ਨਾਲ ਇਸ ਵਕਤ ਜੁੜੇ ਹੋਏ ਨੇ। ਜੀ ਭਾਈ ਸਾਹਿਬ ਜੀ। ਜਦੋਂ ਅਸੀਂ ਸਤਿਗੁਰੂ ਪੰਚਮ ਪਾਤਸ਼ਾਹ ਦਾ ਪਾਵਨ ਜੀਵਨ ਪੜ੍ਹਦੇ ਹਾਂ, ਸੱਚੇ ਪਾਤਸ਼ਾਹ ਨੇ ਕਦੇ ਵੀ ਕੇਵਲ ਦੁਨੀਆ ਨੂੰ ਉਪਦੇਸ਼ ਨਹੀਂ ਦਿੱਤਾ, ਸਗੋਂ ਆਪ ਉਸ ਉਪਦੇਸ਼ ਦੇ ਉੱਤੇ ਪਹਿਰਾ ਵੀ ਦਿੱਤਾ। ਅੰਮ੍ਰਿਤ ਵੇਲੇ ਨਿਤਾ ਪ੍ਰਤੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜਦੋਂ ਹਰਬੰਦਰ ਸਾਹਿਬ ਸੁਭਾਇਮਾਨ ਹੁੰਦੇ ਨੇ, ਦੀਵਾਨ ਦੀ ਸਮਾਪਤੀ ਹੁੰਦੀ ਹੈ ਜੀ। ਕੁਝ ਸਿੱਖ ਆਪਣੇ ਕੰਮਾਂ ਕਾਰਾਂ ਤੇ ਜੋ ਖੇਤੀ ਕਰਦੇ ਨੇ, ਵਪਾਰ ਕਰਦੇ ਨੇ, ਕਿਉਂਕਿ ਗੁਰੂ ਦਾ ਹੁਕਮ ਹੈ 10 ਨੌਵਾਂ ਦੀ ਕਿਰਤ ਕਰਨ ਦਾ, ਆਪੋ ਆਪਣੇ ਕੰਮਾਂ ਕਾਰਾਂ ਤੇ ਚਲੇ ਜਾਂਦੇ ਨੇ। ਕੁਝ ਗੁਰੂ ਘਰ ਦੀ ਸੇਵਾ 'ਚ ਲੱਗੇ ਨੇ। ਸੱਚੇ ਪਾਤਸ਼ਾਹ ਕੁਝ ਸਿੱਖਾਂ ਨੂੰ ਨਾਲ ਲੈ ਕੇ ਘੋੜੇ ਤੇ ਸਵਾਰ ਹੁੰਦੇ ਨੇ ਤੇ ਸਿੱਧਾ ਤਰਨ ਤਾਰਨ ਸਾਹਿਬ ਕੀ ਕਰਨਾ। ਸੱਚੇ ਪਾਤਸ਼ਾਹ ਨੇ ਜਿਹੜਾ ਕੋੜੀ ਖਾਨਾ ਬਣਾਇਆ ਨਾ, ਉੱਥੇ ਆਪ ਹੱਥੀਂ ਜਾ ਕੇ ਕੋੜੀਆਂ ਦੀ ਸੇਵਾ ਕਰਨੀ, ਉਹਨਾਂ ਦੀ ਦਵਾ ਦਾਰੂ, ਉਹਨਾਂ ਨੂੰ ਭੋਜਨ ਛਕਾਉਣਾ, ਉਹਨਾਂ ਦੇ ਜ਼ਖਮ, ਲਹੂ ਰਿਸਦੇ ਹੋਏ ਜ਼ਖਮ ਆਪ ਹੱਥੀਂ ਸਾਫ਼ ਕਰਨੇ। ਇਹ ਹੈ ਮੇਰਾ ਗੁਰੂ ਅਰਜਨ ਦੇਵ ਸੱਚਾ ਪਾਤਸ਼ਾਹ, ਜਿਹਨੇ ਕੇਵਲ ਉਪਦੇਸ਼ ਨਹੀਂ ਦਿੱਤਾ, ਉਪਦੇਸ਼ ਨੂੰ ਕਮਾਇਆ ਵੀ। ਤੇ ਇਸੇ ਲਈ ਜਦੋਂ ਜਿਹੜੇ ਦੂਜੇ ਧਰਮ ਸਨ, ਕਿਉਂਕਿ ਨਿਰੰਕਾਰ ਦਾ ਤਾਂ ਕੇਵਲ ਇੱਕੋ ਧਰਮ ਹੈ, ਇਸ ਸੰਸਾਰ ਨੂੰ ਕਈ ਧਰਮਾਂ ਵਿੱਚ ਸਮੇਂ ਦੀ ਰਾਜਨੀਤੀ ਨੇ, ਸਮੇਂ ਦੇ ਅਖੌਤੀ ਵਿਦਵਾਨਾਂ ਨੇ ਵੰਡ ਦਿੱਤਾ। ਤੇ ਜਿਹੜੇ ਦੂਜੇ ਸਨ, ਭਾਵੇਂ ਉਹ ਹਿੰਦੂ ਮਤ ਦੇ ਸਨ, ਭਾਵੇਂ ਮੁਸਲਮ ਮਤ ਦੇ ਸਨ, ਜਦੋਂ ਵੱਡੇ ਕੀਆਂ ਵਡਿਆਈਆਂ ਨੂੰ ਆਪਣੇ ਅੱਖੀ ਵੇਖ ਰਹੇ ਸਨ ਨਾ, ਤੇ ਉਹ ਗੁਰੂ ਅਰਜਨ ਦੇਵ ਜੀ ਤੋਂ ਬੜੇ ਪ੍ਰਭਾਵਿਤ ਹੋਏ। ਉਸ ਪ੍ਰਭਾਵ ਦਾ ਐਸਾ ਅਸਰ ਹੋਇਆ ਕਿ ਕਈ ਜਿਹੜੇ ਸਨ ਉਹ ਫਿਰ ਗੁਰੂ ਦੀ ਸ਼ਰਨ ਵਿੱਚ ਆ ਕੇ ਗੁਰੂ ਦੇ ਸਿੱਖ ਬਣੇ। ਤੇ ਜਿਹੜਾ ਸਮੇਂ ਦਾ ਬਾਦਸ਼ਾਹ ਸੀ ਉਸ ਸਮੇਂ ਜਹਾਂਗੀਰ ਇੱਕ ਬੜੀ ਹੋਛੀ ਮਤ ਤੇ ਇੱਕ ਅਲਪ ਮਤ ਦਾ ਮਾਲਕ ਸੀ। ਇਤਿਹਾਸਕਾਰਾਂ ਨੇ ਇਹ ਜ਼ਿਕਰ ਕੀਤਾ ਇੱਥੋਂ ਤੱਕ ਕਿ ਮੁਸਲਮ ਇਤਿਹਾਸਕਾਰਾਂ ਨੇ ਵੀ ਇਹ ਗੱਲ ਲਿਖੀ ਹੈ ਕਿ ਹਰ ਵੇਲੇ ਉਹ ਸ਼ਰਾਬ ਦੇ ਤੇ ਸ਼ਬਾਬ ਦੇ ਨਸ਼ੇ ਵਿੱਚ ਰਹਿੰਦਾ ਸੀ ਤੇ ਕੰਨਾਂ ਦਾ ਕੱਚਾ ਸੀ। ਤੇ ਗੁਰੂ ਅਰਜਨ ਦੇਵ ਜੀ ਤੋਂ ਗੁਰੂ ਨਾਨਕ ਦੇ ਦਰ ਘਰ ਦੇ ਨਾਲ ਜਿਨ੍ਹਾਂ ਦਾ ਮੱਥਾ ਲੱਗਾ ਹੋਇਆ ਸੀ ਨਾ, ਜਿਹੜੇ ਗੁਰੂ ਨਾਨਕ ਦੇ ਵਿਚਾਰਧਾਰਾ ਦੇ ਵੈਰੀ ਸਨ, ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਮੇਂ ਤੱਕ ਸਿੱਖੀ ਦਾ ਬਿਰਛ ਬਹੁਤ ਵਿਸ਼ਾਲ ਹੋ ਚੁੱਕਾ ਸੀ, ਕਣਚਾਵਾਂ ਬਿਰਛ ਬਣ ਚੁੱਕਾ ਸੀ। ਤੇ ਇਸ ਦੇ ਨਾਲ ਨਾਲ ਜਿਹੜੇ ਵੈਰੀ ਵਿਚਾਰਧਾਰਾ ਵਾਲੇ ਸਨ, ਸਭ ਤੋਂ ਪਹਿਲਾਂ ਤਾਂ ਅਸੀਂ ਗੱਲ ਕਰੀਏ ਚੰਦੂ ਦੀ। ਚੰਦੂ ਸ਼ੁਰੂ ਤੋਂ ਹੀ ਗੁਰੂ ਘਰ ਦਾ ਵਿਰੋਧੀ ਸੀ। ਨਾਲ ਰਲ ਗਿਆ ਪ੍ਰਿਥੀ ਚੰਦ, ਧੰਨ ਗੁਰੂ ਰਾਮਦਾਸ ਜੀ ਦਾ ਵੱਡਾ ਸਪੁੱਤਰ, ਕਿਉਂਕਿ ਉਸ ਨੂੰ ਸ਼ੁਰੂ ਤੋਂ ਇਸ ਗੱਲ ਦਾ ਮਾਣ ਸੀ ਕਿ ਵੱਡਾ ਪੁੱਤਰ ਹੋਣ ਦੇ ਨਾਤੇ ਇਹ ਜੋ ਗੁਰਤਾ ਗੱਦੀ ਹੈ ਮੈਨੂੰ ਮਿਲਣੀ ਹੈ। ਪਰ ਇਹ ਕੋਈ ਕਿਸੇ ਦੁਨਿਆਵੀ ਰਾਜੇ ਦੀ ਗੱਦੀ ਨਹੀਂ ਜੋ ਪਿਤਾ ਤੋਂ ਬਾਅਦ ਵੱਡੇ ਪੁੱਤਰ ਨੂੰ ਮਿਲਦੀ ਹੈ। ਇਹ ਤਾਂ ਨਿਰੰਕਾਰ ਦੇ ਦਰ ਘਰ ਦਾ ਤਖਤ ਹੈ। ਤੇ ਬਾਬਾ ਜੀ ਦੀ ਬਾਣੀ ਫਰਮਾਉਂਦੀ, ਤਖਤ ਬਹਿ ਤਖਤੇ ਕੇ ਲਾਇਕ। ਧੰਨ ਗੁਰੂ ਰਾਮਦਾਸ ਜੀ ਨੇ ਜਦੋਂ ਪੰਚਮ ਪਾਤਸ਼ਾਹ ਨੂੰ ਗੁਰਤਾ ਗੱਦੀ ਤੇ ਬਿਰਾਜਮਾਨ ਕੀਤਾ ਤੇ ਪਿਰਥੀਆ ਸੜ ਬਲ ਗਿਆ ਤੇ ਉਹ ਵੀ ਗੁਰੂ ਘਰ ਦਾ ਵਿਰੋਧੀ ਹੋ ਗਿਆ। ਤੇ ਕਈ ਪ੍ਰਕਾਰ ਨਾਲ ਉਸਨੇ ਸੰਗਤਾਂ ਵਿੱਚ ਵੀ ਜਿਹੜਾ ਹੈ ਉਹ ਵਿਤਕਰਾ ਪਾਉਣ ਦੀ ਕੋਸ਼ਿਸ਼ ਕੀਤੀ। ਪਰ ਇਸ ਸਮੇਂ
ਜੀ ਭਾਈ ਗੁਰਦਾਸ ਜੀ ਤੇ ਬਾਬਾ ਬੁੱਢਾ ਜੀ ਦਾ ਖਾਸ ਤੌਰ ਤੇ ਜ਼ਿਕਰ ਆਉਂਦਾ ਹੈ, ਜਿਨ੍ਹਾਂ ਨੇ ਸੰਗਤਾਂ ਨੂੰ ਸਹੀ ਮਾਰਗ ਵੱਲ ਪ੍ਰੇਰਿਆ। ਤੇ ਜਿਹੜਾ ਪਿਰਥੀਆ ਸੀ ਉਹ ਚੰਦੂ ਦੇ ਨਾਲ ਰਲ ਕੇ ਜਹਾਂਗੀਰ ਦਾ ਏਜੰਟ ਬਣ ਗਿਆ, ਗੁਰੂ ਘਰ ਦਾ ਦੁਖੀ ਹੋ ਗਿਆ। ਇਸ ਦੇ ਨਾਲ ਕੁਝ ਹੋਰ ਵੀ ਕਾਰਨ ਜਿਹੜੇ ਇਤਿਹਾਸ ਦੇ ਵਿੱਚ ਗੁਰੂ ਸਾਹਿਬ ਦੀ ਸ਼ਹੀਦੀ ਬਾਰੇ ਮਿਲਦੇ ਨੇ। ਉਸ ਸਮੇਂ ਇੱਕ ਸਭ ਤੋਂ ਵੱਡਾ ਵਿਰੋਧੀ ਜਿਹੜਾ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਨਕਸ਼ਬੰਦੀ ਪ੍ਰਚਾਰਕ, ਇੱਕ ਨਕਸ਼ਬੰਦੀ ਇੱਕ ਸੰਸਥਾ ਹੈ ਮੁਸਲਮਾਨ ਧਰਮ ਦੀ, ਉਹ ਬੜਾ ਕੱਟਰ ਸੀ, ਜਿਸ ਦਾ ਨਾਮ ਇਤਿਹਾਸ ਦੇ ਵਿੱਚ ਆਉਂਦਾ ਹੈ ਸ਼ੇਖ ਅਹਿਮਦ ਸਰਹਦੀ। ਅੱਜ ਵੀ ਜਦੋਂ ਸਰਹੰਦ ਦੀ ਧਰਤੀ ਤੇ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਦਾ ਉਹ ਪਾਵਨ ਅਸਥਾਨ ਜਿਹੜਾ ਠੰਡਾ ਬੁਰਜ ਹੈ, ਜਦੋਂ ਸੰਗਤਾਂ ਉਸ ਅਸਥਾਨ ਤੇ ਦੀਦਾਰ ਕਰਨ ਜਾਂਦੀਆਂ ਨੇ ਨਾ, ਤੇ ਉੱਤੇ ਜਦੋਂ ਚੜੀਏ ਬੁਰਜ ਤੇ ਹਾਈਟ ਤੇ ਜਦੋਂ ਪਹੁੰਚਨੇ ਆ, ਤੇ ਦੂਰ ਇੱਕ ਬੜਾ ਸੋਹਣਾ ਬਾਗ ਨਜ਼ਰ ਆਉਂਦਾ ਹੈ। ਉਹ ਬਾਗ ਸ਼ੇਖ ਅਹਿਮਦ ਸਰਹਦੀ ਦੀ ਯਾਦ ਵਿੱਚ ਬਣਿਆ ਹੋਇਆ। ਅੱਛਾ ਜੀ। ਉਹ ਸਰਹੰਦ ਦਾ ਹੀ ਰਹਿਣ ਵਾਲਾ ਸੀ। ਇੱਥੋਂ ਅੰਦਾਜ਼ਾ ਲੱਗਦਾ ਹੈ ਕਿ ਮੁਗਲ ਸਲਤਨਤ ਦੇ ਵਿੱਚ ਉਹਦੀ ਕਿਤਨੀ ਗੱਲਬਾਤ ਸੀ ਕਿ ਉਸ ਦੀ ਯਾਦ ਵਿੱਚ ਉਸ ਸਮੇਂ ਦਾ ਵੀ ਬਾਗ ਬਣਿਆ ਹੋਇਆ। ਨਕਸ਼ਬੰਦੀ ਪ੍ਰਚਾਰਕ ਇਹ ਵੀ ਗੁਰੂ ਘਰ ਦਾ ਬੜਾ ਵੱਡਾ ਵਿਰੋਧੀ ਹੋਇਆ, ਕਿਉਂਕਿ ਜਿਹੜੇ ਕੱਟਰ ਹੁੰਦੇ ਨੇ ਨਾ, ਕੱਟਰ ਅਸਲ ਵਿੱਚ ਕੱਟਰ ਦਾ ਕੰਮ ਕਰਦੇ ਨੇ, ਕਿਸੇ ਨੂੰ ਜੋੜਨ ਦਾ ਕੰਮ ਨਹੀਂ ਕਰ ਸਕਦੇ। ਉਹ ਭਾਵੇਂ ਕੱਟਰ ਮੁਸਲਮਾਨਾਂ ਵਿੱਚ ਹੋਣ, ਭਾਵੇਂ ਸਿੱਖਾਂ ਵਿੱਚ ਹੋਣ, ਭਾਵੇਂ ਹਿੰਦੂਆਂ ਵਿੱਚ ਹੋਣ, ਜਾਂ ਭਾਵੇਂ ਈਸਾਈਆਂ ਵਿੱਚ ਹੋਣ, ਕੱਟਰ ਕਦੇ ਵੀ ਆਪਣਾ ਭਲਾ ਨਹੀਂ ਕਰ ਸਕਦੇ, ਕੌਮ ਦਾ ਭਲਾ ਨਹੀਂ ਕਰ ਸਕਦੇ, ਤੇ ਸੱਚ ਜਾਣਨਾ ਮਾਨਵਤਾ ਦਾ ਵੀ ਭਲਾ ਨਹੀਂ ਕਰ ਸਕਦੇ। ਸੋ ਸ਼ੇਖ ਅਹਿਮਦ ਸਰਹਦੀ ਨੇ ਜਹਾਂਗੀਰ ਦੇ ਕੰਨ ਭਰੇ। ਵੱਢਣਾ ਹੀ ਹੁੰਦਾ ਨਾ ਜੀ, ਵੱਢਣਾ। ਹਾਂਜੀ, ਕੁਹਾੜਾ ਤਾਂ ਕੁਹਾੜਾ ਹੀ ਹੈ ਨਾ, ਕੁਹਾੜਾ ਤੇ ਕੁਹਾੜਾ ਹੀ ਹੈ, ਕੁਹਾੜਾ ਹੀ ਉਹਨੇ ਵੱਢਣਾ ਹੈ। ਹਾਂ, ਭਾਵੇਂ ਧਰਮ ਦਾ ਚੋਲਾ ਪਾ ਲਵੇ, ਪਰ ਉਹ ਕਦੇ ਧਾਰਮਿਕ ਨਹੀਂ ਬਣ ਸਕਦਾ। ਤੇ ਸ਼ੇਖ ਅਹਿਮਦ ਸਰਹਦੀ ਦਾ ਬੜਾ ਵੱਡਾ ਰੋਲ ਸੀ, ਜਿਹਨੇ ਜਹਾਂਗੀਰ ਦੇ ਕੰਨ ਭਰੇ। ਤੇ ਇੱਕ ਗੱਲ ਹੋਰ, ਜਦੋਂ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਸੰਪਾਦਨਾ ਕਰਵਾ ਰਹੇ ਸਨ ਭਾਈ ਗੁਰਦਾਸ ਜੀ ਪਾਸੋਂ, ਉਸ ਸਮੇਂ ਜਦੋਂ ਭਗਤਾਂ ਦੀ ਬਾਣੀ ਉਹ ਦਰਜ ਕਰ ਰਹੇ ਸਨ, ਤੇ 4 ਲਿਖਾਰੀ ਜਿਨ੍ਹਾਂ ਦਾ ਜ਼ਿਕਰ ਆਉਂਦਾ ਹੈ ਇਤਿਹਾਸ ਦੇ ਵਿੱਚ, ਲਾਹੌਰ ਦੀ ਧਰਤੀ ਤੋਂ ਚੱਲ ਕੇ ਗੁਰੂ ਅਰਜਨ ਦੇਵ ਜੀ ਪਾਸ ਆਪੋ ਆਪਣੀਆਂ ਰਚਨਾਵਾਂ ਲੈ ਕੇ ਆਏ ਜੀ। ਤੇ ਉਹਨਾਂ ਦੇ ਨਾਂ ਜ਼ਿਕਰ ਆਉਂਦਾ ਹੈ ਭਾਈ ਕਾਨਾ, ਭਾਈ ਪੀਲੂ, ਭਾਈ ਛੱਜੂ ਤੇ ਭਾਈ ਹਸਨਾ। ਇਹ ਚਾਰੇ ਜਦੋਂ ਗੁਰੂ ਸਾਹਿਬ ਕੋਲ ਆਪਣੀ ਆਪਣੀ ਰਚਨਾ ਲੈ ਕੇ ਆਏ, ਸਤਿਗੁਰਾਂ ਨੇ ਬੜਾ ਸਤਿਕਾਰ ਕੀਤਾ, ਉਹਨਾਂ ਦੀ ਰਚਨਾ ਪੜ੍ਹੀ, ਪਰ ਉਹਨਾਂ ਨੂੰ ਇੱਕ ਬੇਨਤੀ ਕੀਤੀ ਵੀ ਤੁਹਾਡੀ ਰਚਨਾ ਇਹ ਗੁਰਮਤਿ ਦੇ ਆਸ਼ੇ ਅਨੁਸਾਰ ਠੀਕ ਨਹੀਂ। ਸੋ ਉਹਨਾਂ ਦੀ ਰਚਨਾ ਨੂੰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਥਾਂ ਨਹੀਂ ਦਿੱਤੀ, ਤੇ ਉਹ ਵੀ ਗੁਰੂ ਘਰ ਦੇ ਵਿਰੋਧੀ ਹੋ ਗਏ। ਉਹ ਵੀ ਗੁਰੂ ਅਰਜਨ ਦੇਵ ਜੀ ਦੇ ਪ੍ਰਥਾਏ ਗੁਰੂ ਨਾਨਕ ਦੇ ਦਰ ਘਰ ਦੇ ਵਿਰੋਧੀ ਹੋ ਕੇ ਉਹ ਵੀ ਕੰਨ ਭਰਨ ਲੱਗੇ। ਪਰ ਇਹ ਬਹੁਤ ਵੱਡਾ ਕਾਰਨ ਨਜ਼ਰ ਨਹੀਂ ਆਉਂਦਾ। ਇਹ ਇੰਨਾ ਸਮਝ ਲੈਣਾ ਵੀ ਆਟੇ 'ਚ ਲੂਣ ਵਰਗਾ ਕਾਰਨ ਇਹ ਵੀ ਹੋ ਸਕਦਾ ਹੈ। ਥੋੜੀ ਈਰਖਾ ਉਹਨਾਂ ਦੀ ਹੋਏਗੀ, ਉਹਨਾਂ ਦੇ ਮਨ ਦੀ ਈਰਖਾ ਜ਼ਰੂਰ ਹੋਏਗੀ, ਸਾੜਾ ਜਿਹਾ ਹੁੰਦਾ ਕਈ ਵਾਰੀ ਬੰਦੇ ਦਾ। ਉਹਨਾਂ ਨੇ ਵੀ ਕੰਨ ਭਰੇ ਹੋਣਗੇ ਜਹਾਂਗੀਰ ਦੇ। ਜਹਾਂਗੀਰ ਕੰਨਾਂ ਦਾ ਕੱਚਾ ਸੀ। ਵੈਸੇ ਸਮੇਂ ਦੇ ਜਿੰਨੇ ਵੀ ਬਾਦਸ਼ਾਹ ਹੁੰਦੇ ਨੇ ਆਮ ਤੌਰ ਤੇ ਕੰਨਾਂ ਦੇ ਕੱਚੇ ਹੀ ਹੁੰਦੇ ਨੇ, ਭਾਵੇਂ ਅਜੋਕੇ ਸਮੇਂ ਦੀਆਂ ਸਰਕਾਰਾਂ ਵੇਖ ਲਓ। ਜੇ 1984 ਦੀ ਸਰਕਾਰ ਕੰਨਾਂ ਦੀ ਕੱਚੀ ਨਾ ਹੁੰਦੀ ਤੇ ਸੱਚ ਜਾਣਨਾ ਹਰਮੰਦਰ ਸਾਹਿਬ ਤੇ ਕਦੇ ਹਮਲਾ ਨਹੀਂ ਸੀ ਹੋਣਾ, ਸ੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਕਦੇ ਢਹਿ ਢੇਰੀ ਹੋਣ ਦਾ ਯਤਨ ਨਾ ਹੁੰਦਾ, ਕਿਉਂਕਿ ਇਹ ਸਰਕਾਰਾਂ ਹੁੰਦੀਆਂ ਹੀ ਕੰਨਾਂ ਦੀਆਂ ਕੱਚੀਆਂ ਨੇ, ਜੋ ਸੱਚ ਤੋਂ ਜਾਣੂ ਨਹੀਂ ਹੁੰਦੀਆਂ। ਸੱਚ ਜਾਣਨਾ, ਜੇ ਕਿਤੇ ਜਹਾਂਗੀਰ ਸੱਚ ਤੋਂ ਜਾਣੂ ਹੁੰਦਾ ਨਾ, ਤੇ ਮੈਂ ਦਾਅਵੇ ਨਾਲ ਕਹਿਣਾ ਉਹਨੇ ਵੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਬਣ ਜਾਣਾ। ਪਰ ਬਦਕਿਸਮਤ ਸੀ। ਵੇਖੋ ਬਾਅਦ ਚ ਜਾ ਕੇ ਬਦਲਿਆ ਵੀ ਹੈ ਨਾ ਜਹਾਂਗੀਰ ਨੂੰ, ਥੋੜਾ ਜਿਹਾ ਜਦੋਂ ਉਹਨੂੰ ਗਿਆਨ ਮਿਲਿਆ ਵਾ, ਤੇ ਫਿਰ ਆਪਾਂ ਦੇਖਦੇ ਹਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਨਾਲ ਉਹਦੀ ਨੇੜਤਾ ਬਣੀ ਆ, ਕੁਝ ਅੱਗੇ ਜਾ ਕੇ ਮਿੱਤਰਤਾ ਹੋਈ। ਬਿਲਕੁਲ। ਪਰ ਇੱਕ ਗੱਲ ਜਿਹੜੀ ਹੈ ਨਾ, ਮੈਂ ਦੇਖਦਾ, ਜਿਹੜੀ ਤੁਸੀਂ ਵੀ ਹੁਣੇ ਗੱਲ ਕਰਦੇ ਪਏ ਸੀ, ਅਕਸਰ ਕਿਉਂਕਿ ਜਿਹੜੇ ਰਾਜਨੀਤਿਕ ਲੋਕ ਹੁੰਦੇ ਨਾ, ਤਖਤਾਂ ਤੇ ਬਹਿਣਾ, ਜਿਨ੍ਹਾਂ ਦਾ ਇੱਕ ਮਨਸ਼ਾ ਹੁੰਦਾ, ਉਹ ਲੋਕਾਂ ਦੇ ਜਜ਼ਬਾਤਾਂ ਨਾਲ ਖੇਡਣਾ ਉਹਨਾਂ ਦੀ ਇੱਕ ਫਿਤਰਤ ਬਣ ਜਾਂਦੀ ਹੈ। ਕਿਉਂਕਿ ਧਰਮ ਇੱਕ ਐਸੀ ਚੀਜ਼ ਹੈ ਜਿਹੜੀ ਰੂਹ ਦੇ ਨਾਲ, ਹਰ ਇਨਸਾਨ ਦੇ ਦਿਲ ਦੇ ਨਾਲ ਜੁੜੀ ਹੁੰਦੀ ਹੈ, ਤੇ ਇੱਕ ਦੂਜੇ ਨਾਲ ਇਹ ਧਰਮਾਂ ਵਾਲਿਆਂ ਨੂੰ ਲੜਾ ਕੇ ਤੇ ਆਪ ਆਪਣੀ ਕੁਰਸੀ ਕਾਇਮ ਕਰ ਲੈਣੀ, ਇਹ ਇੱਕ ਡਿਵਾਈਡ ਐਂਡ ਰੂਲ ਦਾ ਬੜਾ ਪੁਰਾਣਾ ਫਾਰਮੂਲਾ। ਪਰ ਮੈਂ ਇੱਥੇ ਜ਼ਰੂਰ ਇਸ ਗੱਲ ਨੂੰ ਦੇਖਦਾ ਕਿ ਇਹ ਹੁਣ ਸਾਨੂੰ ਧਰਮਾਂ ਵਾਲਿਆਂ ਨੂੰ ਹੁਣ ਤੱਕ ਸਮਝ ਆ ਜਾਣੀ ਚਾਹੀਦੀ ਹੈ ਕਿ ਸਾਨੂੰ ਲੜਾਉਣ ਵਾਲੇ ਕੌਣ ਲੋਕ ਨੇ। ਦੇਖੋ, ਆਪਾਂ ਬਹੁਤ 21ਵੀਂ ਸਦੀ ਚੱਲਦੀ ਪਈ ਹੈ, ਬੜੇ ਸਾਡੇ ਕਮਿਊਨੀਕੇਸ਼ਨ ਦੇ ਬੜੇ ਸਾਰੇ ਸਿਲਸਿਲੇ ਬਣ ਗਏ ਨੇ, ਇਹਨਾਂ ਨੂੰ ਸਹੀ ਦਿਸ਼ਾ ਦੇ ਵਿੱਚ ਲੈ ਕੇ ਚੱਲੀਏ। ਅਸੀਂ ਇਹਨਾਂ ਨੂੰ ਵੀ ਲੜਾਈ ਦਾ ਅਖਾੜਾ ਬਣਾ ਦਿੱਤਾ। ਇੱਕ ਬੜਾ ਅੱਛਾ ਸਾਧਨ ਸੀ ਕਿ ਅਸੀਂ ਇੱਕ ਦੂਜੇ ਦੇ ਨਾਲ ਪਿਆਰ ਵੰਡ ਸਕਦੇ ਸੀ, ਪਰ ਅਸੀਂ ਪਿਆਰ ਨਹੀਂ ਵੰਡਦੇ ਪਏ, ਅਸੀਂ ਨਫ਼ਰਤਾਂ ਵੰਡਦੇ ਪਏ ਹਾਂ। ਅਸੀਂ ਅੱਗਾਂ ਲਾ ਰਹੇ ਹਾਂ, ਵਿਚਾਰਾਂ ਦੀਆਂ ਅੱਗਾਂ ਬਹੁਤ ਖਤਰਨਾਕ ਹੁੰਦੀਆਂ ਨੇ। ਸਭ ਤੋਂ ਵੱਡੀ ਗੱਲ ਇਹ ਹੈ ਜੀ ਕਿ ਜੇ ਹਰ ਇੱਕ ਧਰਮੀ ਮਨੁੱਖ
ਆਪਣੇ ਆਪਣੇ ਧਰਮ ਨੂੰ ਇਮਾਨਦਾਰੀ ਨਾਲ ਆਨਰ ਕਰਨ ਲੱਗੇ ਨਾ, ਆਪਣੇ ਆਪਣੇ ਧਰਮ ਨੂੰ ਪਛਾਣ ਲਵੇ, ਤੇ ਧਰਮ ਦੇ ਨਾਂ ਤੇ ਹੋ ਰਹੀ ਜੰਗ ਜਿਹੜੀ ਏ ਇਹ ਸਦਾ ਲਈ ਮੁੱਕ ਸਕਦੀ। ਅੱਜ ਹਾਲਾਤ ਕੀ ਨੇ? ਕੋਈ ਖੁਦਾ ਦੇ ਨਾਂ ਤੇ ਰੌਲਾ ਪਾ ਰਿਹਾ, ਕੋਈ ਰਾਮ ਦੇ ਨਾਂ ਤੇ ਘੱਟ ਅਸੀਂ ਵੀ ਨਹੀਂ, ਅਸੀਂ ਵੀ ਵਾਹਿਗੁਰੂ ਦੇ ਨਾਂ ਤੇ ਬੜਾ ਰੌਲਾ ਪਾਇਆ। ਅੱਜ ਵੇਖੋ, ਅੱਜ ਸਿੱਖ ਆਪਣੇ ਮੂਲ ਮੰਤਰ ਨੂੰ ਲੈ ਕੇ ਇੱਕ ਨਹੀਂ ਹੋ ਸਕੇ। ਤੇ ਸੱਚ ਇਹ ਹੈ ਕਿ ਜਿਸ ਦਿਨ ਗੁਰੂ ਗ੍ਰੰਥ ਸਾਹਿਬ ਨੂੰ ਪਛਾਣ ਲਏਗਾ ਨਾ ਇਹ ਜਗਤ, ਜਿਵੇਂ ਕਈ ਵਾਰ ਇੱਕ ਦਾਸ ਪਹਿਲਾਂ ਵੀ ਬੇਨਤੀ ਕਰਦਾ ਹੁੰਦਾ ਹੈ, ਅੱਲਾ ਕੀ, ਰਾਮ ਕੀ ਤੇ ਮੌਲਾ ਕੀ, ਜੇ ਸਮਝ ਗਏ ਫਿਰ ਰੌਲਾ ਕੀ। ਬਿਲਕੁਲ ਗੱਲ ਤਾਂ ਸਮਝਣ ਰੌਲਾ ਤਾਂ ਬੇਸਮਝੀ ਦਾ ਹੀ ਆ ਨਾ ਜੀ, ਬੇਸਮਝੀ ਦਾ ਹੀ। ਜਿੰਨੀ ਪਛਾਤਾ ਸੱਚ ਚੁੰਮਾ ਪੈਰ ਮੂੰਹ, ਉੱਥੇ ਤੱਕ ਮਨ ਜਾਂਦਾ ਹੀ ਨਹੀਂ ਨਾ, ਉੱਥੇ ਤੱਕ ਪਹੁੰਚੇ ਨਹੀਂ, ਉੱਥੇ ਤੱਕ ਮਨ ਨਹੀਂ ਜਾਂਦਾ। ਸੀ ਸਾਰੇ ਨਾ ਉਹ ਜਿਵੇਂ ਸ਼ੈਲੋ ਵਾਟਰ ਸਵਿਮਿੰਗ ਪੂਲ ਹੁੰਦਾ ਤੇ ਉਹਦੇ ਵਿੱਚ ਥੋੜਾ ਜਿਹਾ ਏਰੀਆ ਹੁੰਦਾ ਸ਼ੈਲੋ ਵਾਲਾ, ਵੀ ਜਿੱਥੇ ਜਾ ਕੇ ਬੱਚਾ ਵੀ ਖਲੋ ਕੇ ਤੇ ਚਲੋ ਨਹਾ ਨੂੰ ਕੇ ਬਾਹਰ ਨਿਕਲ ਆਊਗਾ, ਪਰ ਅਸੀਂ ਸਮੁੰਦਰ ਸਮਝ ਲਿਆ ਕਰਦੇ ਆ ਉਹਨੇ ਇੱਕ ਥਾਂ ਜੀ ਘੁੰਮ ਘੰਮ ਕੇ ਤੇ ਆਪਣੇ ਆਪ ਨੂੰ ਸਮਝਦੇ ਅਸੀਂ ਤਾਰੂ ਬਣ ਗਏ ਆ, ਪਰ ਤਾਰੂ ਉਹ ਨਹੀਂ ਹੁੰਦਾ। ਤਾਰੂ ਤਾਂ ਉਹ ਹੁੰਦੇ ਨੇ ਜਿਹੜੇ ਚੁੱਬੀਆਂ ਵੀ ਮਾਰਦੇ ਨੇ, ਰਤਨ ਅਮੋਲਕ ਵੀ ਚੁਣਦੇ ਨੇ, ਤੇ ਬਿਲਕੁਲ ਉਹ ਧਰਮ ਦੀ ਗਹਿਰਾਈ ਦੇ ਵਿੱਚ ਜਾਣ ਵਾਸਤੇ ਅਸੀਂ ਤਿਆਰ ਨਹੀਂ। ਅਸੀਂ ਮੈਂ ਇਹ ਦੇਖ ਰਿਹਾ ਜੀ ਕਿ ਅੱਜ ਦੇ ਯੁੱਗ ਦੇ ਵਿੱਚ ਦੂਸਰੇ ਦੇ ਧਰਮ ਨੂੰ ਨੀਵਾਂ ਦਿਖਾ ਕੇ, ਦੂਸਰੇ ਦੇ ਧਰਮ ਦੀ ਗਲਤੀ ਕੱਢ ਕੇ ਅਸੀਂ ਬੜੇ ਖੁਸ਼ ਹੁੰਦੇ ਆ। ਤੇ ਮੈਨੂੰ ਫਿਰ ਉਹ ਪੰਕਤੀ ਭਾਈ ਸਾਹਿਬ ਯਾਦ ਆ ਜਾਂਦੀ ਹੈ ਕਿ ਬਿਸਰ ਗਈ ਸਭ ਧਾਤ ਪਰਾਈ, ਸਭ ਜਬ ਤੇ ਸਾਧ ਸੰਗਤ ਮੋਹੇ ਪਾਈ। ਤੇ ਮੈਨੂੰ ਐਵੇਂ ਮਹਿਸੂਸ ਹੁੰਦਾ ਕਿ ਮੈਂ ਅਜੇ ਤੱਕ ਸੰਗਤ ਕੀਤੀ ਨਹੀਂ। ਜੇ ਮੈਂ ਸੰਗਤ ਕੀਤੀ ਹੁੰਦੀ ਨਾ, ਮੈਂ ਗੁਰੂ ਗ੍ਰੰਥ ਸਾਹਿਬ ਦੀ ਸੱਚੀ ਮੁੱਚੀ ਸੰਗਤ ਕੀਤੀ ਹੁੰਦੀ ਤੇ ਪਰਾਈ ਧਾਤ ਨਹੀਂ ਸੀ ਮੇਰੇ ਚ ਹੋਣੀ, ਮੇਰੇ ਅੰਦਰ ਗਲਾਨੀ ਮੁੱਕ ਚੁੱਕੀ ਹੋਣੀ ਸੀ, ਨਫ਼ਰਤਾਂ ਮੁੱਕ ਗਈਆਂ ਹੋਣੀਆਂ ਸੀ। ਸੋ ਨਫ਼ਰਤਾਂ ਅਜੇ ਸਾਡੇ ਅੰਦਰ ਹੈ ਨੇ, ਇਹਦਾ ਮਤਲਬ ਕਿ ਅਸੀਂ ਅਜੇ ਉਸ ਰਾਹ ਦੇ ਉਸ ਮੰਜ਼ਿਲ ਵੱਲ ਨਹੀਂ ਵੱਧ ਰਹੇ ਜਿਹੜੇ ਮੰਜ਼ਿਲ ਵੱਲ ਧਰਮ ਸਾਨੂੰ ਵਧਾਉਣਾ ਚਾਹੁੰਦਾ ਹੈ, ਜਾਂ ਜਿਹੜਾ ਸਾਡਾ ਟੀਚਾ ਹੋਣਾ ਚਾਹੀਦਾ, ਜੋ ਗੁਰੂ ਅਰਜਨ ਸਾਹਿਬ ਜੀ ਨੇ ਜਿਹਦੇ ਵਾਸਤੇ ਸ਼ਹਾਦਤ ਦਿੱਤੀ ਹੈ। ਜੇ ਅੱਜ ਵੀ ਅਸੀਂ ਉਸ ਨਫ਼ਰਤ ਨੂੰ ਖਤਮ ਨਹੀਂ ਕਰ ਪਾਏ ਤੇ ਮੈਨੂੰ ਲੱਗਦਾ ਕਿ ਅਸੀਂ ਹਰ ਸਾਲ ਇਹ ਜਿਹੜਾ ਦਿਨ ਮਨਾਉਂਦੇ ਆ, ਇਹਦੇ ਵਿੱਚ ਅਸੀਂ ਉਹ ਚੀਜ਼ ਅਚੀਵ ਨਹੀਂ ਕਰ ਪਾ ਰਹੇ ਜਿਹੜੀ ਸਾਨੂੰ ਅਚੀਵ ਕਰਨੀ ਬਣਦੀ ਹੈ। ਜਿਹੜੀ ਨਫ਼ਰਤ ਅਸੀਂ ਮਨੁੱਖਤਾ ਦੇ ਵਿੱਚੋਂ ਖਤਮ ਕਰਨ ਲਈ ਤੁਰੇ ਸਾਂ, ਸੱਚ ਤਾਂ ਇਹ ਹੈ ਬਈ ਉਹ ਨਫ਼ਰਤ ਤੇ ਹੁਣ ਸਾਡੇ ਘਰਾਂ ਦੇ ਵਿੱਚ ਆ ਗਈ। ਅੱਜ ਸਿੱਖ ਦਾ ਵੈਰੀ ਹੋਇਆ, ਕਾਲੀ ਪੱਗ ਵਾਲਾ ਨੀਲੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ, ਕੇਸਰੀ ਪੱਗ ਵਾਲਾ ਚਿੱਟੀ ਪੱਗ ਵਾਲੇ ਨੂੰ ਫਤਿਹ ਨਹੀਂ ਬੁਲਾਉਂਦਾ। ਅਸੀਂ ਆਪੋ ਆਪਣੀਆਂ ਟਕਸਾਲਾਂ ਵਿੱਚ, ਆਪੋ ਆਪਣੀਆਂ ਸੁਸਾਇਟੀਆਂ ਵਿੱਚ, ਆਪੋ ਆਪਣੀਆਂ ਸੰਪਰਦਾਵਾਂ ਵਿੱਚ ਵੰਡੇ ਗਏ। ਗੁਰੂ ਦੀ ਗੱਲ ਕਿੱਥੇ ਰਹਿ ਗਈ? ਬਿਲਕੁਲ ਗੁਰੂ ਨੇ ਸਾਰੇ ਜਗਤ ਨੂੰ ਆਪਣੀ ਗਲਵੱਕੜੀ ਚ ਲਿਆ ਸੀ। ਜੇ ਕਿਤੇ ਇਹ ਗੱਲ ਜੇ ਕਿਤੇ ਜਹਾਂਗੀਰ ਨੂੰ ਸਮਝ ਆ ਜਾਂਦੀ ਤੇ ਉਹਦੇ ਕੋਲੋਂ ਇੰਨਾ ਵੱਡਾ ਪਾਪ ਨਹੀਂ ਸੀ ਹੋਣਾ ਜੀ। ਤਖ ਤੁਝ ਕੇ ਜਹਾਂਗੀਰੀ, ਜੋ ਕਿ ਸਮੇਂ ਦੇ ਬਾਦਸ਼ਾਹ ਦੀ ਆਪਣੀ ਹਸਤ ਲਿਖਤ ਕਿਤਾਬ ਹੈ, ਕਿ ਉਹਨੇ ਆਪਣੀ ਹੱਥੀਂ ਲਿਖੀ ਆਪਣੀ ਕਲਮ ਦੇ ਨਾਲ। ਉਸ ਨੇ ਗੁਰੂ ਘਰ ਦੇ ਪ੍ਰਥਾਏ ਜੋ ਜ਼ਹਿਰ ਭਰੇ ਲਫ਼ਜ਼ ਵਰਤੇ ਨਾ, ਇੱਥੋਂ ਪਤਾ ਲੱਗਦਾ ਹੈ ਵੀ ਉਹ ਗੁਰੂ ਘਰ ਦਾ ਕਿੰਨਾ ਵੱਡਾ ਵਿਰੋਧੀ ਸੀ। ਤੁਝ ਕੇ ਜਹਾਂਗੀਰੀ ਦੇ ਵਿੱਚ ਉਹਨੇ ਜ਼ਿਕਰ ਕੀਤਾ ਕਿ ਦਰਿਆ ਬਿਆਸ ਦੇ ਕੰਢੇ ਇੱਕ ਹਿੰਦੂ ਫਕੀਰ। ਹੁਣ ਇੱਥੇ ਗੱਲ ਨੂੰ ਸਮਝਣਾ ਕਿ ਇਹਦਾ ਮਤਲਬ ਉਸ ਬੰਦੇ ਨੂੰ ਸਿੱਖੀ ਦੇ ਮੂਲ ਬਾਰੇ ਹੀ ਕੋਈ ਜਾਣਕਾਰੀ ਨਹੀਂ ਸੀ। ਅਜੇ ਵੀ ਉਹ ਗੁਰੂ ਨਾਨਕ ਦੇ ਘਰ ਨੂੰ ਜਿਹੜਾ ਉਹ ਹਿੰਦੂ ਫਕੀਰ ਕਹਿ ਰਿਹਾ। ਇਹਦਾ ਮਤਲਬ ਉਹ ਧਰਮ ਤੋਂ ਕਿੰਨਾ ਹੀਣਾ ਹੋਏਗਾ। ਮੈਂ ਤਾਂ ਕਹਿੰਦਾ ਸੰਸਾਰਿਕ ਤੌਰ ਤੇ ਵੀ ਅਕਬਰ ਆ ਚੁੱਕਾ ਸੀ। ਮੈਂ ਮਾਫ ਕਰਨਾ ਤੁਹਾਡੀ ਗੱਲ ਦੇ ਵਿੱਚ ਗੱਲ ਜੋੜਾਂ ਕਿ ਅਜੇ ਤੱਕ ਅਕਬਰ ਗੋਇੰਦਵਾਲ ਸਾਹਿਬ ਆ ਕੇ ਲੰਗਰ 'ਚ ਬੈਠ ਕੇ ਪ੍ਰਸ਼ਾਦਾ ਛਕ ਕੇ ਜਾ ਚੁੱਕਾ ਹੈ। ਅਕਬਰ ਆ ਚੁੱਕਾ ਸੀ, ਬਾਬਰ ਗੁਰੂ ਨਾਨਕ ਸਾਹਿਬ ਦੇ ਚਰਨਾਂ ਤੇ ਨਤਮਸਤਕ ਹੋ ਚੁੱਕਾ ਸੀ, ਹਮਾਯੂ ਗੁਰੂ ਅੰਗਦ ਦੇਵ ਜੀ ਨੂੰ ਪਛਾਣ ਚੁੱਕਾ ਸੀ ਜੀ। ਇਹ ਤਾਂ ਸਾਰੀ ਖੇਡ ਜਿਹੜੀ ਹੈ, ਉਹ ਗੱਲ ਉਹੀ ਜਿਹੜੀ ਆਪ ਜੀ ਨੇ ਥੋੜੀ ਦੇਰ ਪਹਿਲਾਂ ਕੀਤੀ ਸੀ ਕਿ ਉਹ ਪਿਆਲਿਆਂ ਦੇ ਵਿੱਚ ਤੇ ਸ਼ਬਾਬ ਦੇ ਵਿੱਚ ਹੀ ਸਾਰਾ ਸਮਾਂ ਉਹਨੇ ਗੁਜ਼ਾਰਿਆ ਹੋਇਆ ਸੀ। ਉਹਨੂੰ ਪਤਾ ਹੀ ਨਹੀਂ ਸੀ ਆਲੇ ਦੁਆਲੇ ਹੈ ਕੀ, ਉਹਨੂੰ ਪਤਾ ਹੀ ਨਹੀਂ ਸੀ। ਜੋ ਉਹਨੇ ਲਫ਼ਜ਼ ਵਰਤੇ ਹੈ ਕਿ ਦਰਿਆ ਬਿਆਸ ਦੇ ਕੰਢੇ ਇੱਕ ਹਿੰਦੂ ਫਕੀਰ ਜੋ ਝੂਠ ਦੀ ਹੱਟੀ ਖੋਲ ਕੇ ਬੈਠਾ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਦੇ ਘਰ ਨੂੰ ਝੂਠ ਦੀ ਹੱਟੀ ਕਿਹਾ ਗਿਆ। ਤੇ ਉਹਨੇ ਵੀ ਕਿਹਾ ਵੀ ਕਈ ਅਣਧਰਮੀ ਜਿਹੜੇ ਨੇ ਉਹ ਉਸ ਦੇ ਸ਼ਿਕਾਰ ਹੋਏ ਨੇ, ਤੇ ਕੁਝ ਮੂਰਖ ਮੁਸਲਮਾਨ ਵੀ ਜੋ ਅਣਭੋਲੇ ਨੇ, ਜੋ ਆਪਣੇ ਧਰਮ ਵਿੱਚ ਪੱਕੇ ਨਹੀਂ, ਉਹ ਵੀ ਉਹਦੇ ਸ਼ਾਗਿਰਦ ਬਣ ਰਹੇ ਨੇ। ਤੇ ਇਉਂ ਜਾਪਦਾ ਹੈ ਕਿ ਇਸ ਹੱਟੀ ਨੂੰ ਹੁਣ ਬੰਦ ਕਰਨ ਦਾ ਸਮਾਂ ਆ ਗਿਆ। ਹੁਣ ਇੱਥੋਂ ਪਤਾ ਲੱਗਦਾ ਹੈ ਕਿ ਉਹ ਕਿਤਨਾ ਗੁਰੂ ਘਰ ਦਾ ਵਿਰੋਧੀ ਹੋਵੇਗਾ। ਸਮੇਂ ਦਾ ਬਾਦਸ਼ਾਹ, ਮਾਫ ਕਰਨਾ, ਜੇ ਬਾਦਸ਼ਾਹ ਜ਼ਾਲਮ ਹੋਵੇ ਨਾ
ਤੇ ਫਿਰ ਪੀਰਾਂ ਪੈਗੰਬਰਾਂ ਨੂੰ, ਗੁਰੂ ਪੀਰਾਂ ਨੂੰ ਫਿਰ ਸ਼ਹਾਦਤ ਦੇ ਕੇ ਦੁਨੀਆ ਦੀ ਅੱਖ ਖੋਲਣੀ ਪੈਂਦੀ ਏ। ਤੋ ਸੱਚੇ ਪਾਤਸ਼ਾਹ ਨੇ ਇੱਕ ਬੜਾ ਵੱਡਾ ਉਹ ਕਾਰਨਾਮਾ ਕਰ ਵਿਖਾਇਆ। ਇੱਥੇ ਇੱਕ ਬੇਨਤੀ ਕਰਾਂ, ਗੁਰੂ ਸਾਹਿਬ ਆਪ ਪ੍ਰਤਾਖਾਰ ਨੇ, ਗੁਰੂ ਅਰਜਨ ਪ੍ਰਤਾਖਾਰ। ਗੁਰੂ ਸਾਹਿਬ ਚਾਹੁੰਦੇ ਤੇ ਆਪਣੀ ਸ਼ਹੀਦੀ ਨੂੰ ਟਾਲ ਸਕਦੇ ਸਨ ਕਿ ਗੁਰੂ ਸਾਹਿਬ ਜੋ ਆਪ ਕਰਨ ਕਾਰਨ ਸਮਰੱਥ ਨੇ, ਆਪੇ ਮਾਰ ਜਵਾਲੇ ਆਪੇ, ਉਹ ਤੇ ਉਹਦੇ ਹੱਥ ਦੀ ਖੇਡ ਹੈ ਗੁਰੂ ਪ੍ਰਤੱਖ ਦੇ। ਪਰ ਗੁਰੂ ਨੇ ਸਿੱਖ ਨੂੰ ਮੌਤ ਤੋਂ ਭਜਣਾ ਨਹੀਂ ਸੀ ਸਿਖਾਇਆ। ਗੁਰੂ ਸਾਹਿਬ ਨੇ ਅਸਲ ਵਿੱਚ ਜਹਾਨ। ਭਾਈ ਸਾਹਿਬ ਤੁਹਾਡੇ ਇਹ ਬਚਨ ਸੁਣ ਕੇ ਨਾ ਇੱਕਦਮ ਜ਼ਿਹਨ 'ਚ ਗੱਲ ਆਈ, ਇਹ ਗੁਰੂ ਸਾਹਿਬ ਜੀ ਦੀ ਆਪਣੀ ਹੀ ਕੋਈ ਕਲਾ ਸੀ। ਵੇਖੋ ਜਦੋਂ ਸੁਲਹੀ ਖਾਨ ਚੜ ਕੇ ਆਇਆ, ਉਦੋਂ ਗੁਰੂ ਸਾਹਿਬ ਜੀ ਨੇ ਮੈਂ ਸਭ ਕੀ ਛੋੜ ਪ੍ਰਭ ਤੁਝੇ ਤੇ ਆਇਆ, ਉਦੋਂ ਉਹ ਵੀ ਖੇਡ ਰਚਾ ਕੇ ਸਾਨੂੰ ਦੱਸੀ। ਉਹ ਵੀ ਖੇਡ ਰਚਾ ਕੇ ਦੱਸੀ। ਸਿੱਖਾਂ ਨੇ ਕਿੰਨਾ ਕਿਹਾ, ਆਪਣੀ ਹੀ ਖੇਡ ਸੀ। ਸਿੱਖਾਂ ਨੇ ਕਿੰਨਾ ਕੁ ਕਿਹਾ, ਸਤਿਗੁਰੂ ਪ੍ਰਥਮੇ ਮਤਾ ਕਿ ਪੱਤਰੀ ਚਲਾਵੋ, ਉਹ ਚਿੱਠੀ ਪੱਤਰੀ ਭੇਜ ਕੇ ਉਹਨੂੰ ਡਕੋ। ਗੁਰੂ ਸਾਹਿਬ ਨੇ ਕਿਹਾ ਮੈਨੂੰ ਨਿਰੰਕਾਰ ਤੇ ਭਰੋਸਾ ਹੈ, ਚਿੰਤਾ ਨਾ ਕਰੋ, ਸੁਲਹੀ ਤੁਹਾਡਾ ਕੁਝ ਨਹੀਂ ਵਿਗਾੜ ਸਕਦਾ। ਗੁਰੂ ਸਾਹਿਬ ਨੇ ਆਪਣੇ ਆਪ ਨੂੰ ਪ੍ਰਗਟ ਨਹੀਂ ਸੀ ਕੀਤਾ, ਆਪਣੇ ਆਪ ਨੂੰ ਕਦੇ ਪ੍ਰਤੱਖ ਨਿਰੰਕਾਰ ਦਾ ਰੂਪ ਨਹੀਂ ਕਿਹਾ। ਫਿਰ ਸਿੱਖਾਂ ਨੇ ਦੂਜਾ ਬਚਨ ਕੀਤਾ, ਦਿੱਤੀਏ ਮਤਾ ਦੋਏ ਮਾਨਕ ਕੋ ਜਾਮੋ, ਤ੍ਰਿਤੀਏ ਮਤਾ ਕਿਛ ਕਰੋ ਉਪਾਇਆ, ਮੈਂ ਸਭ ਕਿਛ ਛੋੜ ਪ੍ਰਭ ਉਹੀ ਤੇ ਆਇਆ। ਇਹ ਹੈ ਸੱਚੇ ਪਾਤਸ਼ਾਹ ਦੀ ਖੇਡ। ਸਾਨੂੰ ਦੱਸਣਾ ਚਾਹੁੰਦੇ ਸਨ ਕਿ ਉਸ ਪਰਮਾਤਮਾ ਨੂੰ ਧਿਆਉਣਾ ਤੇ ਕਰ, ਫਿਰ ਕੀ ਹੋਏਗਾ। ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਹਤ ਕਹੀ ਨਾ ਪਹੁੰਚੀ, ਸੁਲਹੀ ਹੋਏ ਮੁਆ ਨਾ ਪਾਕ, ਕਾੜ ਕੁਟਾਰ ਖਸਮ ਸਿਰ ਕਾਟਿਆ, ਖਿਨ ਮੇ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਪਚਿਆ, ਜਿਨ ਕੀਨਾ ਤਿਨ ਦੀਨੋਂ ਤਾਕ। ਵੇਖੋ ਕਿਵੇਂ ਸਤਿਗੁਰੂ ਨੇ ਇੱਕ ਇੱਕ ਗੱਲ ਨੂੰ ਪ੍ਰਤੱਖ ਗੁਰਬਾਣੀ ਦੇ ਵਿੱਚ ਪ੍ਰਗਟ ਕੀਤਾ। ਜੀ ਜੀ ਬਿਲਕੁਲ, ਇਹ ਸਾਰਾ ਕੁਝ ਪਹਿਲਾਂ ਪ੍ਰਗਟ ਕੀਤਾ ਹੋਇਆ ਸੀ, ਪਰ ਜਦੋਂ ਹੁਣ ਇਹ ਸਮਾਂ ਆਇਆ ਤੇ ਫਿਰ ਮੈਂ ਸਮਝਦਾ ਕਿ ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਵਾਹ ਵਾਹ। ਇਹ ਬਚਨ ਵੀ ਗੁਰੂ ਸਾਹਿਬ ਦੇ ਆਪਣੇ ਬਚਨ। ਅੱਜ ਕੱਲ ਹੁੰਦਾ ਨਾ ਸਕੂਲਾਂ ਕਾਲਜਾਂ ਦੇ ਵਿੱਚ ਕਿ ਇੱਕ ਥਿਉਰੀ ਪੜਾਉਂਦੇ ਨੇ ਤੇ ਫਿਰ ਉਹ ਲੈਬੋਰਟਰੀ 'ਚ ਲੈ ਕੇ ਜਾਂਦੇ ਨੇ, ਉੱਥੇ ਉਸ ਚੀਜ਼ ਦਾ ਪ੍ਰੈਕਟੀਕਲ ਕਰਕੇ ਦਿਖਾਉਂਦੇ ਨੇ। ਜੀ ਹਾਂ ਜੀ ਹਾਂ ਜੀ ਹਾਂ। ਕਿ ਆਹ ਜਿਹੜੀ ਗੱਲ ਤੁਹਾਨੂੰ ਸਮਝਾਈ ਸੀ ਨਾ, ਉਹ ਐਵੇਂ ਹੁੰਦੀ ਹੈ। ਤੇ ਗੁਰੂ ਸਾਹਿਬ ਨੇ ਵੀ ਵੇਖੋ, ਮੈਂ ਸਮਝਦਾ ਇਹਦੋਂ ਵੱਡੀ ਸੰਥਿਆ ਕਿਹੜੀ ਹੋ ਸਕਦੀ ਹੈ। ਵਾਕਈ ਜਿਹੜੀ ਗੁਰੂ ਅਰਜਨ ਸਾਹਿਬ ਜੀ ਨੇ ਖੁਦ ਜਿਹੜੇ ਅਰਥ ਸਮਝਾਏ ਨੇ, ਇਦੋਂ ਵੱਡੀ ਸੰਥਿਆ, ਇਦੋਂ ਵੱਡੀ ਗੁਰੂ ਕੀ ਬਾਣੀ ਦੀ ਵਿਆਖਿਆ ਨਹੀਂ ਹੋ ਸਕਦੀ ਜੋ ਗੁਰੂ ਅਰਜਨ ਸਾਹਿਬ ਜੀ ਨੇ ਖੁਦ। ਪਰ ਇੱਥੇ ਮੈਂ ਇੱਕ ਬੇਨਤੀ ਜ਼ਰੂਰ ਕਰਾਂ ਭਾਈ ਸਾਹਿਬ, ਸਾਰੀਆਂ ਸੰਗਤਾਂ ਸਰਵਣ ਕਰ ਰਹੀਆਂ ਨੇ, ਇੱਕ ਬੇਨਤੀ ਜ਼ਰੂਰ ਕਰਾਂ ਜੀ। ਅਸੀਂ ਅਜੇ ਵੀ ਬੜੇ ਬਦਕਿਸਮਤ ਹਾਂ। ਅਸੀਂ ਗੁਰੂ ਅਰਜਨ ਦੇਵ ਜੀ ਦੀ ਇੰਨੀ ਮਹਾਨ ਸ਼ਹਾਦਤ ਨੂੰ ਅਜੇ ਵੀ ਕੇਵਲ ਕੱਚੀ ਲੱਸੀ ਵਾਲਾ ਗੁਰਪੁਰਬ ਬਣਾ ਕੇ ਛੱਡ ਦਿੱਤਾ। ਇਸ ਤੋਂ ਅੱਗੇ ਵੱਧ ਹੀ ਨਹੀਂ ਸਕਦੇ। ਅੱਜ ਸਾਡੀ ਨੌਜਵਾਨ ਪੀੜ੍ਹੀ ਨੂੰ, ਸਾਡੀ ਨੈਕਸਟ ਜਨਰੇਸ਼ਨ ਨੂੰ ਕੋਈ ਪੁੱਛੇ ਨਾ ਤੇ ਉਹਨੂੰ ਕੱਚੀ ਲੱਸੀ ਤੋਂ ਇਲਾਵਾ ਅੱਗੇ ਕੁਝ ਨਜ਼ਰ ਨਹੀਂ ਆਉਂਦਾ। ਅਸਲ ਦੇ ਵਿੱਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੀ ਪਾਵਨ ਸ਼ਹਾਦਤ ਇਹ ਸਿੱਖ ਧਰਮ ਦੇ ਇਤਿਹਾਸ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਹੋ ਕੇ ਨਿਬੜਿਆ ਜੀ। ਦਿਸ ਵਾਸ ਅ ਟਰਨਿੰਗ ਪੁਆਇੰਟ ਫॉर द ਹਿਸਟਰੀ ਆਫ ਸਿੱਖਸ। ਕਿਉਂਕਿ ਜਦੋਂ ਸੱਚੇ ਪਾਤਸ਼ਾਹ ਸ਼ਹਾਦਤ ਦੇਣ ਦੇ ਲਈ ਲਾਹੌਰ ਵੱਲ ਗਏ ਨਾ, ਤੇ ਸਮੂਹ ਸੰਗਤਾਂ ਨੂੰ ਇਹ ਤਹਿਕੀਕ ਕਰ ਗਏ ਸਨ ਕਿ ਸਾਡੇ ਤੋਂ ਬਾਅਦ ਛੇਵੇਂ ਪਾਤਸ਼ਾਹ ਜਿਹੜੇ ਨੇ ਉਹ ਵੱਡ ਯੋਧਾ, ਪਰਉਪਕਾਰੀ ਗੁਰੂ ਹਰਗੋਬਿੰਦ ਸਾਹਿਬ ਹੋਣਗੇ। ਗੁਰੂ ਹਰਗੋਬਿੰਦ ਸਾਹਿਬ ਜੀ ਦੀ ਉਸ ਸਮੇਂ ਦੁਨਿਆਵੀ ਆਰਜਾ ਸੀ 11 ਵਰੇ, ਜਦੋਂ ਸੱਚੇ ਪਾਤਸ਼ਾਹ ਗੁਰਤਾ ਗੱਦੀ ਤੇ ਬਿਰਾਜਮਾਨ ਹੋਏ। ਪੰਚਮ ਪਾਤਸ਼ਾਹ ਸ਼ਹੀਦੀ ਦੇਣ ਤੋਂ ਪਹਿਲੇ ਇਹ ਗੱਲ ਨੂੰ ਸਮਝਣਾ ਜ਼ਰੂਰੀ ਹੈ। ਪੰਚਮ ਪਾਤਸ਼ਾਹ ਜੋ ਸ਼ਹੀਦੀ ਦੇਣ ਤੋਂ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਇਹ ਇਸ਼ਾਰਾ ਕਰ ਗਏ ਸਨ ਕਿ ਹੁਣ ਸ਼ਸਤਰਧਾਰੀ ਹੋਣਾ ਜੀ। ਪਹਿਲੇ 5 ਜਾਮੇ ਵੀ ਸ਼ਸਤਰਧਾਰੀ ਸਨ। ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੋਂ ਗੁਰੂ ਅਰਜਨ ਦੇਵ ਜੀ ਤੱਕ ਸਾਡੇ ਸਿੱਖ ਇਤਿਹਾਸ ਨੂੰ ਪੜ੍ਹਨ ਦੀ, ਵਿਚਾਰਨ ਦੀ ਲੋੜ ਹੈ ਜੀ। ਸ਼ਸਤਰਧਾਰੀ ਸਨ, ਪਰ 5 ਪਾਤਸ਼ਾਹੀਆਂ ਨੇ ਸ਼ਸਤਰ ਪ੍ਰਗਟ ਨਹੀਂ ਸਨ ਕੀਤੇ ਜੀ। ਜਿਵੇਂ ਰਾਮਕਲੀ ਕੀ ਵਾਰ ਦੇ ਵਿੱਚ ਜ਼ਿਕਰ ਆਉਂਦਾ ਹੈ ਕਿ ਘੋੜਾ ਕੀਤੋ ਸਹਿਜ ਦਾ ਜਤ ਕੀਓ ਪਲਾਣ, ਤਣਖ ਛੜਾਇਓ ਸੱਤ ਦਾ ਜਸੰਦਾ ਬਾਣ, ਕੱਲ ਵਿੱਚ ਤੂੰ ਅੰਦਾਰ ਸੱਚ ਰਿਆ ਰਹਿ ਪਾਣ। ਇਹ ਗੱਲ ਸਮਝਣੀ ਪਏਗੀ ਕਿ ਗੁਰੂ ਸਾਹਿਬ ਨੇ ਸੱਚ ਰੂਪੀ ਘੋੜੇ ਦੀ ਸਵਾਰੀ ਕੀਤੀ ਜੀ, ਤੇ ਕਲਯੁਗ ਦੇ ਨਾਲ ਟਕਰਾ ਕੀਤਾ। ਪੰਜਮ ਪਾਤਸ਼ਾਹ ਨੂੰ ਕਿਸੇ ਨੇ ਪੁੱਛਿਆ ਸੀ ਨਾ, ਗੁਰੂ ਸਿੱਖਾਂ ਨੇ, ਕਿ ਸੱਚੇ ਪਾਤਸ਼ਾਹ ਸਮੇਂ ਦੇ ਜਿੰਨੇ ਵੀ
ਆਪਣੇ ਆਪਣੇ ਸਮਿਆਂ ਵਿੱਚ ਮਹਾਪੁਰਸ਼ ਹੋਏ ਨੇ ਜਾਂ ਅਵਤਾਰ ਹੋਏ ਨੇ, ਸਭ ਸ਼ਸਤਰਧਾਰੀ ਹੋਏ ਨੇ, ਤੇ ਤੁਸੀਂ ਸ਼ਸਤਰ ਧਾਰਨ ਨਹੀਂ ਕਰਤੇ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਪੰਚਮ ਪਾਤਸ਼ਾਹ ਦਾ ਬਚਨ ਹੈ, ਅਸੀਂ ਵੀ ਸ਼ਸਤਰਧਾਰੀ ਆ। ਸਿੱਖ ਬੜੇ ਹੈਰਾਨ ਹੋਏ, ਸੱਚੇ ਪਾਤਸ਼ਾਹ ਕਦੇ ਸ਼ਸਤਰ ਡਿੱਠਾ ਨਹੀਂ। ਤੇ ਗੁਰੂ ਸਾਹਿਬ ਨੇ ਬਚਨ ਕੀਤਾ ਸੀ, ਗਰੀਬੀ ਗਦਾ ਹਮਾਰੀ, ਖੰਨਾ ਸਗਲ ਰੇਣ ਛਾਰੀ। ਕਹਿੰਦੇ ਮੈਂ ਜਿਹੜੀ ਗੁਰੂ ਨਾਨਕ ਦੇ ਘਰ ਦੀ ਗਰੀਬੀ ਹੈ, ਉਹ ਸਾਡੇ ਹੱਥ ਵਿੱਚ ਫੜੀ ਹੋਈ ਗਦਾ ਜਿਹੜੀ 5 ਪਾਂਡਵਾਂ ਦੇ ਵਿੱਚੋਂ ਭੀਮ ਨੇ ਫੜੀ ਸੀ ਗਦਾ, ਉਹ ਜੋ ਤ੍ਰੇਤੇ ਦੇ ਵਿੱਚ, ਹਾਂਜੀ ਤ੍ਰੇਤੇ ਦੇ ਵਿੱਚ ਜੋ ਰਾਮ ਭਗਤ ਹਨੂਮਾਨ ਨੇ ਫੜੀ ਗਦਾ। ਤੇ ਕਹਿੰਦੇ ਕੇਵਲ ਇੱਕ ਸ਼ਸਤਰ ਨਹੀਂ, ਮੈਂ ਇੱਕ ਹੋਰ ਸ਼ਸਤਰ ਵੀ ਫੜਿਆ, ਉਹ ਕਿਹੜਾ? ਖੰਨਾ ਸਗਲ ਰੇਣ ਛਾਰੀ, ਕਿ ਬਖਸ਼ਿਆਂ ਦੀ ਚਰਨ ਧੂੜੀ। ਸੋ ਬਿਲਕੁਲ ਇਹ ਗਦਾ ਵੀ ਜਿਹੜਾ ਬੜਾ ਵੱਡਾ ਸ਼ਸਤਰ ਹੈ, ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਿਸ ਗਰੀਬੀ ਗਦਾ ਹਮਾਰੀ ਦੀ ਗੱਲ ਕੀਤੀ, ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਬਹੁਤ ਵੱਡੀ ਸ਼ਕਤੀ ਹੈ ਇਸ ਗਰੀਬੀ ਦੇ ਵਿੱਚ। ਤੇ ਮੈਂ ਸਮਝਦਾ ਗੁਰੂ ਸਾਹਿਬ ਜੀ ਨੇ ਇਸ ਦਾ ਇੱਕ ਬਹੁਤ ਹੀ ਪ੍ਰਤੱਖ ਰੂਪ ਪ੍ਰਗਟ ਵੀ ਕੀਤਾ, ਜਦੋਂ ਤਤੀ ਤਵੀ ਦੇ ਉੱਤੇ ਬੈਠੇ ਨੇ ਤੇ ਸਾਈਂ ਮੀਆਂ ਮੀਰ ਕਹਿੰਦੇ ਨੇ ਕਿ ਮਸਲ ਕੇ ਰੱਖਦਾ ਹੈ ਸਲਤਨਤ ਨੂੰ, ਪਰ ਗੁਰੂ ਸਾਹਿਬ ਕਹਿੰਦੇ ਕਿ ਨਹੀਂ, ਅੱਜ ਇਹ ਵੀ ਖੇਡ ਜਿਹੜੀ ਹੈ ਜਗਤ ਤੇ ਵਰਤਾਉਣੀ ਹੈ। ਸੋ ਭਾਈ ਸਾਹਿਬ ਪਾਸੋਂ ਆਪਾਂ ਸਰਵਣ ਕਰ ਰਹੇ ਹਾਂ, ਗੁਰ ਇਤਿਹਾਸ ਸਰਵਣ ਕਰ ਰਹੇ ਹਾਂ। ਦੇਹਰਾਦੂਨ ਤੋਂ ਇਸ ਵਕਤ ਸਾਡੇ ਨਾਲ ਭਾਈ ਬਲਵਿੰਦਰ ਸਿੰਘ ਜੀ ਜੁੜੇ ਹੋਏ ਨੇ, ਕਥਾਵਾਚਕ ਜੀ। ਭਾਈ ਸਾਹਿਬ, ਸਤਿਗੁਰਾਂ ਨੇ ਜਿੱਥੇ ਗਦਾ ਦੀ ਗੱਲ ਕੀਤੀ, ਉੱਥੇ ਨਾਲ ਹੀ ਇਹ ਗੱਲ ਵੀ ਕਹੀ, ਖੰਨਾ ਸਗਲ ਰੇਣ ਛਾਰੀ। ਬਾਬਾ ਜੀ ਨੇ ਖੰਡੇ ਦੀ ਵੀ ਗੱਲ ਕੀਤੀ ਕਿ ਅਸੀਂ ਖੰਡਾ ਵੀ ਧਾਰਨ ਕੀਤਾ ਹੈ। ਪਹਿਲੇ ਪੰਜ ਜਾਮਿਆਂ ਨੇ ਸ਼ਸਤਰ ਪ੍ਰਗਟ ਨਹੀਂ ਸਨ ਕੀਤੇ, ਪਰ 6ਵੇਂ ਪਾਤਸ਼ਾਹ ਬੜਜੋਧਾ ਪਰਉਪਕਾਰੀ, ਜਦੋਂ ਲਗਭਗ 11 ਵਰਿਆਂ ਦੀ ਦੁਨਿਆਵੀ ਆਰਜਾ, ਜਦੋਂ ਸੱਚੇ ਪਾਤਸ਼ਾਹ ਜਦੋਂ ਤਖਤ ਤੇ ਬਿਰਾਜਮਾਨ ਹੋਏ, ਤੇ ਬਾਬਾ ਬੁੱਢਾ ਜੀ ਨੂੰ ਬੇਨਤੀ ਕੀਤੀ ਕਿ ਸਾਨੂੰ ਮੀਰੀ ਤੇ ਪੀਰੀ ਦੀਆਂ 2 ਤਲਵਾਰਾਂ ਪਹਿਨਾਈਆਂ ਜਾਣ। ਸੱਚੇ ਪਾਤਸ਼ਾਹ ਅਸਲ ਦੇ ਵਿੱਚ ਇੱਕ ਬੜਾ ਵੱਡਾ ਟਰਨਿੰਗ ਪੁਆਇੰਟ ਸੀ। ਗੁਰੂ ਅਰਜਨ ਦੇਵ ਜੀ ਨੇ ਜਿਸ ਭਾਵਨਾ ਦੇ ਨਾਲ ਨਿਮਰਤਾ ਨੂੰ ਮੁੱਖ ਰੱਖ ਕੇ ਭਾਣੇ ਨੂੰ ਮਿੱਠਾ ਕਣ ਕੇ ਮੰਨਣ ਦੀ ਜਾਚ ਦਰਸਾਈ ਸੀ, ਤੇ ਸੱਚੇ ਪਾਤਸ਼ਾਹ ਜੀ ਨੇ ਜਿਸ ਸ਼ਾਂਤੀ ਦੇ ਨਾਲ ਸ਼ਹੀਦੀ ਦਿੱਤੀ, ਤੇ ਉਸ ਸ਼ਾਂਤੀ ਦੇ ਵਿੱਚੋਂ 6ਵੇਂ ਪਾਤਸ਼ਾਹ ਨੇ ਕ੍ਰਾਂਤੀ ਪ੍ਰਗਟ ਕੀਤੀ। ਸ਼ਸਤਰ ਧਾਰਨ ਕਰਕੇ ਪਾਤਸ਼ਾਹ ਨੇ ਸਮੁੱਚੇ ਪੰਥ ਨੂੰ ਇੱਕ ਹਲੂਣਾ ਦਿੱਤਾ ਕਿ ਅੱਜ ਤੋਂ ਜੋ ਸਾਡੇ ਦਰਸ਼ਨ ਕਰਨ ਆਵੇ, ਜੋ ਗੁਰੂ ਘਰ ਦੀ ਪ੍ਰਸੰਨਤਾ ਲੈਣਾ ਚਾਹਵੇ, ਉਹ ਸੁੰਦਰ ਬੇਸ਼ਕੀਮਤੀ ਸ਼ਸਤਰ ਤੇ ਬੇਸ਼ਕੀਮਤੀ ਘੋੜੇ ਲੈ ਕੇ ਆਵੇ। ਸਤਿਗੁਰੂ ਸਰੀਰ ਨੂੰ ਕਮਾਉਣ ਦੀ, ਪਹਿਲਵਾਨੀ ਕਰਨ ਦੀ ਗੱਲ ਕੀਤੀ, ਤੇ ਸੁੰਦਰ ਜਵਾਨੀਆਂ ਸਾਨੂੰ ਭੇਟ ਕੀਤੀਆਂ ਜਾਣ। ਸੱਚੇ ਪਾਤਸ਼ਾਹ ਨੇ ਸ੍ਰੀ ਅਕਾਲ ਤਖਤ ਸਾਹਿਬ, ਕਿਉਂਕਿ ਸਿੱਖਾਂ ਦਾ 2 ਤਖਤਾਂ ਦੇ ਨਾਲ ਮੁਕਾਬਲਾ ਹੋਇਆ, ਇੱਕ ਲਾਹੌਰ ਦਾ ਤਖਤ ਤੇ ਦੂਜਾ ਦਿੱਲੀ ਦਾ ਤਖਤ। ਸੱਚੇ ਪਾਤਸ਼ਾਹ ਨੇ ਇਹਨਾਂ ਦੋਵਾਂ ਸਰਕਾਰਾਂ ਨੂੰ ਇੱਕ ਚੈਲੰਜ ਕਰਦਿਆਂ ਅਕਾਲ ਦਾ ਤਖਤ ਸਾਜਿਆ, ਜੋ ਅਸੀਂ ਭਲੀ ਭਾਂਤ ਜਾਣਦੇ ਹਾਂ। ਸਿੱਖ ਨੂੰ ਇੱਕ ਸੁਚੱਜੀ ਰਾਜਨੀਤੀ ਕਰਨ ਦਾ ਚੱਜ ਦਰਸਾਇਆ, ਤੇ ਮੇਰੇ ਬੜਜੋਧਾ ਪਰਉਪਕਾਰੀ ਸੱਚੇ ਪਾਤਸ਼ਾਹ ਜੀ ਨੇ ਸਿੱਖ ਨੂੰ ਸੰਤ ਦੇ ਨਾਲ ਸਿਪਾਹੀ ਹੋਣ ਦਾ ਮਾਣ ਬਖਸ਼ਿਆ। ਤੇ ਸਿੱਖੀ ਦੇ ਵਿੱਚ ਬੜਾ ਵੱਡਾ ਟਰਨਿੰਗ ਪੁਆਇੰਟ ਕਿ ਪੰਚਮ ਪਾਤਸ਼ਾਹ ਦੀ ਪਾਵਨ ਸ਼ਹੀਦੀ ਤੋਂ ਬਾਅਦ ਸਿੱਖਾਂ ਨੇ 6ਵੇਂ ਪਾਤਸ਼ਾਹ ਦੇ ਬਚਨ ਨੂੰ ਮੰਨਦਿਆਂ ਹੋਇਆਂ, ਇੱਕ ਸੰਤ ਦੇ ਨਾਲ ਸਿਪਾਹੀ ਹੁੰਦਿਆਂ ਹੋਇਆਂ, ਇੱਕ ਵਿਲੱਖਣ ਕੌਮ ਨੂੰ ਇੱਕ ਜੋ ਮਾਣ ਬਖਸ਼ਿਆ। ਸੋ ਅਸੀਂ ਬਲਿਹਾਰ ਜਾਈਏ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਤੋਂ, ਜਿਨ੍ਹਾਂ ਨੇ ਆਪਣੇ ਸਰੀਰ ਨੂੰ ਕੁਰਬਾਨ ਕਰਕੇ, ਆਪਣੀ ਸ਼ਹੀਦੀ ਦੀ ਜੋ ਨੀਂਹ ਰੱਖ ਕੇ ਇੱਕ ਐਸਾ ਮਾਣ ਮੱਤਾ ਇਤਿਹਾਸ ਦਰਜ ਕਰ ਦਿੱਤਾ, ਜਿਸ ਦੀ ਸਾਰੇ ਸੰਸਾਰ ਦੇ ਵਿੱਚ ਕੋਈ ਦੂਜੀ ਮਿਸਾਲ ਨਹੀਂ ਮਿਲਦੀ। ਬਿਲਕੁਲ, ਇਹ ਬੜੀ ਵੱਡਾ ਟਰਨਿੰਗ ਪੁਆਇੰਟ ਹੈ ਸੰਗਤ ਜੀ, ਜਿੱਥੇ ਉੱਥੇ ਨਾਲ ਹੀ ਨਾਲ ਜੇ ਆਪਾਂ ਗੱਲ ਕਰੀਏ ਨਾ ਕਿ ਮੀਰੀ ਤੇ ਪੀਰੀ ਦੀ, ਤੇ ਇੱਥੇ ਮੀਰੀ ਜਿਹੜੀ ਆ ਉਹਦੇ ਵਾਸਤੇ ਵੀ ਗੁਰੂ ਸਾਹਿਬ ਨੇ ਸਾਨੂੰ ਗੁਰੂ ਕੀ ਬਾਣੀ ਦੇ ਵਿੱਚ ਉਹਦੇ ਵਾਸਤੇ ਵੀ ਰਸਤਾ ਦਰਸਾਇਆ ਕਿ ਅਸੀਂ ਉਹਦੇ ਲਈ ਲੇਲੜੀਆਂ ਨਹੀਂ ਕੱਢਣੀਆਂ। ਰਾਜ ਨਾ ਚਾਹੋ ਮੁਕਤ ਨਾ ਚਾਹੋ, ਮਨ ਪ੍ਰੀਤ ਚਰਨ ਕਮਲਾਰੇ। ਤੇ ਇਤਿਹਾਸ ਦੇ ਵਿੱਚੋਂ ਜੇ ਅਗਰ ਆਪਾਂ ਦਰਸ਼ਨ ਕਰ ਰਹੇ ਹੋਣ ਨਾ, ਤੇ ਆਪਣਾ ਨਵਾਬ ਕਪੂਰ ਸਿੰਘ ਜੀ ਦਾ ਜੀਵਨ ਦੇਖ ਲਈਏ, ਜੇ ਅਸੀਂ ਗੁਰੂ ਵੱਲ ਮੁੱਖ ਕਰਕੇ ਚੱਲਾਂਗੇ ਨਾ, ਤੇ ਕੁਰਸੀਆਂ ਪਿੱਛੇ ਪਿੱਛੇ ਆਉਂਦੀਆਂ ਨੇ। ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ, ਜੋ ਅੱਜ ਹੋ ਰਿਹਾ, ਜੇ ਤੂੰ ਮੇਰਾ ਹੋਏ ਰਹੇ ਸਭ ਜਗ ਤੇਰਾ ਹੋਏ। ਪਰ ਜੇ ਆਪਾਂ ਦੂਜੇ ਪਾਸੇ ਨੂੰ ਹੋ ਜਾਈਏ ਨਾ, ਤੇ ਫਿਰ ਉਹਦੇ ਚ ਖੁਸ਼ੀ ਨਹੀਂ, ਉਹਦੇ ਚ ਤਾਂ ਉਹ ਗੱਲ ਹੋ ਜਾਂਦੀ ਹੈ ਨਾ, ਤਖਤੋਂ ਰਾਜ ਤੇ ਰਾਜੋਂ ਨਰਕ। ਕਿਉਂਕਿ ਤਖਤ ਤੋਂ ਰਾਜ ਜਦੋਂ ਪ੍ਰਾਪਤ ਹੋ ਜਾਂਦਾ ਨਾ, ਫਿਰ ਜੇ ਉੱਥੇ ਜਾ ਕੇ ਧਰਮ ਦਾ ਕੁੰਡਾ ਨਹੀਂ ਹੋਏਗਾ ਨਾ, ਤੇ ਫਿਰ ਗਲਤੀਆਂ ਹੁੰਦੀਆਂ ਨੇ, ਤੇ ਉਹ ਗਲਤੀਆਂ ਫਿਰ ਨਰਕਾਂ ਦੇ ਭਾਗੀ ਬਣਾਉਂਦੀਆਂ ਨੇ। ਸੋ ਮੈਂ ਸਮਝਦਾ ਕਿ ਇਹ ਬੜੀ ਵੱਡੀ ਸਿੱਖਿਆ ਹੈ
ਗੁਰੂ ਅਰਜਨ ਸਾਹਿਬ ਜੀ ਨੇ ਜਿੱਥੇ ਵੇਖੋ ਸ਼ਾਂਤੀ ਦੇ ਪੁੰਜ ਬਣ ਕੇ ਤਤੀਆਂ ਤਵੀਆਂ ਤੇ ਵੀ ਨਿਰਭਉ ਨਿਰਵੈਰ ਨੇ, ਉੱਥੇ ਵੀ ਸਾਈਂ ਮੀਆਂ ਮੀਰ ਵਰਗਿਆਂ ਨੂੰ ਹੌਸਲਾ ਦੇ ਰਹੇ ਨੇ, ਨਹੀਂ ਆਪਾਂ ਇਹ ਵੀ ਨਹੀਂ ਕਰਨਾ। ਉਹ ਰੱਬੀ ਸ਼ਕਤੀਆਂ ਜਿਹੜੀਆਂ ਉਹਨਾਂ ਦਾ ਇਸਤੇਮਾਲ ਵੀ ਨਹੀਂ ਇਸ ਵਕਤ ਕਰਨਾ। ਇਹ ਇੱਕ ਵੱਖਰੀ ਉਦਾਹਰਣ ਪੇਸ਼ ਕਰਨੀ ਹੈ। ਮੈਂ ਸਮਝਦਾ ਜਿਵੇਂ ਆਪ ਜੀ ਨੇ ਗੱਲ ਕੀਤੀ ਕਿ ਸ਼ਹੀਦਾਂ ਦੇ ਸਰਤਾਜ ਨੇ ਗੁਰੂ ਅਰਜਨ ਸਾਹਿਬ ਤੇ ਉਹਨਾਂ ਨੇ ਨੀਂਹ ਰੱਖੀ, ਤੇ ਉਹਨਾਂ ਦੀ ਇਸ ਸ਼ਹੀਦੀ ਤੋਂ ਇੰਸਪਾਇਰ ਹੋ ਕੇ ਮੈਂ ਸਮਝਦਾ ਕਿ ਹੁਣ ਤੱਕ ਲੱਖਾਂ ਹੀ ਸ਼ਹੀਦ ਜਿਹੜੇ ਨੇ ਗੁਰੂ ਘਰ ਦੇ ਅਜ਼ਮਤ ਦੇ ਵਾਸਤੇ ਹੋ ਚੁੱਕੇ ਨੇ। ਉਹਨਾਂ ਦੀਆਂ ਉਸ ਕੁਰਬਾਨੀ ਜਿਹੜੀ ਉਹ ਸਦਾ ਹੀ ਸਾਨੂੰ ਪ੍ਰੇਰਦੀ ਰਹੇਗੀ, ਤੇ ਨਾਲ ਹੀ ਸਾਨੂੰ ਇਹ ਵੀ ਪ੍ਰੇਰਦੀ ਰਹੇਗੀ ਕਿ ਜੇ ਤੁਹਾਡੇ ਅੰਦਰ ਹੈ ਨਾ ਗੁਰੂ ਦਾ ਪਿਆਰ ਆ, ਫਿਰ ਤਤੀਆਂ ਤਵੀਆਂ ਦੀ ਤਪਸ਼ ਵੀ ਤੁਹਾਡਾ ਕੁਝ ਨਹੀਂ ਵਿਗਾੜ ਸਕੇਗੀ। ਸੋ ਭਾਈ ਸਾਹਿਬ ਬਿਲਕੁਲ ਹਾਂ, ਸਮਾਂ ਸਾਡੇ ਕੋਲ ਬਹੁਤ ਸੰਕੋਚਵਾ, 1 ਮਿੰਟ ਦੇ ਵਿੱਚ ਅਸੀਂ ਚਾਹਾਂਗੇ ਕਿ ਆਪ ਜੀ ਸਾਡੇ ਨਾਲ ਅੱਜ ਦੇ ਇਸ ਵਿਸ਼ੇ ਨੂੰ ਸੰਕੋਚਦੇ ਹੋਏ ਆਪਾਂ ਨਮਸਕਾਰ ਕਰੀਏ ਸਤਿਗੁਰ ਸੱਚੇ ਪਾਤਸ਼ਾਹ। ਸਤਿਗੁਰੂ ਪੰਚਮ ਪਾਤਸ਼ਾਹ ਨੇ ਸ਼ਹਾਦਤ ਦੇ ਕੇ ਜਗਤ ਨੂੰ ਇੱਕ ਗੱਲ ਹੋਰ ਦਰਸਾ ਦਿੱਤੀ ਕਿ ਇਬਾਦਤ ਤੋਂ ਬਿਨਾਂ ਸ਼ਹਾਦਤ ਸੰਭਵ ਨਹੀਂ। ਕੇਵਲ ਗੱਲਾਂ ਕਰਨ ਵਾਲੇ ਕਦੇ ਆਪਣੇ ਲਹੂ ਨੂੰ ਕੁਰਬਾਨ ਨਹੀਂ ਕਰ ਸਕਦੇ, ਕਿਉਂਕਿ ਕੁਰਬਾਨੀ ਉੱਥੇ ਹੀ ਹੈ ਜਿੱਥੇ ਗੁਰਬਾਣੀ। ਜਦੋਂ ਤੱਕ ਜੀਵਨ ਵਿੱਚ ਬਾਣੀ ਨਹੀਂ ਪੜੀ, ਗੁਰੂ ਦੇ ਇਤਿਹਾਸ ਨੂੰ ਨਹੀਂ ਸਮਝਿਆ, ਬਾਣੀ ਦੇ ਵਿਚਾਰ ਨੂੰ ਨਹੀਂ ਜਾਣਿਆ, ਫਿਰ ਮਾਫ ਕਰਨਾ ਕੇਵਲ ਗੱਲਾਂ ਨੇ ਤੇ ਗੱਲੀ ਜੋਗ ਨਾ ਹੋਈ। ਗੱਲਾਂ ਨਾਲ ਸ਼ਹਾਦਤ ਦੀ ਗੱਲ ਕਰਨੀ, ਮਾਫ ਕਰਨਾ, ਅਸੀਂ ਸ਼ਹਾਦਤ ਦਾ ਕੀ ਦੇਣੀ, ਕੁਰਬਾਨੀ ਦਾ ਕੀ ਦੇਣੀ? ਅਸੀਂ ਤੇ ਅੱਜ ਗੁਰੂ ਦੀ ਸ਼ਹਾਦਤ ਨੂੰ ਵੀ ਵਿਸਾਰ ਬੈਠੇ ਹਾਂ। ਸੋ ਗੁਰੂ ਦੀ ਸ਼ਹਾਦਤ ਨੂੰ ਸਦਾ ਚੇਤੇ ਵਿੱਚ ਰੱਖੀਏ, ਗੁਰੂ ਅਰਜਨ ਦੇਵ ਜੀ ਦੇ ਪਿਆਰ ਦੇ ਵਿੱਚ ਜੀਵਨ ਨੂੰ ਜੀਵੀਏ, ਤੇ ਫਿਰ ਸੱਚੇ ਪਾਤਸ਼ਾਹ ਤਰੋਂ ਕਰੋ ਰਹਿਮਤਾਂ ਤੇ ਬਖਸ਼ਿਸ਼ਾਂ ਦਾ ਮੀਂਹ ਵਰਸਾਉਂਦੇ ਨੇ। ਬਸ ਅਖੀਰ ਵਿੱਚ ਇੱਕ ਬੇਨਤੀ ਕਰਦੇ ਹਾਂ, ਅੱਜ ਦਾ ਸਿੱਖ ਕੋਈ ਨੋਟ ਪਿੱਛੇ, ਕੋਈ ਵੋਟ ਪਿੱਛੇ ਗੁਰੂ ਤੋਂ ਬੇਮੁਖ ਹੋ ਗਿਆ, ਪਰ ਸੱਚਾਈ ਬਿਆਨ ਕਰਦੇ ਆ, ਕਿਸੇ ਕੋਲ ਨੋਟ ਏ, ਕਿਸੇ ਕੋਲ ਵੋਟ ਏ, ਸਾਡੇ ਕੋਲ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੀ ਓਟ ਏ। ਬਿਲਕੁਲ ਅਸੀਂ ਉਸ ਓਟ ਦੇ ਨਾਲ ਜੁੜੇ ਆ, ਅਸੀਂ ਉਸੇ ਓਟ ਦੇ ਨਾਲ ਜੁੜੇ ਰਹਿਣਾ। ਆਸ ਓਟ ਪ੍ਰਭ ਤੋਰੀ, ਅਸੀਂ ਉਸ ਓਟ ਦੇ ਨਾਲ ਜੁੜੇ ਰਹੀਏ। ਸੋ ਨਮਸਕਾਰ ਕਰਦੇ ਹਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਤੇ, ਉਹਨਾਂ ਸਾਰੇ ਗੁਰਸਿੱਖਾਂ ਦੇ ਜਿਨ੍ਹਾਂ ਨੇ ਉਸ ਵੇਲੇ ਸੇਵਾਵਾਂ ਨਿਭਾਈਆਂ। ਸਾਈਂ ਮੀਆਂ ਮੀਰ ਜੀ ਨੂੰ ਨਮਸਕਾਰ ਹੈ। ਫਤਿਹ ਅਰਜ਼ ਕਰਦੇ ਹੋਏ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।